ਤੁਸੀਂ फ़ायदा उठा सकते हो साढ़े 23 ऑनलाइन चर्चा का जिहड़ी कि भारत दी सारियां प्रमुख भाषावां ਵਿੱਚ उपलब्ध है। उस तो इलावा साढ़े विच 3 विशेष चर्चा है। एक टीनेजर वास्ते है जिहदा नाम है तूफानी ज्ञानी टीम। बच्चों वास्ते साढ़े ऑनलाइन चर्चिज़ है। गूंगे बहरे वास्ते साढ़े को ऑनलाइन चर्चिज़ है। साइन लैंग्वेज चर्च है। उस तो इलावा तुसीं साढ़े ऑनलाइन चर्चिज़ नूं देख सकते हो उड़िया विच, तेलुगु विच, तमिल विच, गुजराती विच, कन्नड़ा विच, तुलू विच, इंग्लिश विच, हिंदी विच, छत्तीसगढ़ी विच, रापरबरेली विच, असामी विच, मराठी विच, पंजाबी विच, नेपाली विच, कोंकणी, मलयालम, सिंधी, भोजपुरी, बंगाली और मालवानी विच। इन्हां चर्चिज़ का फ़ायदा उठाओ और पूरे भारत विच सुसमाचार सुनाओ। गॉड ब्लेस यू ऑल। तू भला है, तू अद्भुत है, कितना महान है, कितना महान है, कितना महान है तू प्रभु, कितना महान है, कितना महान है, कितना महान है तू प्रभु। तेरे ही नाम में झुकते ज़मीन आसमां, कितना महान है तू प्रभु। तेरे ही नाम में झुकते ज़मीन आसमां, कितना महान है तू प्रभु। कितना महान है, कितना महान है, कितना महान है तू प्रभु है। कितना महान है, कितना महान है, कितना महान है तू प्रभु। तेरी मोहब्बत ने दी मुझे जिंदगी, कितना भला है तू ओ प्रभु। तेरी मोहब्बत ने दी मुझे जिंदगी, कितना भला है तू ओ प्रभु। कितना भला है तू, कितना भला है तू, कितना भला है तू ओ प्रभु। कितना भला है तू, कितना भला है तू, कितना भला है तू ओ प्रभु। सारी कायनात तेरे सामने झुकती है, कितना अद्भुत है तू प्रभु। सारी कायनात तेरे सामने झुकती है, कितना अद्भुत है तू प्रभु। कितना अद्भुत है, कितना अद्भुत है, कितना अद्भुत है तू प्रभु। तू है कितना अद्भुत है, कितना अद्भुत है, कितना अद्भुत है तू प्रभु। सारी मोहब्बत, सारी सामर्थ, सारा आदर और सम्मान तेरा,
भला है तू, कितना अद्भुत है तू प्रभु। ਹਾਲੇਲੂਇਆ ਪ੍ਰੇਜ਼ ਦ ਲਾਰਡ। ਤੁਸੀਂ ਸਭ ਨੂੰ ਸਵਾਗਤ ਹੈ ਅੱਜ ਦੇ ਵਿਸ਼ੇਸ਼ ਐਤਵਾਰ ਦੀ ਸਭਾ ਵਿੱਚ। ਮੈਨੂੰ ਨੀਅਰ ਚੰਦ ਤੁਸੀਂ ਸਾਰੇ ਉਤਸ਼ਾਹਿਤ ਸੀ ਅੱਜ ਦੇ ਸੰਦੇਸ਼ ਦੇ ਲਈ। ਤੁਸੀਂ ਪੂਰੀ ਤਿਆਰੀ ਦੇ ਨਾਲ ਬੈਠੇ ਤੇ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਪਰਿਵਾਰ ਦੇ ਨਾਲ ਅਤੇ ਸਮਾਂ ਹਨ ਪ੍ਰਾਰਥਨਾ ਦਾ। ਤੁਸੀਂ ਜਿੱਥੇ ਕਿਤੇ ਖੜੇ ਹੁੰਦੇ ਤੇ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਉਠਾਉਂਦੇ। ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦਿੰਦੇ ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ। ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦਿੰਦੇ ਆਪਣੇ ਮੂੰਹ ਤੋਂ ਖੋਲ ਕੇ ਪਰੈ ਭਾਸ਼ਾ ਵਿੱਚ ਬੋਲਦੇ ਅਸੀਂ ਆਪਣੀ ਰੂਹਾਂ ਨੂੰ ਤਿਆਰ ਕਰਦੇ ਅੱਜ ਦੇ ਸੰਦੇਸ਼ ਦੇ ਲਈ ਲੀਗਾ ਸਾਕ ਟਾਟੜੇ ਸ਼ਲਮਾਂਗ Rabalabao sakolako prayshliga saktantri o shalamang rabalabao sakolako prayshliga saktantri। ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦੇ ਇਸ ਮਹੀਨੇ ਦੇ ਲਈ, ਮਈ ਦੇ ਮਹੀਨੇ ਦੇ ਲਈ ਅਤੇ ਮਈ ਦਾ ਮਹੀਨਾ ਉਸਤੁਤੀ ਦਾ ਮਹੀਨਾ। ਹਾਲੇਲੂਇਆ ਪ੍ਰੇਜ਼ ਦ ਲਾਰਡ। ਅਤੇ ਪਰਮੇਸ਼ਵਰ ਨੂੰ ਧੰਨਵਾਦ ਦੇ ਲਈ ਸਾਕਟਾਟਰੀ ਸ਼ਲਮਾਂਗ ਰਬਾਲਾਬਾਓ sakolako prayshliga saktantri ਸ਼ਲਮਾਂਗ ਰਬਾਰਿਦੁਸ o labaਓ sakolako prayshliga saktantri ਸ਼ਲਮਾਂਗ ਰਬਾਲਾਬਾਓ sakolako praysh। ਧੰਨਵਾਦ ਕਰ ਪਰਮੇਸ਼ਵਰ ਤੁਹਾਡਾ ਨਾਮ ਨੂੰ ਉੱਚਾ ਉਠਾਣੇ ਤੇ ਨਾਮ ਨੂੰ ਮਹਿਮਾ ਦੇਣੇ। ਧੰਨਵਾਦ ਕਰੇ ਤਾਂ ਪਰਮੇਸ਼ਵਰ ਤੁਹਾਡੇ ਵਰਗਾ ਕੋਈ ਨਹੀਂ ਸੀ ਤੇ ਪਰਮੇਸ਼ਵਰ ਤੁਸੀਂ ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ ਸੀ। ਓਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼। ਧੰਨਵਾਦ ਕਰ ਪਰਮੇਸ਼ਵਰ ਲੀਗਾ ਸਾਕ ਟਾਟੜੇ। ਧੰਨਵਾਦ ਕਰ ਪਰਮੇਸ਼ਵਰ ਤੁਹਾਡੇ ਨਾਲ ਪ੍ਰੇਮ ਦੇ ਲਈ, ਤੁਹਾਡੀ ਕਿਰਪਾ ਦੇ ਲਈ, ਤੁਹਾਡੀ ਭਲਾਈ ਦੇ ਲਈ। ਧੰਨਵਾਦ ਕਰ ਪਰਮੇਸ਼ਵਰ ਪਵਿੱਤਰ ਆਤਮਾ ਦੀ ਉਪਹਾਰ ਦੇ ਲਈ। ਧੰਨਵਾਦ ਕਰਦੇ ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੇਨ। ਹਾਲੇਲੂਇਆ ਪ੍ਰੇਜ਼ ਦ ਲਾਰਡ। ਅਤੇ ਅੱਜ ਦੀ ਪਹਿਲੀ ਪ੍ਰਾਰਥਨਾ ਬਿੰਦੀ ਅਸੀਂ ਪ੍ਰਾਰਥਨਾ ਕਰਦੇ ਹਾਂ। ਅਸੀਂ ਦੇਸ਼ਾਂ ਦੇ ਲਈ ਪ੍ਰਾਰਥਨਾ ਕਰ ਰਹੇ ਹਾਂ ਤੇ ਬਾਈਬਲ ਦੇ ਅਧਿਆਨ ਇਜ਼ਕੀਲ 22 ਅਧਿਆਇ ਤੇ 29 ਤੇ 30 ਆਇਤ ਕਹਿੰਦੀ ਹੈ, ਦੇਸ਼ ਦੇ ਆਮ ਲੋਕ ਵੀ ਹਨੇ ਕਰਦੇ ਹਨ ਅਤੇ ਪਰਾਈ ਧਨ ਖੋਦੇ ਹਨ। ਉਹ ਦੀਨ ਦਰਿਦ ਨੂੰ ਪਿਸਦੇ ਹਨ ਅਤੇ ਨਿਆਂ ਦੀ ਚਿੰਤਾ ਚੜ ਕੇ ਪਰਦੇਸੀ ਉੱਤੇ ਹਨੇ ਕਰਦੇ ਹਨ। ਅਤੇ ਮੈਂ ਉਹਨਾਂ ਵਿੱਚੋਂ ਇੱਕ ਆਦਮੀ ਨੂੰ ਲੱਭਣਾ ਚਾਹੁੰਦਾ ਸੀ ਜੋ ਵਾਰ ਦੀ ਮੁਰੰਮਤ ਕਰੇ ਅਤੇ ਦੇਸ਼ ਦੀ ਖਾਤਰ ਮੇਰੇ ਸਾਹਮਣੇ ਇਸ ਤਰ੍ਹਾਂ ਖੜੇ ਹੋਵੇ ਕਿ ਮੈਨੂੰ ਇਸ ਨੂੰ ਤਬਾਹ ਨਾ ਕਰਨਾ ਪਵੇ, ਪਰ ਮੈਨੂੰ ਅਜਿਹਾ ਕੋਈ ਨਹੀਂ ਮਿਲਿਆ। ਹਾਲੇਲੂਇਆ ਪ੍ਰੇਜ਼ ਦ ਲਾਰਡ। ਪ੍ਰਭੂ ਯਿਸੂ ਦੇ ਨਾਮ ਵਿੱਚ ਅਧਿਕਾਰ ਦੀ ਵਰਤੋਂ ਕਰਦੇ ਹੋਏ, ਸ਼ੈਤਾਨ ਦੇ ਪ੍ਰਭਾਵ ਨੂੰ ਤੋੜਦੇ ਹੋਏ ਅਸੀਂ ਦੇਸ਼ਾਂ, ਸ਼ਹਿਰਾਂ, ਸੰਸਥਾਵਾਂ ਅਤੇ ਦੇਸ਼ਾਂ ਦੇ ਨੇਤਾਵਾਂ ਉੱਤੇ ਦੀਪ ਰਾਜ ਦੇ ਪ੍ਰਭਾਵ ਨੂੰ ਕੱਟ ਰਹੇ ਹਾਂ। ਇਹ ਘੋਸ਼ਣਾ ਕਰਦੇ ਹੋਏ ਕਿ ਉਹ ਸਾਡੇ ਦੇਸ਼ਾਂ ਨੂੰ ਤਬਾਹ ਨਹੀਂ ਕਰਨਗੇ, ਨਾ ਹੀ ਆਰਾਧਨਾ ਅਤੇ ਆਤਮਾਵਾਂ ਜਿੱਤਣ ਦੇ ਯਤਨ ਨੂੰ ਨਿਯੰਤਰਿਤ ਕਰਨਗੇ। ਘੋਸ਼ਣਾ ਕਰੋ ਕਿ ਖੁਸ਼ਖਬਰੀ ਹਰ ਸ਼ਹਿਰ ਅਤੇ ਹਰ ਦੇਸ਼ ਵਿੱਚ ਮੁਕਤ ਤੌਰ ਤੇ ਫੈਲ ਰਿਹਾ ਹੈ। ਪ੍ਰਭੂ ਦੇ ਨਾਮ ਦੀ ਮਹਿਮਾ ਕੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਆਮੇਨ। ਹਾਲੇਲੂਇਆ ਪ੍ਰੇਜ਼ ਦ ਲਾਰਡ। ਅਸੀਂ ਪ੍ਰਾਰਥਨਾ ਕਰਾਂਗੇ ਦੇਸ਼ਾਂ ਦੇ ਲਈ ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਓ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼। ਅਸੀਂ ਘੋਸ਼ਣਾ ਕਰਦੇ ਅਤੇ ਸ਼ੈਤਾਨ ਦੇ ਪ੍ਰਭਾਵ ਨੂੰ ਤੋੜਦੇ ਹਨ ਦੇਸ਼ਾਂ ਦੇ ਉੱਤੇ ਅਤੇ ਦੀਪ ਅਤੇ ਸ਼ਹਿਰਾਂ ਉੱਤੇ ਤੇ ਸੰਸਥਾਵਾਂ ਤੇ ਦੇਸ਼ਾਂ ਦੇ ਨੇਤਾਵਾਂ ਅਤੇ ਦੀਪ ਰਾਜ ਦੇ ਪ੍ਰਭਾਵ ਨੂੰ ਕੱਟਦੇ ਯਿਸੂ ਮਸੀਹ ਦੇ ਨਾਮ ਵਿੱਚ। ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਓ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਓ ਰੇ 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 ਬਾਬਾ 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 ਹੋਂਗੇ ਬਰਬਸਾ ਲੀਗਾ ਬਰਬਸਾ ਨਾ ਕਸਾਨੇ ਨੇ ਬੋਨਾ ਬਲੀਗਾ ਸਾਕ ਟਾਟੜੇ ਓ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਓ ਪ੍ਰਗਟ ਬਦ ਪੜੀ ਕਲੀਗਾ ਸਾਕ ਟਾਟੜੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੇਸ਼ ਲੀਗਾ ਸਾਕ ਟਾਟੜੇ। ਧੰਨਵਾਦ ਕਰ ਪਰਮੇਸ਼ਵਰ। ਅਸੀਂ ਘੋਸ਼ਣਾ ਕਰਦੇ ਤਾਂ ਪਰਮੇਸ਼ਵਰ ਅਤੇ ਹਰ ਸ਼ਹਿਰਾਂ ਵਿੱਚ ਅਤੇ ਦੇਸ਼ਾਂ ਵਿੱਚ ਖੁਸ਼ਖਬਰੀ ਮੁਕਤ ਤੌਰ ਤੇ ਫੈਲ ਰਹੀ ਯਿਸੂ ਮਸੀਹ ਦੇ ਨਾਮ ਵਿੱਚ। ਲੀਗਾ ਸਾਕ ਟਾਟੜੇ ਓ ਸ਼ਲਮਾਂਗ ਰਬਾਲਾਬਾਓ ਸਕਲ
सकल को प्रैशली का साक टाट रे शलमांग रबाला बाउ सकल को प्रैशली का साक टाट रे ओ रे 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 बा 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 होंगे बरबसाली का बरबसना का साने ने बोन बली का साक टाट रे ओ शलमांग रबाला बा हो सकल को प्रैशली का साक टाट रे आक्रडी क्रा लेगा बा होंगे बरबसाली का बरबसना का साने ने बोन बली का साक टाट रे शलमांग रबा रेडुस ओला बाउ सकल को प्रैशली का साक टाट रे ओ धन्यवाद करे तो परमेश्वर केवल तुम्हारी सिद्ध इच्छा पूरी होने दे यीशु मसीह के नाम विच धन्यवाद करे परमेश्वर से सारी प्रार्थना प्रभु यीशु मसीह के नाम विच मांग देन आमेन ते आज दी दूजी प्रार्थना बिंदु यस ਅਸੀਂ प्रार्थना करते हैं बाइबल ਅਸੀਂ प्रार्थना करते बरावा दे ਲਈ ਅਸੀਂ ਕੁਲੂਸੀਆ ਪਹਿਲਾ ਅਧਿਆਇ ਤੇ 9 ਤੇ 11 ਆਇਤ ਕਹਿੰਦਾ ਹੈ ਇਸ ਲਈ ਜਿਸ ਦਿਨ ਤੋਂ ਅਸੀਂ ਇਹ ਸੁਨਿਆ ਹਾਂ ਅਸੀਂ ਵੀ ਤੁਹਾਡੇ ਲਈ ਪ੍ਰਾਰਥਨਾ ਕਰਨ ਤੋਂ ਨਹੀਂ ਰੋਕਦੇ ਅਤੇ ਇਹ ਚਾਹੁੰਦਾ ਹੈ ਕਿ ਤੁਸੀਂ ਪੂਰੀ ਬੁੱਧੀ ਅਤੇ ਆਤਮਿਕ ਸਮਝ ਨਾਲ ਉਸ ਦੀ ਇੱਛਾ ਦੇ ਗਿਆਨ ਨਾਲ ਭਰਪੂਰ ਹੋਵੇ ਹਾਲੇਲੂਇਆ ਬਣੋ ਹਰ ਚੰਗੇ ਕੰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਵਰ ਦੇ ਗਿਆਨ ਵਿੱਚ ਵੜੋ ਉਸ ਦੀ ਮਹਿਮਾ ਦੀ ਸਾਮਰਥ ਦੇ ਅਨੁਸਾਰ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਮਰਥ ਦੇ ਹਰ ਤਰੀਕੇ ਨਾਲ ਬਲਵੰਤ ਹੋਵੇ ਤਾਂ ਜੋ ਆਨੰਦ ਨਾਲ ਹਰ ਗੱਲ ਵਿੱਚ ਧੀਰਜ ਅਤੇ ਸਹਿਨਸ਼ੀਲਤਾ ਵਿਖਾਈਏ ਹੈ ਹਾਲੇਲੂਇਆ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਆਪਣੇ ਬਰਾਵਾ ਦੇ ਲਈ ਇਨ੍ਹਾਂ ਸ਼ਬਦਾਂ ਦੇ ਅਨੁਸਾਰ प्रार्थना करो कि साढ़े बरा निरंतर सच्चाई हिम्मत बुद्धि एते आध्यात्मिक समझ उते चलते रहें हालेलुया प्रेज द लॉर्ड ਅਸੀਂ प्रार्थना करेंगे अपने बरावा दे लीगा साक टाट रेश लमांग रबा रेडुस लबाओ सकलो को प्रवेश लीगा साक टाट रे ओश लमांग रबा रेडुस लबाओ सकलो को प्रवेश लीगा साक टाट रेश लमांग रबा रेडुस लबाओ सकलो को प्रवेश लीगा साक टाट रे ओश लमांग रबा रेडुस लबाओ सकलो को प्रवेश लीगा साक टाट रेश लमांग रबा लबाओ सकलो को ਅਸੀਂ ਪ੍ਰਾਰਥਨਾ ਕਰਿਓ ਬਰਾਵਾ ਦੇ ਲਈ ਨਿਰੰਤਰ ਹੱਥ ਪਰਮੇਸ਼ਰ ਸੱਚਾਈ ਦੇ ਗਿਆਨ ਵਿੱਚ ਚੱਲਦੇ ਨੇ ਧੰਨਵਾਦ ਕਰ ਆਧਿਆਤਮਿਕ ਸਮਝ ਵਿੱਚ ਚੱਲਦੇ ਨੇ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਟ ਰਿਸ਼ ਲਮਾਂਗ ਰਬਾਲਾ ਬਾਉ ਸਗਲ ਕੋ ਪ੍ਰਾਇਸ਼ ਲਿਗਾ ਸਾਕ ਟਾਟ ਰਿਸ਼ ਲਮਾਂਗ ਰਬਾਲਾ ਬਾਉ ਸਗਲ ਕੋ ਪ੍ਰਾਇਸ਼ ਧੰਨਵਾਦ ਕਰ ਪਰਮੇਸ਼ਰ ਨਿਰੰਤਰ ਤੁਹਾਡੇ ਬਚਨ ਵਿੱਚ ਵੜ ਰਹੇ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਟ ਰਿਸ਼ ਲਮਾਂਗ ਰਬਾ ਰਡੂਸ ਲਬਾਉ ਸਗਲ ਕੋ ਪ੍ਰਾਇਸ਼ ਲਿਗਾ ਸਾਕ ਟਾਟ ਰੇ ਓਸ਼ ਲਮਾਂਗ ਰਬਾ ਰਡੂਸ ਲਬਾਉ सकल को प्राइश लिगा सांग टाट रे शलमांग रबार दुसला बाउ सकल को प्राइश लिगा सांग टाट रे ओ रे 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 बाबा बाबा बा होंगे बरबसा लिगा बरबसा ना साने रे बो नबलिगा सांग टाट रे अपने निहचा विच मजबूत ने यीशु मसीह दे नाम विच लिगा सांग टाट रे शलमांग रबाला बाउ सकल को प्राइश लिगा सांग टाट रे शलमांग रबाला बाउ सकल को प्राइश ओ प्रकट बल पड़ी कलिगा सांग टाट रे शलमांग रबाला बाउ सकल को प्राइश लिगा सांग टाट रे ओ रे 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 बाबा 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 होंगे बरबसा लिगा बरबसा ना साने ने बो नबलिगा सांग टाट रे ओ शलमांग रबा रेडुस लबाउ सकल को प्राइश लिगा सांग टाट रे शलमांग रबाला बाउ सकल को प्राइश धन्यवाद करे परमेश्वर सारे बरावा दे ले धन्यवाद करे परमेश्वर पवित्र आत्मा दे निर्देशन दे ले संवेदनशील ने यीशु मसीह दे नाम विच धन्यवाद करे परमेश्वर सारी प्रार्थना प्रभु यीशु मसीह दे नाम विच मांग देन आमेन हालेलुया प्रेज द लॉर्ड एते आज दी तीजी प्रार्थना बिंदु से प्रार्थना करते हैं बाइबल दे अध्ययन पहला तीमुथियुस दूसरा अध्याय ते चौथा आयत कहंदा है जो चाहता है कि सारे मनुष्य बचाए जान एते सारी सच्चाई नु जान ले अपने परिवार एते दोस्तां दे लिए प्रार्थना करो कि जो बचाए नहीं गए हन कि ओह मुक्ति प्राप्त कर सकन एते सच्चाई दे ज्ञान विच आउन प्रार्थना करो कि ओह यीशु नु अपने प्रभु एते मुक्तिदाता वजो प्राप्त कर दे हन हालेलुया प्रेज द लॉर्ड ਅਸੀਂ प्रार्थना ਕਰਦੇ ਆਪਣੇ ਅਸੀਂ प्रार्थना ਕਰਦੇ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਦੋਸਤਾਂ ਦੇ ਲਈ ਜਿਨ੍ਹਾਂ ਦਾ ਮੁਕਤੀ ਨਹੀਂ ਉਹਨਾਂ ਨੂੰ ਮੁਕਤੀ ਪ੍ਰਾਪਤ ਕਰ ਸਕਣ ਯਿਸੂ ਮਸੀਹ ਦੇ ਨਾਮ ਵਿੱਚ ਓਲੀਗਾ ਸਾਕ ਟਾਟ ਰੇ ਸ਼ਲਮਾਂਗ ਰਬਾ ਰਡੂਸ ਲਬਾਉ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਓ ਸ਼ਲਮਾਂਗ ਰਬਾ ਲਬਾਉ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾ ਰਡੂਸ ਲਬਾਉ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਓ ਰੇ 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 ਬਾਬਾ 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 ਹੋਂਗੇ ਬਰਬਸਾ ਲਿਗਾ ਬਰਬਸਾ ਨਾ ਸਾਨੇ ਨੇ ਬੋ ਨਬਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾ ਰਡੂਸ ਓ ਲਬਾ ਹੋ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਓ ਸ਼ਲਮਾਂਗ ਰਬਾ ਰਡੂਸ ਲਬਾਉ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾ ਰਡੂਸ ਲਬਾਉ ਸਕਲ ਕੋ ਪ੍ਰੈਸ਼
liga sancta tradition mang trabala bao sakal को प्रविष्ट ओ प्रकट बस पड़ी कलिगा sancta tradition mang trabala bao sakal को प्रविष्ट लिगा sancta टडे धन्यवाद करते परमेश्वर सच्चाई ते ज्ञान विचार यीशु मसीह दे नाम विच ओ लिगा sancta tradition mang trabala bao sakal को प्रविष्ट लिगा sancta tradition mang trabala bao sakal को प्रविष्ट धन्यवाद कर परमेश्वर तुहाड़ी सत्यनिष्ठ प्रबल होंदे ते विश्व दे देशात लोकां दे हृदय विच स्थापित होंदे यीशु मसीह दे नाम विच ओ लिगा sancta tradition mang trabala dusla bao sakal को प्रविष्ट लिगा sancta टडे ओ रे 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 पापा होंगे बरबसा लिगा बरबसा नगा साने ने रबो नबलिगा sancta tradition mang trabala dus ओ लबाओ sakal को प्रविष्ट लिगा sancta टडे आक्रडिक लिगा बा होंगे बरबसा नगा साने ने रबो नबलिगा sancta टडे धन्यवाद कर परमेश्वर हर रूह तोड़े राज विच जुड़े त परमेश्वर धन्यवाद कर परमेश्वर लिगा sancta tradition mang trabala bao sakal को प्रविष्ट लिगा sancta tradition mang trabala dus लबाओ सकल को प्रविष्ट ओ प्रकट बस पड़ी कलिगा sancta tradition mang trabala bao सकल को प्रविष्ट ओ धन्यवाद कर परमेश्वर धन्यवाद कर सारी प्रार्थना प्रभु यीशु मसीह के नाम विच मांगते हैं आमेन हालेलुया प्रेज द लॉर्ड द समहन वर्शिप टीम नु स्वागत करते हैं
Hallelujah. Praise the Lord. Etter samme han vasik det sangrada etter adda eit Pastor Kristi Olsen etter adda eit da title han परमेश्वर नाल इकले रहन दा अभ्यास करो हालेलुया एते आधा आयत लिया गया बाइबल दे अध्ययन लुका 5 अध्याय ते 16 आयत पर यीशु अक्सर प्रार्थना करन लई जंगल विच चले जांदा सी हालेलुया एकांत बारे कुछ हा जे तुसी एकांत दी कीमत नू नहीं समझदे ता तुसी जिंदगी विच बहुत कुछ गुआ सकदे हो यह बहुत महत्वपूर्ण है कि परमेश्वर नाल इकले निजी समा बिताना है प्रकाशन तो पहला एकलता आंदी है जड़ो तुसी प्रभु नाल संगति दे निजी समय दे मूल नू सिखदे हो ता तुसी उस तब्दीली तो हैरान होवेगा जो तुहाड़े जीवन विच वड़े वापरेगा एते तुसी परमेश्वर दिया चीजा एते इस तरह प्रभावशाली होवेगे हालेलुया प्रेज द लॉर्ड प्रभु नाल अपने निजी समय नु कदे भी हल्के नाल ना लाओ हो सकता है कि तुहाड़े कॉल कुछ लोग हन जो वार हर समय तुहाड़े दरवाजे ते होंदे हन क्योंकि उन्हां नु तुहानू देखन जा तुहाड़े नाल किसे ना किसे चीज बारे गल करन दी जरूरत होंदी है होशियार बनो हालेलुया जे तुसी अपनी ज्यादातर समा दूजिया नाल आम जा व्यर्थ बहस करन विच बिताउंदे हो एते आत्मा नाल संगत करन विच घट समा बिताउंदे हो ता तुसी जीवन विच बहुत कुछ प्राप्त करन लई नहीं जा रहे हो हालेलुया प्रेज द लॉर्ड यीशु ने परमेश्वर नाल गुप्तता दी कीमत एते शक्ति नु समझिया हालेलुया मत्ती 14 अध्याय ते 23 आयत विच बाइबल कहंदी है एते ओह भीड़ नु विदा करके प्रार्थना करन लई बिल्कुल इकला पहाड़ ते चोर गया एते जड़ो शाम हुई ता उह उत्ते इकले ही सी हालेलुया साड़ी विषय आयत सानू दर्शांदी है कि उसने यह अक्सर किता सी हालेलुया प्रेज द लॉर्ड लुका 5 अध्याय 16 आयत NIV विच पर यीशु अक्सर प्रार्थना लई जंगल विच जांदा सी जिस समय हर कोई उस दा ध्यान खिंच रिया सी हालेलुया वह प्रार्थना करन लई जंगल विच वापस चला गया हालेलुया असल विच एक निश्चित मौके ते वह जाके प्रार्थना करन लई चुपचाप चला गया एते वह उसनु लब रहे सन बाइबल कहंदी है एते सवेर नु दिन तो पहला बहुत समय उठ के वह बाहर गया एते एक एकांता विच चला गया एते उत्ते प्रार्थना कीती हालेलुया मरकुस पहला अध्याय 35 ते 36 आयत विच एते ते समाउन एते ओह जो उस दे नाल सन उन्हां ने उस दा पिछा कीता इस दा अभ्यास करो हर रोज परमेश्वर नाल अपनी निजी समा बिताउन दी कोशिश करो हालेलुया प्रेज द लॉर्ड एते समहन प्रार्थना दा तुसी जिते कीते हो अपनी आंखां नु बंद करके अपने पवित्र हाथां नु स्वर्ग दे उठाने ते इस प्रार्थना नु मेरे पीछे दोहरा सकदे हां प्यारे पिता जड़ो मैं तुहाड़े नाल संगत विच समा बिताउंदा है मेरे जीवन विच तुहाड़ी महिमा दी भरपूरी वड्डी जांदी है मैं महिमा तो महिमा विच बदल गया हां मैं जीत ईश्वरी शहर एते आशीषा दा अनुभव करदा हां मेरी जिंदगी यीशु दे नाम विच तुहाड़ी अलौकिक कृपा महिमा संपूर्णता सुंदरता एते सत्यनिष्ठा दा प्रगटवा हां आमीन हालेलुया प्रेज द लॉर्ड तुसी और अध्ययन पढ़ सकते हो एफिसिया 6 अध्याय ते 18 आयत जबूर दी पोथी पहला अध्याय ते 1 ते 3 आयत मत्ती 6 अध्याय ते 6 आयत हालेलुया प्रेज द लॉर्ड प्रेज द लॉर्ड इन बहन का नाम किरण है यह उत्तर प्रदेश जौनपुर की रहने वाली है इनकी गवाही है कि ये 2 साल से इनके पीछे सर की नस दब गई थी और इनके सर में बहुत दर्द हो रहा था ये बहुत दवाई करवाई लेकिन ठीक नहीं हो रही थी तो मैंने इनको अपने क्राइस्ट एम्बेसी चर्च के बारे में बताया
फिर ये ऑनलाइन मीटिंग अटेंड की, 6 महीने से अटेंड कर रही हैं। अब ये चंगी हैं, इसलिए परमेश्वर का धन्यवाद दे रही हैं और धन्यवाद दे रही हैं पास्टर आइजैक सर का। थैंक यू पास्टर, लव यू पास्टर। ਤੁਸੀਂ ਕਦੀ ਨਾ ਸੋਚੋ ਕਿ ਤੁਸੀਂ ਕੁਝ ਗਲਤੀ ਕਰ ਦਿੱਤੀ ਆ, ਤੁਸੀਂ ਐਡਾ ਵੱਡਾ ਕੰਮ ਕਰ ਦਿੱਤਾ ਕਿ ਪਰਮੇਸ਼ਰ ਦਾ ਪ੍ਰੇਮ ਤੁਹਾਡੇ ਵਾਸਤੇ ਖਤਮ ਹੋ ਗਿਆ। ਇਹ ਕਦੀ ਨਾ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਬੇਕਾਰ ਸਮਝੋ, ਕਿਉਂਕਿ ਜਦੋਂ ਤੁਸੀਂ 24 ਘੰਟੇ ਪ੍ਰੇਮ ਵਿੱਚ ਚੱਲਦੇ ਹੋ ਤਾਂ ਤੁਸੀਂ 24 ਘੰਟੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲਦੇ ਹੋ, ਪਰਮੇਸ਼ਰ ਦੀ ਭਰਪੂਰੀ ਵਿੱਚ ਚੱਲਦੇ ਹੋ। ਅਗਰ ਤੁਸੀਂ ਉਧਾਰ ਵਿੱਚ ਚੱਲਣਾ ਤਾਂ ਤੁਹਾਨੂੰ ਪ੍ਰੇਮ ਕਰਨਾ ਪਵੇਗਾ। ਤਾਂ ਪ੍ਰੇਮ ਸਿਰਫ ਮੂੰਹ ਦਾ ਨਹੀਂ ਹੈ, ਪ੍ਰੇਮ ਦੇ ਵਿੱਚ ਤੁਸੀਂ ਇੱਕ ਕਦਮ ਉਠਾਉਂਦੇ ਹੋ। ਜਿਸ ਤਰ੍ਹਾਂ ਪਰਮੇਸ਼ਰ ਨੇ ਸਾਡੇ ਨਾਲ ਪ੍ਰੇਮ ਕੀਤਾ ਤਾਂ ਉਹਨੇ ਕੁਝ ਕੀਤਾ। ਜੋ ਸਮਾਨ ਉਹਨੇ ਯੀਸ਼ੂ ਮਸੀਹ ਨੂੰ ਦਿੱਤਾ, ਜੋ ਮੌਕਾ ਉਹਨੇ ਯੀਸ਼ੂ ਮਸੀਹ ਨੂੰ ਦਿੱਤਾ, ਉਹੀ ਮੌਕਾ ਉਹਨੇ ਮੈਨੂੰ ਔਰ ਤੁਹਾਨੂੰ ਦਿੱਤਾ। ਹਾਲੇਲੂਇਆ। ਉਹਨੇ ਮੈਨੂੰ ਔਰ ਤੁਹਾਨੂੰ ਉਹਦੇ ਕੋਲ ਬੁਲਾ ਲਿਆ। ਸਾਡਾ ਜੋ ਸੰਬੰਧ ਟੁੱਟ ਗਿਆ ਸੀਗਾ ਉਸਨੇ ਉਹਨੂੰ ਜੋੜ ਦਿੱਤਾ। ਗਲੋਰੀ ਕਿਹਦੀ ਵਜ੍ਹਾ ਨਾਲ? ਪ੍ਰੇਮ ਦੀ ਵਜ੍ਹਾ ਨਾਲ। ਆਦੇਸ਼ ਦਿਨ ਬਿਮਾਰੀ ਨੂੰ ਉਹਨਾਂ ਦੇ ਸਰੀਰ ਵਿੱਚੋਂ ਜਾਣਦਾ ਯੀਸ਼ੂ ਮਸੀਹ ਨਾਮ ਦੇ ਵਿੱਚ। ਮੈਂ ਉਹਨਾਂ ਸ਼ੁੱਧ ਆਤਮਾ ਨੂੰ, ਕਮਜ਼ੋਰੀ ਵਾਲੀ ਆਤਮਾ ਨੂੰ, ਬਿਮਾਰੀ ਵਾਲੀ ਆਤਮਾ ਨੂੰ ਮੈਂ ਆਦੇਸ਼ ਦਿੰਦਾ ਉਹਨਾਂ ਦੇ ਸਰੀਰ ਵਿੱਚੋਂ ਜਾਣਦਾ ਔਰ ਵਾਪਸ ਨਹੀਂ ਆਉਂਦਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। तू पवित्र है परमेश्वर, तू महान है। हम तुझको सारी महिमा देते हैं क्योंकि तू ही उसके योग्य है। तू पवित्र, 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 तू पवित्र। तुझको महिमा महिमा, तुझको महिमा महिमा, तुझको महिमा महिमा, तुझको महिमा महिमा। तुझको आदर देते हैं परमेश्वर, सारा सारा सम्मान से तेरा। हाँ, तुझको आदर, सारा आदर, तुझको आदर, सारा आदर, तुझको आदर, सारा आदर। तू ही योग्य है, तू है योग्य, तू है योग्य, तू है योग्य, तू है योग्य, तू योग्य है। सारे स्तुति तू है योग्य, सारे सम्मान तू हमारे हाथों को उठाने के योग्य है परमेश्वर। तू है योग्य, तू है योग्य, तुझको महिमा महिमा। अपने हाथों को उठाकर उसको महिमा दीजिए। महिमा जहाँ कहीं आप है उसकी आराधना कीजिए, उसको महिमा दीजिए। पृथ्वी उसकी आराधना करती है। तुझको महिमा महिमा। तू पवित्र है परमेश्वर, तू पवित्र, तू पवित्र, तू पवित्र, तू पवित्र। हाँ तू है, तू पवित्र, तू पवित्र, तू पवित्र, तू पवित्र। तुझको महिमा, तुझको महिमा महिमा।
उसकी स्तुति कीजिए, उसकी आराधना कीजिए, सारी महिमा उसकी है। तुझको महिमा महिमा, तुझको महिमा महिमा, सारा आदर प्रभु तुझे देते हैं, सारा आदर तुझको, आदर सारा आदर तुझको, आदर तुझको, आदर सारा आदर तुझको, आदर सारा आदर, सारी महिमा सारी स्तुति के तू ही योग्य है। महिमा तुझको, महिमा महिमा, तू योग्य है, सारे आदर सारे सम्मान सारे स्तुति के योग्य परमेश्वर तू है योग्य, तेरा नाम ऊंचा उठाते हैं, ओ धन्यवाद परमेश्वर। ਹਾਲੇਲੂਇਆ। ਆਪਣੇ ਹੱਥਾਂ ਨੂੰ ਸਵਰਗ ਵੱਲ ਚੱਕਾਂਗੇ। ਈਰਾਬਾ ਸਾਖਾ ਲਰਬਾ ਖਾਂਦਰਬਾ, ਬਾਤਚੀਤ ਕਰੋ ਪਰਮੇਸ਼ਵਰ ਦੇ ਨਾਲ। ਹਰੇਸੇ ਤੇ ਲੇਰੇ ਇਨ ਤਲਰਬਾ, ਉਹਦੀ ਹਜ਼ੂਰੀ ਮਹਾਨ ਹੈ। ਰਖੁੰਦਰਬਾ ਲੀਗਾ ਬਹਾਸਾ ਕਲਰਬਾ ਖਾਂਦਰਬਾ। ਹਾਂ ਪਿਤਾ ਪਰਮੇਸ਼ਵਰ, ਤੁਸੀਂ ਦਇਆਵਾਨ ਹੋ, ਤੁਸੀਂ ਮਹਿਮਾ ਦੇ ਪਿਤਾ ਹੋ, ਸ਼ਾਂਤੀ ਦੇ ਪਰਮੇਸ਼ਰ ਹੋ। ਤੁਹਾਡੇ ਵਰਗਾ ਕੋਈ ਨਹੀਂ ਹੈ ਪ੍ਰਭੂ। ਧੰਨਵਾਦ ਕਰਦੇ ਪਿਤਾ, ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਜੀ। ਤੁਹਾਡੇ ਲਿਖੇ ਹੋਏ ਵਚਨਾਂ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਹਾਂ ਉਸ ਜੀਵਨ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ। ਧੰਨਵਾਦ ਕਰਦੇ ਹਾਂ ਮੇਰੇ ਪਿਤਾ। ਹਾਂ ਪ੍ਰਭੂ, ਸਾਰੀ ਦੁਨੀਆ ਤੁਹਾਡੀ ਹੈ ਔਰ ਦੁਨੀਆ ਦੇ ਸਾਰੇ ਦੇਸ਼ ਤੁਹਾਡੇ ਆ। ਪ੍ਰਭੂ ਯੀਸ਼ੂ ਮਸੀਹ ਸਭ ਦਾ ਪ੍ਰਭੂ ਹੈ। ਇਹ ਭਾਰਤ ਯੀਸ਼ੂ ਮਸੀਹ ਦਾ। ਅਸੀਂ ਸਾਰੇ ਤੁਹਾਡੇ ਹੱਥਾਂ ਦੀ ਰਚਨਾ। ਧੰਨਵਾਦ ਕਰਦੇ ਇਸ ਸਮੇਂ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ ਕਿ ਅਸੀਂ ਤੁਹਾਡੇ ਵਚਨਾਂ 'ਚੋਂ ਸਿੱਖੀਏ ਔਰ ਅੱਗੇ ਵਧੀਏ। ਅਸੀਂ ਕਹਿੰਦੇ ਹਾਂ ਪ੍ਰਭੂ, ਅਸੀਂ ਤੁਹਾਡੇ ਨਾਲ ਪ੍ਰੇਮ ਕਰਦੇ ਹਾਂ। ਸਾਡੇ ਦਿਲ ਆਭਾਰ ਨਾਲ ਭਰੇ ਹੋਏ ਆ। ਧੰਨਵਾਦ ਕਰਦੇ ਹਾਂ ਔਰ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਆਮੇਨ। ਪ੍ਰੇਜ਼ ਦ ਲਾਰਡ। ਬੈਠ ਸਕਦੇ ਹੋ। ਹਾਲੇਲੂਇਆ। ਜ਼ੋਰ ਨਾਲ ਚਲਾ ਸਕਦੇ ਹੋ। ਮਹਿਮਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਪਰਮੇਸ਼ਵਰ ਇਹ ਚਾਹੁੰਦੇ ਆ ਕਿ ਯੀਸ਼ੂ ਮਸੀਹ ਦਾ ਜੋ ਚਰਚ ਹੈ ਉਹ ਇੱਕ ਪ੍ਰਭਾਵੀਪਨ ਔਰ ਫਲਦਾਈਪਨ ਦੀ ਜਗ੍ਹਾ ਤੇ ਆ ਜਾਵੇ। ਪਰਮੇਸ਼ਵਰ ਚਾਹੁੰਦੇ ਆ ਕਿ ਜੋ ਉਹਦਾ ਚਰਚ ਹੈ ਉਹ ਮੈਚੁਰ ਹੋ ਜਾਏ। ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੀ ਚੀਜ਼ਾਂ ਵਿੱਚ ਵਿਅਸਤ ਹੋ ਜਾਈਏ। ਅਸੀਂ ਪਰਮੇਸ਼ਵਰ ਦੀਆਂ ਚੀਜ਼ਾਂ ਵਿੱਚ ਅੱਗੇ ਵਧੀਏ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਆਤਮਿਕ ਹੋ ਜਾਈਏ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਪਰਮੇਸ਼ਵਰ ਕੀ ਚਾਹੁੰਦਾ। ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਪ੍ਰਭਾਵੀ ਹੋ ਜਾਈਏ। ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਫਲਦਾਈ ਹੋ ਜਾਈਏ। ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੀਆਂ ਚੀਜ਼ਾਂ ਵਿੱਚ ਵੱਧ ਜਾਈਏ। ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਆਤਮਿਕ ਹੋ ਜਾਈਏ ਔਰ ਉਹ ਇਹ ਸਾਰੀਆਂ ਚੀਜ਼ਾਂ ਇਸ ਲਈ ਚਾਹੁੰਦਾ ਤਾਂ ਕਿ ਅਸੀਂ ਦੁਨੀਆ ਦੇ ਔਰ ਸੰਸਾਰ ਦੇ ਸ਼ਿਕਾਰ ਨਾ ਬਣੀਏ। ਪ੍ਰੇਜ਼ ਦ ਲਾਰਡ। ਹਾਲੇਲੂਇਆ।
ਬਹੁਤ ਸਾਰੇ ਲੋਕ ਹੈ ਜੋ ਹਾਲਾਤਾਂ ਦੇ ਸ਼ਿਕਾਰ ਹੈ, परिस्थितियां ਦੇ ਮਾਰੇ ਹੋਏ ਆ। ਕੁਛ ਵੀ ਦੁਨੀਆ ਵਿੱਚ ਹੁੰਦਾ ਵਾ, ਉਹਨਾਂ ਦੀ ਜ਼ਿੰਦਗੀ ਅਸਤ ਵਿਅਸਤ ਹੋ ਜਾਂਦੀ ਆ। ਥੋੜੀ ਸੀ ਪਰੇਸ਼ਾਨੀ ਆਂਦੀ ਆ, ਉਹ ਪਰੇਸ਼ਾਨ ਹੋ ਜਾਂਦੇ ਆ। ਤਾਂ ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਜੋ ਯੀਸ਼ੂ ਮਸੀਹ ਦਾ ਚਰਚ ਹੈ ਉੱਥੇ ਹੋਈਏ। ਔਰ ਚਰਚ ਕੌਣ ਹੈ? ਮੈਂ ਔਰ ਤੁਸੀਂ। ਪਰਮੇਸ਼ਰ ਨਹੀਂ ਚਾਹੁੰਦਾ ਕਿ ਉਹਦੀ ਕੋਈ ਵੀ ਸੰਤਾਨ परिस्थितियां ਦੇ ਨਿਯੰਤਰਣ ਵਿੱਚ ਆ ਜਾਵੇ। ਉਹ ਚਾਹੁੰਦਾ ਹੈ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਕੀ ਕਰਨਾ। ਉਹ ਚਾਹੁੰਦਾ ਕਿ ਅਸੀਂ ਨਿਯੰਤਰਣ ਵਿੱਚ ਜੀਣਾ ਸਿੱਖ ਲਈਏ। ਪ੍ਰੇਜ਼ ਦ ਲਾਰਡ। ਅਸੀਂ ਵਿਅਸਕ ਹੋ ਜਾਈਏ। ਪੜੋਸੀ ਨੂੰ ਬੋਲੋ, ਅਸੀਂ ਵਿਅਸਕ ਹੋ ਜਾਈਏ, ਅਸੀਂ ਵਿਅਸਕ ਹੋ ਜਾਈਏ। ਔਰ ਬਹੁਤ ਸਾਰੇ ਲੋਕ ਕਿੱਥੇ ਆ? ਅੱਗੇ ਪਿੱਛੇ, ਕਦੀ ਅੱਗੇ ਕਦੀ ਪਿੱਛੇ, ਕਦੀ ਅੱਗੇ ਕਦੀ ਪਿੱਛੇ। ਪਰਮੇਸ਼ਰ ਦੀ ਸਾਡੇ ਵਾਸਤੇ ਇਹ ਇੱਛਾ ਨਹੀਂ ਹੈ। ਤਾਂ ਚਲੋ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ ਅਫਸੀਆਂ ਦਾ ਪਹਿਲਾ ਅਧਿਆਇ ਔਰ 15ਵੇਂ ਵਚਨ ਤੋਂ। ਧਿਆਨ ਰੱਖੋ ਕਿ ਪਰਮੇਸ਼ਰ ਦੀ ਇੱਛਾ ਕੀ ਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਬੋਲੋ, ਪਰਮੇਸ਼ਰ ਦੀ ਇੱਛਾ ਹੈ ਕਿ ਮੈਂ ਪ੍ਰਭਾਵੀ ਹੋ ਜਾਵਾਂ, ਮੈਂ ਫਲਦਾਈ ਹੋ ਜਾਵਾਂ। ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ, ਬਹੁਤਿਆਂ ਨੂੰ ਲੱਗਦਾ ਵਾ ਕਿ ਪਰਮੇਸ਼ਰ ਨਹੀਂ ਚਾਹੁੰਦਾ ਕਿ ਉਹ ਅੱਗੇ ਵਧੀਏ। ਬਹੁਤਿਆਂ ਨੂੰ ਲੱਗਦਾ ਵਾ ਕਿ ਉਹ ਪਰਮੇਸ਼ਰ ਉਹਨਾਂ ਦਾ ਬੁਰਾ ਚਾਹੁੰਦਾ। ਬਹੁਤਿਆਂ ਨੂੰ ਇਹੀ ਲੱਗਦਾ ਵਾ ਕਿ ਪਰਮੇਸ਼ਰ ਹੀ ਆ ਜਿਨ੍ਹਾਂ ਨੇ ਉਹਨਾਂ ਦੀ ਰਾਹ ਵਿੱਚ ਰੋੜਾ ਪਾਇਆ ਹੋਇਆ। ਪ੍ਰੇਜ਼ ਦ ਲਾਰਡ। ਮੈਨੂੰ ਪਤਾ ਮੈਂ ਕੀ ਕਰ ਰਿਹਾ। ਬਹੁਤ ਸਾਰੇ ਲੋਕ ਪਰਮੇਸ਼ਰ ਨਾਲ ਲੜੀ ਜਾ ਰਹੇ ਆ। ਪ੍ਰਭੂ ਤੁਸੀਂ ਮੇਰੇ ਜੀਵਨ 'ਚ ਆ ਬੁਰਾ ਕਿਉਂ ਕੀਤਾ? ਪ੍ਰਭੂ ਨੇ ਕੁਛ ਨਹੀਂ ਕੀਤਾ ਭਾਈ। ਪਰਮੇਸ਼ਰ ਚਾਹੁੰਦਾ ਕਿ ਤੁਸੀਂ ਨਿਯੰਤਰਣ ਵਿੱਚ ਆ ਜਾਓ। ਪਰਮੇਸ਼ਰ ਚਾਹੁੰਦਾ ਤੁਸੀਂ ਅੱਗੇ ਵੱਧ ਜਾਓ। ਇਹ ਉਹਦੀ ਇੱਛਾ ਹੈ ਤੁਹਾਡੇ ਜੀਵਨ ਦੇ ਵਿੱਚ। ਤਾਂ ਕਦੀ ਵੀ ਨਾ ਸੋਚੋ ਕਿ ਅੱਗੇ ਵਧਣਾ ਤੁਹਾਡੇ ਵਾਸਤੇ ਪਰਮੇਸ਼ਰ ਦੀ ਇੱਛਾ ਨਹੀਂ ਹੈ। ਚਲੋ ਆਪਾਂ ਪੜ੍ਹਦੇ ਹਾਂ। ਇਹ ਪੌਲੁਸ ਗੱਲ ਕਰ ਰਿਹਾ ਹੈ, ਪੌਲੁਸ ਦੀ ਪ੍ਰਾਰਥਨਾ। ਉਹਨੇ ਕਿਹਾ, ਇਸ ਕਾਰਨ ਮੈਂ ਵੀ ਉਸ ਵਿਸ਼ਵਾਸ ਦਾ ਸੁਸਮਾਚਾਰ ਸੁਣ ਕੇ ਜੋ ਤੁਹਾਡੇ ਵਿੱਚ ਪ੍ਰਭੂ ਯੀਸ਼ੂ ਮਸੀਹ ਵਰ ਹੈ ਔਰ ਸਾਡੇ ਪਵਿੱਤਰ ਲੋਕਾਂ ਤੇ ਪ੍ਰਗਟ ਹੈ, ਤੁਹਾਡੇ ਵਾਸਤੇ ਧੰਨਵਾਦ ਕਰਨਾ ਨਹੀਂ ਛੱਡਦਾ ਔਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ। ਤਾਂ ਇਹ ਜੋ ਅਸੀਂ ਦੇਖਣ ਵਾਲੇ ਆ, ਇੱਕ ਪ੍ਰਾਰਥਨਾ ਅਸੀਂ ਪੜ੍ਹਿਆ। ਚਲੋ ਫਿਰ ਤੋਂ ਪੜ੍ਹਦੇ ਹਾਂ 15ਵਾਂ ਵਚਨ। ਇਸ ਕਾਰਨ ਮੈਂ ਵੀ ਉਸ ਵਿਸ਼ਵਾਸ ਦਾ ਸਮਾਚਾਰ ਸੁਣ ਕੇ ਜੋ ਪ੍ਰਭੂ ਯੀਸ਼ੂ ਮਸੀਹ ਦੇ ਉੱਪਰ ਔਰ ਸਾਰੇ ਪਵਿੱਤਰ ਲੋਕਾਂ ਤੇ ਪ੍ਰਗਟ ਹੈ, ਨੈਕਸਟ, ਤੁਹਾਡੇ ਵਾਸਤੇ ਧੰਨਵਾਦ ਕਰਨਾ ਨਹੀਂ ਛੱਡਦਾ ਔਰ ਆਪਣੀ ਆਪ ਪ੍ਰਾਰਥਨਾ ਵਿੱਚ ਤੁਹਾਨੂੰ ਯਾਦ ਕਰਦਾ। ਅਸੀਂ ਜੋ ਅੱਗੇ ਵਧਨ ਪੜ੍ਹਨ ਵਾਲੇ ਆ, ਉਹ ਕੀ ਆ? ਪ੍ਰਾਰਥਨਾ। ਔਰ ਧਿਆਨ ਰੱਖੋ ਸੰਦਰਭ ਕੀ ਆ। ਇਹ ਪ੍ਰਾਰਥਨਾ ਕੀ? ਇਹ ਪ੍ਰਾਰਥਨਾ ਪਵਿੱਤਰ ਆਤਮਾ ਨੇ ਕੀਤੀ ਪੌਲੁਸ ਦੇ ਦੁਆਰਾ। ਪੌਲੁਸ ਨੇ ਬਹੁਤ ਸਾਰੀਆਂ ਪ੍ਰਾਰਥਨਾਵਾਂ ਕੀਤੀ ਔਰ ਪਰਮੇਸ਼ਰ ਨੇ ਇਸ ਪ੍ਰਾਰਥਨਾ ਨੂੰ ਬਹੁਤ ਜ਼ਰੂਰੀ ਸਮਝਿਆ, ਇੰਨਾ ਜ਼ਰੂਰੀ ਸਮਝਿਆ ਕਿ ਉਹਨੇ ਸਾਡੇ ਵਾਸਤੇ ਲਿਖ ਦਿੱਤਾ। ਔਰ ਧਿਆਨ ਰੱਖੋ ਕਿ ਪਵਿੱਤਰ ਆਤਮਾ ਇਹ ਪ੍ਰਾਰਥਨਾ ਕਰ ਰਿਹਾ ਔਰ ਇਹ ਪ੍ਰਾਰਥਨਾ ਕਿਹਦੀ ਇੱਛਾ ਨਾਲ ਮੇਲ ਖਾਂਦੀ ਹੋਏਗੀ? ਕਿ ਪਰਮੇਸ਼ਰ ਦੀ ਇੱਛਾ ਦੇ ਨਾਲ। ਤਾਂ ਇਹ ਅਸੀਂ ਪ੍ਰਾਰਥਨਾ ਦੇਖਣ ਵਾਲੇ ਹਾਂ। ਪ੍ਰਾਰਥਨਾ ਦੇਖ ਰਹੇ ਹਾਂ ਪੌਲੁਸ ਦੀ ਪ੍ਰਾਰਥਨਾ। ਕਿਹਦੇ ਵਾਸਤੇ? ਅਫੀਸੀਓਂ ਦੇ ਚਰਚ ਵਾਸਤੇ। ਔਰ ਅਗਰ ਇਹ ਪ੍ਰਾਰਥਨਾ ਦੇ ਅਫੀਸੀਆ ਦੇ ਚਰਚ ਵਾਸਤੇ ਅੱਛੀ ਆ ਤਾਂ ਮੇਰੇ ਔਰ ਤੁਹਾਡੇ ਵਾਸਤੇ ਵੀ ਚੰਗੀ ਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਇਹ ਸਾਨੂੰ ਕੀ ਦਿਖਾ ਰਿਹਾ? ਪਰਮੇਸ਼ਰ ਦੀ ਇੱਛਾ। ਧਿਆਨ ਰੱਖੋ, ਬਹੁਤ ਸਾਰੀ ਵਾਰੀ ਲੋਕ ਕਹਿੰਦੇ ਆ ਕਿ ਮੈਨੂੰ ਪਰਮੇਸ਼ਰ ਦੀ ਇੱਛਾ ਨਹੀਂ ਪਤਾ, ਬਟ ਤੁਸੀਂ ਬਾਈਬਲ ਪੜ੍ਹੋਗੇ ਤਾਂ ਤੁਹਾਨੂੰ ਪਰਮੇਸ਼ਰ ਦੀ ਇੱਛਾ ਦਿਖਾਈ ਦੇਗੀ, ਕਿਉਂਕਿ ਪਰਮੇਸ਼ਰ ਦੀ ਇੱਛਾ ਬਾਈਬਲ ਵਿੱਚ ਲਿਖੀ ਹੋਈ ਆ। ਬਹੁਤ ਸਾਰੇ ਲੋਕ ਇਸ ਵਾਸਤੇ ਪਰੇਸ਼ਾਨ ਹੈ, ਉਹ ਇਹ ਜਾਣਨਾ ਚਾਹੁੰਦੇ ਆ ਕਿ ਮੈਨੂੰ ਜਾਣਨ ਦਾ ਕਿ ਪਰਮੇਸ਼ਰ ਦੀ ਇੱਛਾ ਕੀ ਆ। ਇੱਕ ਵਾਰ ਮੈਨੂੰ ਪਤਾ ਲੱਗ ਜਾਵੇ ਪਰਮੇਸ਼ਰ ਦੀ ਇੱਛਾ ਕੀ ਆ ਤਾਂ ਮੈਂ ਦਿਲ ਲਗਾ ਕੇ ਅੱਗੇ ਵੱਧ ਸਕਦਾ। ਅਗਰ ਤੁਸੀਂ ਬਾਈਬਲ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਦੀ ਇੱਛਾ ਕੀ ਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਪਰਮੇਸ਼ਰ ਦੀ ਇੱਛਾ ਕੋਈ ਰਹੱਸ ਨਹੀਂ ਆ, ਕੋਈ ਭੇਤ ਨਹੀਂ ਆ। ਪਰਮੇਸ਼ਰ ਦੀ ਇੱਛਾ ਬਾਈਬਲ ਵਿੱਚ ਲਿਖੀ ਹੋਈ ਆ। ਭੁੱਲੋਗੇ ਤਾਂ ਨਹੀਂ? ਤਾਂ ਇਹ ਨਾ ਲੱਭੋ ਕੋਈ ਮੈਨੂੰ ਦੱਸੋ ਪਰਮੇਸ਼ਰ ਮੇਰੇ ਜੀਵਨ ਵਿੱਚ ਕੀ ਕਰਨਾ ਚਾਹੁੰਦਾ ਵਾ। ਇਹ ਬੇਵਕੂਫੀ ਆ। ਕਿਉਂਕਿ ਅਗਰ ਤੁਸੀਂ ਪਰਮੇਸ਼ਰ ਦੀ ਇੱਛਾ ਚਾਹਣੀ ਆ ਤਾਂ ਬਾਈਬਲ ਪੜ੍ਹੋ। ਔਰ ਇੱਧਰ ਇੱਕ ਪੋਰਸ਼ਨ ਤੁਹਾਡੇ ਕੋਲ ਹੈ ਪਰਮੇਸ਼ਰ ਦੀ ਇੱਛਾ। ਇਹ ਕੀ ਆ? ਪ੍ਰਾਰਥਨਾ। ਔਰ ਪ੍ਰਾਰਥਨਾ ਕਿਹਨੇ ਕੀਤੀ ਆ? ਪਵਿੱਤਰ ਆਤਮਾ ਨੇ। ਔਰ ਪਵਿੱਤਰ ਆਤਮਾ ਸਿਰਫ ਉਹੀ ਪ੍ਰਾਰਥਨਾ ਕਰਦਾ ਜੋ ਪਰਮੇਸ਼ਰ ਦੀ ਇੱਛਾ ਨਾਲ ਮੇਲ ਖਾਂਦਾ। ਪ੍ਰੇਜ਼ ਦ ਲਾਰਡ। ਤਾਂ ਤੁਹਾਡੇ ਵਾਸਤੇ ਧੰਨਵਾਦ ਕਰਨਾ ਨਹੀਂ ਛੱਡਦਾ
ਔਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ। ਉਹ ਕੀ ਕਰ ਰਿਹਾ ਵਾ? ਉਹ ਪ੍ਰਾਰਥਨਾ ਵਿੱਚ ਯਾਦ ਕਰਦਾ। ਔਰ ਪੜ੍ਹਦੇ ਹਾਂ ਕੀ ਆ ਪ੍ਰਾਰਥਨਾ, ਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ, ਹਾਲੇਲੂਇਆ, ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਜੋ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪੂਰੀ ਪਹਿਚਾਨ ਵਿੱਚ ਗਿਆਨ ਔਰ ਪ੍ਰਕਾਸ਼ ਦੀ ਆਤਮਾ ਦੇਵੇ। ਇੱਥੇ ਮੈਂ ਕੁਝ ਸ਼ਬਦ ਜੋੜ ਰਿਹਾ ਹਾਂ, ਕਿਉਂਕਿ ਅਗਰ ਤੁਸੀਂ ਗ੍ਰੀਕ ਵਿੱਚ ਪੜ੍ਹੋਗੇ ਤਾਂ ਉਹਦਾ ਮਤਲਬ ਉਹੀ ਆ। ਤਾਂ ਉਹਨੇ ਕੀ ਕਿਹਾ? ਇਹ ਪ੍ਰਾਰਥਨਾ, ਬੋਲੋ ਪ੍ਰਾਰਥਨਾ ਪੜ੍ਹ ਰਹੇ ਹਾਂ। ਕਿਹਦੀ ਪ੍ਰਾਰਥਨਾ? ਪਰਮੇਸ਼ਰ ਦੀ। ਔਰ ਕਰ ਕੌਣ ਰਿਹਾ ਵਾ? ਪੌਲੁਸ ਨੂੰ ਇਹ ਸ਼ਬਦ ਕਿਹਨੇ ਦਿੱਤੇ? ਪਵਿੱਤਰ ਆਤਮਾ ਨੇ। ਪਵਿੱਤਰ ਆਤਮਾ ਦੇ ਦੁਆਰਾ ਉਹ ਪ੍ਰਾਰਥਨਾ ਕਰ ਰਿਹਾ ਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਜੋ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪੂਰੀ ਪਹਿਚਾਨ ਵਿੱਚ ਗਿਆਨ ਔਰ ਪ੍ਰਕਾਸ਼ ਦੀ ਆਤਮਾ ਦੇਵੇ। ਨੈਕਸਟ, ਔਰ ਤੁਹਾਡੇ ਮਨ ਦੀਆਂ ਅੱਖਾਂ ਜੋਤਿਰਮय ਹੋ ਜਾਣ, ਕਿ ਤੂੰ ਜਾਣ ਲਵੋ ਕਿ ਉਹਦੀ ਬੁਲਾਹਟ ਦੀ ਆਸ਼ਾ ਕੀ ਆ, ਔਰ ਪਵਿੱਤਰ ਲੋਕਾਂ ਵਿੱਚ ਉਹਦੀ ਵਿਰਾਸਤ, ਮਿਰਾਸ ਦੀ ਸਮਝ ਆਏਗਾ, ਆਪਾਂ ਵਿਰਾਸਤ ਪੜਾਂਗੇ। ਮਿਰਾਸ ਪੁਰਾਣਾ ਸ਼ਬਦ ਹੈ, ਕਿ ਪਵਿੱਤਰ ਲੋਕਾਂ ਵਿੱਚ ਉਹਦੀ ਵਿਰਾਸਤ ਦੀ ਮਹਿਮਾ ਦਾ ਧਨ ਕਿੱਦਾਂ ਦਾ ਵਾ। ਨੈਕਸਟ, ਔਰ ਉਹਦੀ ਸਾਮਰਥ ਜੋ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ। ਉਹਦੀ ਸ਼ਕਤੀ ਦੇ ਪ੍ਰਭਾਵ ਦੇ ਉਸ ਕਾਰਨ ਦੇ ਅਨੁਸਾਰ ਜੋ ਉਹਨੇ ਮਸੀਹ ਯੀਸ਼ੂ ਵਿੱਚ ਕੀਤਾ, ਕਿ ਉਹਨੂੰ ਮਰੇ ਹੋਏ ਵਿੱਚੋਂ ਜਿਉਂਦਾ ਕਰਕੇ ਸਵਰਗੀ ਸਥਾਨਾਂ ਤੇ ਆਪਣੇ ਸੱਜੇ ਪਾਸੇ ਬਿਠਾਇਆ ਸ਼ਬਦ ਮੈਂ ਬੋਲ ਦਿੱਤਾ, ਮੈਨੂੰ ਪਤਾ ਬਿਠਾਇਆ ਸ਼ਬਦ ਇੱਥੇ ਹੋਣਾ ਚਾਹੀਦਾ ਵਾ, ਪਰ ਉਹਨੇ 22 ਦੇ ਅੱਖਰ ਵਿੱਚ ਲਿਖਿਆ। ਤਾਂ 22 ਦੇ ਅੱਖਰ ਵਿੱਚ ਆਪਾਂ ਨੂੰ ਮਿਲੇਗਾ, 1 ਦੇ ਅੱਖਰ ਵਿੱਚ ਲਿਖ ਲਿਆ ਕਿ ਸਭ ਪ੍ਰਧਾਨ ਦਾ ਅਧਿਕਾਰ ਔਰ ਸਾਮਰਥ ਔਰ ਪ੍ਰਭੁਤਾ ਦੇ ਔਰ ਹਰ ਇੱਕ ਨਾਮ ਦੇ ਉੱਪਰ, ਜੋ ਨਾ ਕੇਵਲ ਇਸ ਲੋਕ ਦੇ ਵਿੱਚ ਪਰ ਆਉਣ ਵਾਲੇ ਲੋਕ ਦੇ ਵਿੱਚ ਵੀ ਲਿਆ ਜਾਏਗਾ, ਬਿਠਾਇਆ। ਤਾਂ ਮੈਂ ਇੱਥੇ ਬਿਠਾਇਆ ਯੂਜ਼ ਕੀਤਾ। ਪ੍ਰੇਜ਼ ਦ ਲਾਰਡ। ਕਿੰਨੇ ਲੋਕ ਹੈ ਮੇਰੇ ਨਾਲ? ਮੈਨੂੰ ਵਿਸ਼ਵਾਸ ਹੈ ਤੁਹਾਨੂੰ ਸਮਝ ਨਹੀਂ ਆ ਰਿਹਾ, ਕਿਉਂਕਿ ਮੈਂ ਸ਼ਾਇਦ ਤੇਜ਼ ਹੈ, ਮੈਂ ਹੌਲੀ ਹੌਲੀ ਪੜ੍ਹਦਾ। 17 ਥੋੜਾ ਹਲਕੇ ਵਿੱਚ ਜਾਵਾਂਗੇ ਤਾਂ ਕਿ ਕੁਝ ਚੀਜ਼ਾਂ ਅਸੀਂ ਪਕੜ ਸਕੀਏ। ਤਾਂ ਸਵਾਲ ਇਹ ਆ ਕਿ ਪਰਮੇਸ਼ਰ ਇੰਨਾ ਕਿਉਂ ਚਾਹੁੰਦਾ ਕਿ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਲੱਗ ਜਾਣ ਜੋ ਅਸੀਂ ਪੜ੍ਹ ਰਹੇ ਹਾਂ। ਪਰਮੇਸ਼ਰ ਚਾਹੁੰਦਾ ਹੈ ਕਿ ਸਾਡੇ ਕੋਲ ਕੀ ਹੋਵੇ? ਪਰਮੇਸ਼ਰ ਦੀ ਪੂਰੀ ਪਹਿਚਾਨ, ਪਰਮੇਸ਼ਰ ਦੇ ਭੇਤਾਂ ਨੂੰ, ਰਹੱਸਾਂ ਨੂੰ ਅਸੀਂ ਸਮਝ ਸਕੀਏ। ਪ੍ਰੇਜ਼ ਦ ਲਾਰਡ। ਉਹ ਚਾਹੁੰਦਾ ਕਿ ਸਾਡੇ ਕੋਲੇ ਹੋਵੇ, ਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਜੋ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪੂਰੀ ਪਹਿਚਾਨ ਵਿੱਚ, ਕਿਹਦੀ ਪਹਿਚਾਨ ਵਿੱਚ? ਪਰਮੇਸ਼ਰ ਦੀ। ਕਿਹਦੀ? ਹੈਲੋ, ਹੈ ਇੱਥੇ? ਹੌਲੀ ਹੌਲੀ ਪੜ੍ਹੋ। ਇੱਥੇ ਲਿਖਿਆ ਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਜੋ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪਹਿਚਾਨ ਵਿੱਚ, ਤਾਂ ਆਪਣੀ ਕੌਣ ਹੈ? ਪਰਮੇਸ਼ਰ। ਬੋਲੋ, ਪਰਮੇਸ਼ਰ ਦੀ ਪਹਿਚਾਨ ਵਿੱਚ। ਸਹੀ ਹੈ ਨਾ? ਹੌਲੀ ਹੌਲੀ ਪੜ੍ਹੋ, ਬਾਈਬਲ ਪੜ੍ਹਨਾ ਸਿੱਖੋ ਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਜੋ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪਹਿਚਾਨ ਵਿੱਚ, ਆਪਣੀ ਕਿਹਦੇ ਵਾਸਤੇ ਆ? ਪਰਮੇਸ਼ਰ ਵਾਸਤੇ। ਕਿ ਤੁਹਾਨੂੰ ਆਪਣੀ ਪਹਿਚਾਨ ਵਿੱਚ, ਪਹਿਚਾਨ ਕੀ ਆ? ਪੂਰੀ ਪਹਿਚਾਨ, ਗਹਿਰੀ ਪਹਿਚਾਨ, ਡੂੰਗੀ ਪਹਿਚਾਨ, ਸੰਘਣੀ ਪਹਿਚਾਨ। ਉਹ ਪਹਿਚਾਨ ਨਹੀਂ ਆ ਉਹ ਪੜੋਸ ਵਿੱਚ ਕੋਈ ਰਹਿੰਦਾ ਵਾ ਮੈਂ ਉਹਦਾ ਨਾਮ ਜਾਣਦਾ, ਨਹੀਂ। ਉਹ ਕੀ ਕਰ ਰਿਹਾ? ਗਹਿਰੀ ਪਹਿਚਾਨ, ਕਿ ਤੁਹਾਡੇ ਕੋਲ ਭੇਦਾਂ ਨੂੰ ਔਰ ਰਹੱਸਿਆਂ ਨੂੰ ਅੰਤਰ ਗਿਆਨ ਹੋਵੇ, ਗਿਆਨ ਔਰ ਪ੍ਰਕਾਸ਼ ਦਾ ਆਤਮਾ ਹੋਵੇ। ਇਹ ਸਾਰੇ ਸ਼ਬਦ ਹੈ ਜਿਹੜੇ ਤੁਹਾਨੂੰ ਦੂਸਰੇ ਵਰਜਨ 'ਚ ਮਿਲ ਜਾਣਗੇ, ਗ੍ਰੀਕ 'ਚ ਮਿਲਣਗੇ। ਕਿ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪੂਰੀ ਪਹਿਚਾਨ ਵਿੱਚ, ਉਹ ਕੀ ਚਾਹੁੰਦਾ ਵਾ? ਗਿਆਨ ਔਰ ਪ੍ਰਕਾਸ਼ ਦੀ ਆਤਮਾ ਪਰਮੇਸ਼ਰ ਇਹ ਚਾਹੁੰਦਾ, ਕਿਉਂਕਿ ਪਰਮੇਸ਼ਰ ਨੂੰ ਗਹਿਰਾਈ ਨਾਲ ਜਾਣਨਾ ਸੰਭਵ ਹੈ। ਪ੍ਰੇਜ਼ ਦ ਲਾਰਡ। ਪਰਮੇਸ਼ਰ ਨੂੰ ਇਸ ਤਰੀਕੇ ਨਾਲ ਜਾਣਨਾ ਸੰਭਵ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਪਰਮੇਸ਼ਰ ਨੂੰ ਅਸੀਂ ਗਹਿਰਾਈ ਨਾਲ ਜਾਣ ਸਕਦੇ ਹਾਂ। ਪਰ ਉਹ ਦੱਸ ਰਿਹਾ ਤੁਹਾਨੂੰ ਆਪਣੀ ਪੂਰੀ ਪਹਿਚਾਨ ਵਿੱਚ, ਯਾਨੀ ਕਿ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਜਾਣਨਾ ਸੰਭਵ ਹੈ। ਅਗਰ ਪਰਮੇਸ਼ਰ ਨੂੰ ਜਾਣਨਾ ਸੰਭਵ ਨਹੀਂ ਹੁੰਦਾ ਤਾਂ ਪਰਮੇਸ਼ਰ ਨੂੰ ਇਹ ਪ੍ਰਾਰਥਨਾ ਨਹੀਂ ਲਿਖੀ ਹੁੰਦੀ। ਲਿਖਿਆ ਪਰਮੇਸ਼ਰ ਦੀ ਪੂਰੀ ਪਹਿਚਾਨ ਵਿੱਚ ਗਿਆਨ ਔਰ ਪ੍ਰਕਾਸ਼ ਦੀ ਪੂਰੀ ਆਤਮਾ ਦੇਵੇ। ਪਰਮੇਸ਼ਰ ਇਹ ਕਿੰਨਾ ਚਾਹੁੰਦਾ ਕਿ ਉਹਨੇ ਇਸ ਪ੍ਰਾਰਥਨਾ ਨੂੰ ਸਾਡੇ ਵਾਸਤੇ ਲਿਖਿਆ, ਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਜੋ ਮਹਿਮਾ ਦਾ ਪਿਤਾ ਤੁਹਾਨੂੰ ਆਪਣੀ ਪੂਰੀ ਪਹਿਚਾਨ ਵਿੱਚ, ਗਹਿਰੇ ਗਿਆਨ ਦੇ ਵਿੱਚ ਗਿਆਨ ਔਰ ਪ੍ਰਕਾਸ਼ ਦੀ ਆਤਮਾ ਦੇਵੇ। ਬੋਲੋ, ਗਿਆਨ ਔਰ ਪ੍ਰਕਾਸ਼ ਦੀ ਆਤਮਾ ਦੇਵੇ। ਕਿਹਦੀ ਪਹਿਚਾਨ ਵਿੱਚ? ਕਿਹਦੀ ਪਹਿਚਾਨ ਵਿੱਚ? ਬੋਲੋ, ਪਰਮੇਸ਼ਰ ਦੀ ਪਹਿਚਾਨ ਵਿੱਚ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਚਲੋ ਅੱਗੇ ਪੜਾਂਗੇ। ਮੈਂ ਕਹਿੰਦਾ ਹੌਲੀ ਹੌਲੀ ਪੜ੍ਹਦਿਆਂ ਸਮਝ ਆਏਗਾ। ਔਰ ਤੁਹਾਡੇ ਮਨ ਦੀਆਂ ਅੱਖਾਂ ਜੋਤਿਰਮय ਹੋ ਜਾਣ। ਮਨ ਦੀ ਅੱਖਾਂ ਦਾ ਮਤਲਬ ਕੀ ਆ? ਤੁਹਾਡੀ ਸਮਝ ਦੀ ਅੱਖਾਂ। ਉੱਥੇ ਲਿਖਿਆ ਦ ਆਈਜ਼ ਆਫ ਯੂਰ ਅੰਡਰਸਟੈਂਡਿੰਗ। ਉਹ ਕੀ ਕਹਿ ਰਿਹਾ? ਕਿ ਤੁਹਾਡੀ ਸਮਝ ਦੀ ਅੱਖਾਂ।
ਬੋਲੋ ਓਕੇ ਕੀ ਕਰ ਰਿਹਾ? ਆਤਮਿਕ ਸਮਝ ਦੀ ਅੱਖਾਂ, ਆਤਮਿਕ ਸਮਝ ਦੀ ਅੱਖਾਂ ज्योतिर्मय हो। ਕੀ ਹੋਇਆ ਕਿ ਪ੍ਰਕਾਸ਼ ਨਾਲ ਭਰ ਜਾਵੇ, ਪ੍ਰਕਾਸ਼ ਨਾਲ ਭਰ ਜਾਵੇ। ਸਮਝ ਆ ਰਿਹਾ ਤੁਹਾਨੂੰ? ਤਾਂ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਆ ਜਾਣ। ਉਹ ਨਹੀਂ ਕਹਿ ਰਿਹਾ ਕਿ ਥੋੜਾ ਪ੍ਰਕਾਸ਼ ਆਵੇ, ਉਹ ਕਹਿ ਰਿਹਾ ਤੁਹਾਡੀ ਸਮਝ ਦੀ ਅੱਖਾਂ ਪ੍ਰਕਾਸ਼ ਨਾਲ ਭਰ ਜਾਵੇ। ਉਹ ਇੱਕ ਗੱਲ ਕਰ ਰਿਹਾ ਐਨਲਾਰਜਮੈਂਟ ਦੀ। ਕਈ ਵਾਰੀ ਹੁੰਦਾ ਨਾ ਕੋਈ ਚੀਜ਼ ਤੁਹਾਨੂੰ ਦਿਖਣੀ ਹੁੰਦੀ ਆ, ਤੁਹਾਨੂੰ ਸਹੀ ਤਰੀਕੇ ਨਾਲ ਦਿਖਾਈ ਨਹੀਂ ਦਿੰਦੀ, ਤੁਸੀਂ ਕਹਿੰਦੇ ਥੋੜੀ ਹੋਰ ਲਾਈਟ ਮਾਰੋ। ਦੇਖਿਆ ਕੁਝ ਲੋਕ ਕੰਮ ਕਰਦੇ ਆ, ਜਦੋਂ ਉਹਨਾਂ ਨੂੰ ਜ਼ਿਆਦਾ ਬਰੀਕੀ ਨਾਲ ਦੇਖਣਾ ਹੁੰਦਾ ਤਾਂ ਉਹ ਜ਼ਿਆਦਾ ਫੋਕਸ ਕਰਦੇ ਆ। ਕਦੇ ਤੁਸੀਂ ਕੀਤਾ ਹੋਣਾ ਨਾ, ਤੁਸੀਂ ਕੋਈ ਚੀਜ਼ ਪੜ੍ਹਨੀ ਆ ਔਰ ਗਹਿਰਾਈ ਨਾਲ ਜਾਣਾ ਵਾ ਤਾਂ ਤੁਹਾਨੂੰ ਜ਼ਿਆਦਾ ਲਾਈਟ ਲੱਗਦੀ ਆ। ਕੀਤਾ ਨਾ ਕਦੀ? ਜ਼ਿਆਦਾ ਪ੍ਰਕਾਸ਼ ਲੱਗਦਾ। ਉਹ ਕੀ ਕਹਿ ਰਿਹਾ? ਕਿਉਂਕਿ ਇਹ ਗੱਲਾਂ ਬੜੀਆਂ ਗਹਿਰੀਆਂ। ਉਹ ਕੀ ਕਹਿ ਰਿਹਾ ਕਿ ਤੁਹਾਡੀ ਸਮਝ ਦੀਆਂ ਅੱਖਾਂ ਪ੍ਰਕਾਸ਼ ਨਾਲ ਭਰ ਜਾਵੇ, ਉਹਦੇ ਵਿੱਚ ਬਹੁਤ ਸਾਰਾ ਪ੍ਰਕਾਸ਼ ਆ ਜਾਵੇ। ਕਿਉਂਕਿ ਕੁਝ ਚੀਜ਼ਾਂ ਵਾ ਜਿਹੜੀਆਂ ਘੱਟ ਪ੍ਰਕਾਸ਼ ਵਿੱਚ ਸਮਝ ਨਹੀਂ ਆਉਂਦੀਆਂ। ਸਾਨੂੰ ਕੀ ਕਰਨਾ ਪੈਂਦਾ? ਸਾਨੂੰ ਜ਼ਿਆਦਾ ਲਾਈਟ ਚਾਹੀਦੀ ਆ ਸਮਝਣ ਵਾਸਤੇ ਕਿ ਉੱਥੇ ਚੀਜ਼ ਕਿਹੜੀ ਆ। ਉਸ ਤੋਂ ਬਾਅਦ ਬਹੁਤ ਸਾਰੀ ਵਾਰੀ ਹੁੰਦਾ ਵਾ, ਮੋਬਾਈਲ ਫੋਨ ਹੈ ਮੰਨ ਲਓ ਕਿ ਤੁਹਾਨੂੰ ਟੈਕਸਟ ਮੈਸੇਜ ਭੇਜਦਾ ਵਾ, ਤੁਹਾਨੂੰ ਸਮਝ ਨਹੀਂ ਆ ਰਿਹਾ, ਤੁਸੀਂ ਇਹਨੂੰ ਕੀ ਕਰਦੇ ਆ? ਐਨਲਾਰਜ ਕਰਦੇ ਆ, ਜ਼ੂਮ ਕਰਦੇ ਆ। ਤੁਸੀਂ ਲਾਰਜ ਕਰਦੇ ਤੁਹਾਨੂੰ ਸਮਝ ਆਉਂਦਾ ਕਿ ਅੰਦਰ ਕੀ ਆ। ਉਹੀ ਦੱਸ ਰਿਹਾ ਕਿ ਤੁਹਾਡੀ ਸਮਝ ਦੀ ਅੱਖਾਂ ਕੀ ਹੋ ਜਾਣ? ਫੈਲ ਜਾਵੇ। ਪ੍ਰੇਜ਼ ਦ ਲਾਰਡ। ਸਮਝ ਦੀ ਅੱਖਾਂ ਕੀ ਹੋ ਜਾਵੇ? ਫੈਲ ਜਾਵੇ, ਤਾਂ ਕਿ ਤੁਹਾਨੂੰ ਇਹ ਚੀਜ਼ਾਂ ਢੰਗ ਨਾਲ ਸਮਝ ਆ ਜਾਣ, ਗਹਿਰਾਈ ਨਾਲ ਸਮਝ ਆ ਜਾਵੇ। ਕਿਹਨਾਂ ਨੂੰ ਸਮਝ ਆ ਰਹੀ ਆ? ਉਹ ਨਹੀਂ ਚਾਹੁੰਦਾ ਕਿ ਤੁਸੀਂ ਵੱਲ ਜਾਣ ਲਓ ਪੜੋਸੇ 'ਚ ਕੌਣ ਰਹਿ ਰਿਹਾ? ਮਿਸਟਰ ਸ਼ਰਮਾ ਰਹਿ ਰਿਹਾ। ਨਹੀਂ, ਕੌਣ ਮਿਸਟਰ ਸ਼ਰਮਾ? ਰਾਘਵ ਸ਼ਰਮਾ, ਰੋਹਿਤ ਸ਼ਰਮਾ, ਕਿਹੜਾ ਸ਼ਰਮਾ? ਕਿੰਨੀ ਉਮਰ ਹੈ? ਕਿੱਥੇ ਕੰਮ ਕਰਦੇ ਆ? ਇਹਦੀ ਸ਼ਾਦੀ ਹੋਈ ਕਿ ਨਹੀਂ ਹੋਈ? ਇਹਨਾਂ ਦੇ ਬੱਚੇ ਹੈ ਕਿ ਨਹੀਂ ਹੈ? ਕਿਹੜੇ ਪਿੰਡ ਦੇ ਆ? ਇਹਦੇ ਮਾਤਾ ਪਿਤਾ ਜੀ ਕੌਣ ਹੈ? ਉਹ ਕੀ ਕਰ ਰਿਹਾ? ਤੁਹਾਡੀ ਜੋ ਪਰਮੇਸ਼ਰ ਦੀ ਪਹਿਚਾਣ ਹੈ ਵੱਧ ਜਾਏ, ਫੈਲ ਜਾਏ। ਤੁਹਾਡਾ ਪਰਮੇਸ਼ਰ ਦਾ ਗਿਆਨ ਸੀਮਿਤ ਨਾ ਹੋਵੇ। ਸੋਚ ਕੇ ਦੇਖੋ ਉਹਨੇ ਕੀ ਕਿਹਾ। ਇਹ ਉਹਦੀ ਪ੍ਰਾਰਥਨਾ ਵਾ ਕਿ ਤੁਹਾਡੀ ਸਮਝ ਦੀ ਅੱਖਾਂ ਕੀ ਹੋ ਜਾਣ? ਜੋਤਿਰਮय ਹੋ ਜਾਣ। ਉੱਥੇ ਕੀ ਆ ਜਾਵੇ? ਪ੍ਰਕਾਸ਼ ਵੱਧ ਜਾਵੇ। ਪ੍ਰੇਜ਼ ਦ ਲਾਰਡ। ਜੋ ਤੁਹਾਡਾ ਪਰਮੇਸ਼ਰ ਦਾ ਗਿਆਨ ਹੈ ਵਿਕਸਿਤ ਹੋ ਜਾਵੇ, ਫੈਲ ਜਾਵੇ। ਤੁਹਾਨੂੰ ਪਰਮੇਸ਼ਰ ਢੰਗ ਨਾਲ ਸਮਝ ਆਉਣਾ ਸ਼ੁਰੂ ਹੋ ਜਾਵੇ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਹੈ ਕਿ ਮੇਰੇ ਨਾਲ? ਪੜੋਸੀ ਨੂੰ ਬੋਲੋ ਤੁਹਾਡੀ ਸਮਝ ਦੀ ਅੱਖਾਂ ਫੈਲ ਜਾਏ, ਖੁੱਲ ਜਾਣ। ਹੁਣ ਸਮਝ ਆਉਣਾ ਸ਼ੁਰੂ ਹੈ। ਬਹੁਤ ਕੁਛ ਇੱਥੇ, ਇਹਨੂੰ ਸਮਝਣ ਵਾਸਤੇ 2 ਸਾਲ ਲੱਗ ਸਕਦੇ ਆ। ਪ੍ਰੇਜ਼ ਦ ਲਾਰਡ। ਇੰਨਾ ਕੁਛ ਹੈ ਇੱਥੇ। ਮੈਂ ਕੋਸ਼ਿਸ਼ ਕਰੂੰਗਾ ਕਿ ਤੁਸੀਂ 2-4 ਸੰਡੇ ਵਿੱਚ ਸਮਝ ਲਓ ਥੋੜਾ ਬਹੁਤ। ਪ੍ਰੇਜ਼ ਦ ਲਾਰਡ। ਔਰ ਬਾਕੀ ਮੈਂ ਪ੍ਰਾਰਥਨਾ ਕਰੂੰਗਾ ਕਿ ਤੁਹਾਡੀ ਸਮਝ ਦੀ ਅੱਖਾਂ ਖੁੱਲ ਜਾਣ, ਫੈਲ ਜਾਣ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਕਿਉਂਕਿ ਬਹੁਤ ਕੁਛ ਹੈ, ਪਤਾ ਨਾ ਤੁਹਾਨੂੰ। ਤੁਸੀਂ ਜੋ ਬਾਈਸਕੋਪ ਲੈਂਦੇ ਆ, ਦੂਰਬੀਨ ਲੈਂਦੇ ਆ, ਕੁਛ ਬਾਈਸਕੋਪ ਹੁੰਦੇ ਆ ਜੋ ਇੱਥੋਂ ਤੁਸੀਂ ਉੱਥੇ ਦੇਖਦੇ ਆ, ਲੇਕਿਨ ਕੁਛ ਹੁੰਦੇ ਆ ਜਿਹੜੇ ਤੁਸੀਂ ਚੰਦਰਮਾ ਦੇਖ ਸਕਦੇ ਆ। ਕਿ ਕਿਹਨਾਂ ਨੂੰ ਦੇਖ ਸਕਦੇ? ਬਹੁਤ ਲੰਬੇ ਹੁੰਦੇ ਹੋ। ਹੁਣ ਅੱਜ ਕੱਲ੍ਹ ਗੂਗਲ ਮੈਪ ਹੈ ਨਾ, ਗੂਗਲ ਮੈਪ ਇੱਕ ਸੈਟਲਾਈਟ ਹੈ। ਤੁਹਾਡੇ ਘਰ ਦੇ ਅੰਦਰ ਵੀ ਦੱਸ ਦਿੰਦਾ ਵਾ ਕਿ ਘਰ ਕੀ ਰੱਖਿਆ ਪਿਆ ਵਾ। ਅਗਰ ਤੁਸੀਂ ਗੂਗਲ ਮੈਪ ਨੂੰ ਓਪਨ ਕਰੋ, ਲਾਰਜ ਕਰੋ, ਕਿਹਨਾਂ ਨੂੰ ਪਤਾ? ਗੂਗਲ ਮੈਪ ਦੇਖਿਆ ਤੁਸੀਂ ਕਰਦੇ ਹੋ, ਉਂਗਲ ਮਾਰਦੇ ਜਾਓ, ਫੈਲਦਾ ਜਾਂਦਾ, ਜ਼ੂਮ ਹੁੰਦਾ ਜਾਂਦਾ। ਪਹਿਲਾਂ ਦੇਸ਼ ਦਿਖਾਉਂਦਾ, ਫਿਰ ਸ਼ਹਿਰ ਦਿਖਾਉਂਦਾ, ਫਿਰ ਤੁਹਾਡਾ ਪਿੰਡ ਦਿਖਾਉਂਦਾ, ਫਿਰ ਤੁਹਾਡੀ ਗਲੀ ਦਿਖਾਉਂਦਾ ਵਾ, ਫਿਰ ਤੁਹਾਡੇ ਘਰ ਦੇ ਉੱਪਰ ਤੁਸੀਂ ਛੱਤ 'ਤੇ ਖੜੇ ਹੁੰਦੇ, ਹੱਥ ਹਿਲਾਉਂਦੇ ਆ, ਤੁਸੀਂ ਦੇਖ ਸਕਦੇ ਹੋ। ਉਹ ਕੀ ਆ? ਫੈਲਦੀ ਜਾ ਰਹੀ ਆ। ਪਹਿਲਾਂ ਕੀ ਕਹਿੰਦੇ ਆ? ਮਹਾਂਭਾਰਤ ਦੇਸ਼ ਦਾ ਵਾ, ਫਿਰ ਤੁਸੀਂ ਘਰ ਤੱਕ ਪਹੁੰਚ ਜਾਂਦੇ ਆ। ਪ੍ਰੇਜ਼ ਦ ਲਾਰਡ। ਤਾਂ ਉਸੇ ਉਹ ਕੀ ਦੱਸ ਰਿਹਾ ਕਿ ਜੋ ਪਰਮੇਸ਼ਰ ਦਾ ਗਿਆਨ ਹੈ ਉਹ ਫੈਲਦਾ ਜਾਵੇ, ਇਹਨੂੰ ਰੁਕਣਾ ਨਹੀਂ ਹੈ। ਇਹ ਬਹੁਤ ਵੱਡੀ ਚੀਜ਼ ਹੈ। ਪਰਮੇਸ਼ਰ ਦਾ ਜੋ ਤੁਹਾਡਾ ਗਿਆਨ ਹੈ ਸਟੀਕ ਹੁੰਦਾ ਜਾਵੇ। ਤੁਹਾਡੇ ਕੋਲ ਆਮ ਗਿਆਨ ਨਾ ਹੋਣਾ ਚਾਹੀਦਾ। ਤੁਹਾਡਾ ਗਿਆਨ ਕੀ ਹੋਣਾ ਚਾਹੀਦਾ? ਵੱਧਦਾ ਜਾਵੇ, ਫੈਲਦਾ ਜਾਵੇ। ਤੁਹਾਡੀ ਸਮਝ ਦੀ ਅੱਖਾਂ ਖੁੱਲਦੀਆਂ ਜਾਣ। ਸਮਝ ਆ ਰਿਹਾ ਦਾ ਮਤਲਬ ਕੀ ਆ? ਕਿ ਤੁਹਾਡੀ ਆਤਮਿਕ ਸਮਝ ਦੀ ਅੱਖਾਂ ਖੁੱਲਦੀਆਂ ਜਾਵੇ। ਇਹ ਤੁਹਾਡੇ ਵਾਸਤੇ ਪਰਮੇਸ਼ਰ ਦੀ ਇੱਛਾ, ਪਰ ਬਹੁਤੇ ਦੀ ਇੱਛਾ ਨਹੀਂ ਆ। ਪ੍ਰੇਜ਼ ਦ ਲਾਰਡ। ਬਹੁਤੇ ਦੀ ਇੱਛਾ ਕੀ ਆ? ਉਹ ਭਾਈ ਮੇਰਾ ਘਰ ਵੱਡਾ ਹੁੰਦਾ ਜਾਵੇ, ਗੱਡੀ ਵੱਡੀ ਹੁੰਦੀ ਜਾਵੇ। ਪਰਮੇਸ਼ਰ ਦੀ ਇੱਛਾ ਤੁਹਾਡੇ ਵਾਸਤੇ ਨਹੀਂ ਆ। ਪਰਮੇਸ਼ਰ ਦੀ ਇੱਛਾ ਕੁਝ ਹੋਰ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਉਹਦੀ ਪਹਿਚਾਣ ਵਿੱਚ ਵਧਦੇ ਜਾਓ। ਅਗਰ ਤੁਸੀਂ ਪਰਮੇਸ਼ਰ ਦੀ ਪਹਿਚਾਣ 'ਚ ਵਧਦੇ ਜਾਓਗੇ ਤਾਂ ਤੁਹਾਨੂੰ ਨਹੀਂ ਲੱਗੇਗਾ ਕਿ ਕੋਈ ਤੁਹਾਡਾ ਨਫ਼ਰਤ ਕਰਦਾ, ਕੋਈ ਤੁਹਾਡੇ ਨਾਲ ਪੋਲਿਟਿਕਸ ਕਰ ਰਿਹਾ। ਕਿਉਂਕਿ ਤੁਹਾਨੂੰ ਸਮਝ ਵਿੱਚ ਆ ਜਾਏਗਾ ਕਿ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਰ ਰਿਹਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿੰਨੇ ਵੱਡੇ ਹੋ,
ਤੁਸੀਂ ਸਭ ਤੋਂ ਪਿਆਰ ਕਰਨ ਪਾਓਗੇ, ਲੜਨ ਦੀ ਹਿੰਮਤ ਨਹੀਂ ਹੋਗੀ ਤੁਹਾਡੇ ਵਿੱਚ। ਹੁਣੇ 2-4 ਹਫ਼ਤੇ ਪਹਿਲੇ ਦੀ ਗੱਲ ਹੈ, ਮੈਂ ਲੀਡਰ ਵਾਸਤੇ ਪ੍ਰਾਰਥਨਾ ਕਰ ਰਿਹਾ ਸੀ, ਹੱਥ ਰੱਖ ਕੇ ਕਰ ਦੇਣਾ ਸੀ, ਹੱਥ ਰੱਖ ਕੇ ਪ੍ਰਾਰਥਨਾ, और सारे लोग गिर रहे सी। और एक लीडर है गोरेगांव दी, और अपनी 2 छोटियां लड़कियों के नाल आई सी। और जो बच्ची जो भी मैनूं देखदी है रोनी शुरू कर दिंदी है। क्यों? उन्हें देखा ये हाथ रखते हैं, सारे लोग डिग जाते हैं। हालेलुया। किन्होंने मेरी गल समझ आ रही है? वो रो रही है। क्यों? उन्हें कुछ देखा, ਉਹਦੀ ਸਮਝ ਕੁਛ ਅਲੱਗ ਹੋ ਗਈ। ਪ੍ਰੇਜ਼ ਦ ਲਾਰਡ। तो की दस रहा कि ਤੁਹਾਡੀ ਸਮਝ ਦੀ ਅੱਖਾਂ ਖੁੱਲ ਜਾਣ, ਫੈਲਦੀ ਜਾਏ। ਬੋਲੋ ਸਮਝ ਦੀ ਅੱਖਾਂ ਫੈਲਦੀਆਂ ਜਾਵੇ, ਸਮਝ ਦੀ ਅੱਖਾਂ ਫੈਲਦੀਆਂ ਜਾਣ, ਸਮਝ ਦੀ ਅੱਖਾਂ ਫੈਲਦੀਆਂ ਜਾਵੇ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਸਮਝ ਦੀ ਅੱਖਾਂ ਫੈਲਦੀਆਂ ਜਾਵੇ ਤਾਂ ਤੁਹਾਨੂੰ ਫਰਕ ਨਹੀਂ ਪਏਗਾ ਕਿ ਕੌਣ ਤੁਹਾਡੇ ਬਾਰੇ ਕੀ ਸੋਚ ਰਿਹਾ। ਉਹ ਬੱਚੀ ਹੈ ਨਾ, ਮੈਂ ਉਹਦੇ ਵਾਸਤੇ ਪ੍ਰਾਰਥਨਾ ਨਹੀਂ ਕਰ ਸਕਦਾ, ਕਿਉਂਕਿ ਮੈਂ ਕਦੀ ਕਦੀ ਬੱਚੇ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਨਹੀਂ ਕਰਦਾ, ਕਿਉਂਕਿ ਕਦੀ ਕਦੀ ਬੱਚੇ ਮੇਰੇ ਤੋਂ ਡਰ ਜਾਂਦੇ ਆ। ਮੈਨੂੰ ਇਸ ਵਾਸਤੇ ਕਿਸੇ ਵਾਸਤੇ ਲੜਨਾ ਪਸੰਦ ਨਹੀਂ ਆ, ਕਿਉਂਕਿ ਮੈਂ ਲੜ ਰਿਹਾ ਤਾਂ ਤੁਸੀਂ ਮਰ ਜਾਓਗੇ, ਤਾਂ ਬੈਟਰ ਮੈਂ ਤੁਹਾਡੇ ਨਾਲ ਨਾ ਲੜਾਂ। ਕਿਉਂਕਿ ਮੇਰਾ ਤੁਹਾਡੇ ਨਾਲ ਲੜਨ ਦਾ ਮਤਲਬ ਹੈ ਕਿ ਅਗਰ ਮੈਂ ਸਿਰਫ ਬੋਲ ਦੇਵਾਂ ਕਿ ਪ੍ਰਭੂ ਇਹ ਮੇਰੇ ਸ਼ਤਰੂ ਹੈ, ਸਾਰੇ ਸਵਰਗਦੂਤ ਤੁਹਾਡੀ ਜਾਨ ਦੇ ਪਿੱਛੇ ਪੈ ਜਾਣਗੇ। ਮੈਂ ਚਾਹ ਕੇ ਵੀ ਨਹੀਂ ਸੋਚ ਸਕਦਾ ਕਿ ਕੋਈ ਮੇਰੇ ਸ਼ਤਰੂ ਹੈ, ਕੋਈ ਮੇਰਾ ਬੁਰਾ ਚਾਹੁੰਦਾ। ਅਗਰ ਕੋਈ ਮੇਰਾ ਬੁਰਾ ਚਾਹੁੰਦਾ, ਮੈਂ ਪ੍ਰਾਰਥਨਾ ਕਰੂੰਗਾ ਪ੍ਰਭੂ ਇਹਦੀ ਬੁੱਧੀ ਬਦਲ ਜਾਵੇ। ਪ੍ਰੇਜ਼ ਦ ਲਾਰਡ। मैं सोच नहीं सकता कि कोई मेरे बुरे बारे में बुरा सोच सकता और मैं उल्टा बुरा सोचा, मैं नहीं कर सकता। मैनू पता कि परमेश्वर की पहचान मेरे अंदर है। प्रेज द लॉर्ड। हालेलुया। तो मैनू किसी नाल कोई नफरत नहीं है, मेरा कोई शत्रु नहीं है, और किसी की वजह ना मैं अपना काम करना बंद नहीं कर सकता। ये नहीं है कि तुम चर्च में जाओ, तुम मैंने चांटा मार दो और मैं कहूँगा मैं चर्च नहीं आना। मैं कहूँगा मैं क्यों नहीं? किन्ने लोग मैनू गाला कढ़दे आ, ਇਹਦਾ थोड़ी मतलब थोड़ी कि मैं चर्च आना बंद कर दूँ। किसी ने तुसीं लड़ पे, ਤੁਸੀਂ ਉਹਨੂੰ ਕਹੋ ਹੁਣ ਮੈਂ ਚਰਚ ਨਹੀਂ ਆਊਂਗਾ, ਮੈਂ ਕਹੂੰਗਾ ਭਾਈ ਤੁਹਾਡੀਆਂ ਅੱਖਾਂ ਖੁੱਲ੍ਹਣੀਆਂ ਬਾਕੀ ਆ, ਤੁਸੀਂ ਅਜੇ ਸਮਝ ਵਿੱਚ ਬੱਚੇ ਹੋ। ਹੁੰਦਾ ਬਹੁਤ ਸਾਰੀ ਵਾਰ ਸਾਡੀ ਨਹੀਂ ਸੁਣੀ ਜਾ ਰਹੀ, ਫਿਰ ਬਸ ਇਹ ਕਾਫੀ ਹੈ ਛੱਡਣ ਵਾਸਤੇ। ਤੁਸੀਂ ਕੀ ਹੋ? ਸਮਝ ਵਿੱਚ ਬੱਚੇ ਹੋ। ਕਿਸੇ ਨੇ ਤੁਹਾਨੂੰ ਕਿਹਾ ਉੱਠ ਕੇ ਇੱਧਰ ਉੱਧਰ ਭੇਜਾ, ਹੁਣ ਨਹੀਂ ਅਸੀਂ ਆਵਾਂਗੇ, ਮੈਂ ਕਹੂੰਗਾ ਤੁਸੀਂ ਪਰਮੇਸ਼ਰ ਨੂੰ ਕੁਛ ਨਹੀਂ ਜਾਣਦੇ। ਅਗਰ ਛੋਟੀ ਜਿਹੀ ਗੱਲ ਤੋਂ ਤੁਸੀਂ ਪਰੇਸ਼ਾਨ ਹੋ ਗਏ ਤਾਂ ਪਰਮੇਸ਼ਰ ਦੀ ਤੁਹਾਡੀ ਪਹਿਚਾਣ ਕੀ ਹੈ? ਬੱਚਿਆਂ ਵਾਲੀ। ਪ੍ਰੇਜ਼ ਦ ਲਾਰਡ। ਤਾਂ ਕੀ ਦੱਸ ਰਿਹਾ ਕਿ ਤੁਹਾਡੀ ਸਮਝ ਦੀ ਅੱਖਾਂ ਕੀ ਹੁੰਦੀ ਜਾਣ? ਜੋਤਿਰਮय ਹੁੰਦੀ ਜਾਵੇ, ਉਹ ਫੈਲਦੀ ਜਾਵੇ। ਸਮਝ ਆ ਰਿਹਾ? ਐਨਲਾਰਜ। ਅੱਜ ਪਰਮੇਸ਼ਰ ਨੂੰ ਅੱਜ ਨਾ ਜਾਣਿਓ, ਕੱਲ੍ਹ ਕਿੰਨਾ ਜਾਣ ਲਓ ਹੋਰ ਜ਼ਿਆਦਾ, ਕੱਲ੍ਹ ਕੋਲ ਜਦੋਂ ਹੋਰ ਜ਼ਿਆਦਾ, ਅਗਲੇ ਦਿਨ ਹੋਰ ਜ਼ਿਆਦਾ, ਫਿਰ ਹੋਰ ਜ਼ਿਆਦਾ। ਤੁਸੀਂ ਕੀ ਹੋਵੇ? ਤੁਹਾਡਾ ਪਰਮੇਸ਼ਰ ਦਾ ਗਿਆਨ ਲਗਾਤਾਰ ਵੱਧਦਾ ਜਾਵੇ, ਨਾ ਕਿ ਤੁਹਾਨੂੰ ਪਤਾ ਲੱਗੇ ਕੌਣ ਤੁਹਾਡਾ ਸ਼ਤਰੂ ਹੈ। ਪ੍ਰੇਜ਼ ਦ ਲਾਰਡ। ਕੌਣ ਤੁਹਾਡੇ ਬਾਰੇ ਕੀ ਬੁਰਾ ਕਹਿ ਰਿਹਾ। अरे बताओ, मैं दसो किहड़ा बारे मेरे बारे बोलता। ये ज्ञान ना लवो, और ज्ञान लेना है तो किहदा लवो? परमेश्वर का। हालेलुया। प्रेज द लॉर्ड। बोलो परमेश्वर की पहचान विच अखां की हुंदियां जान, समझ दी अखां की हुंदियां जान, फैलदियां जावे। प्रेज द लॉर्ड। हुण समझ आना शुरू है कि तुहाडे मन दी अखां, तुहाडीआं समझ दी अखां ज्योतिर्मय हो जान कि तुसीं जान लवो कि उहदी बुलाहट दी आशा की है, और पवित्र लोगों में ਉਹਦੀ ਵਿਰਾਸਤ ਦੀ ਮਹਿਮਾ ਦਾ ਧਨ ਕਿੱਦਾਂ ਦਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਉਹ ਇੰਨਾ ਕਿਉਂ ਚਾਹੁੰਦਾ? ਉਹ ਕਿਉਂ ਚਾਹੁੰਦਾ ਕਿ ਸਾਡੇ ਨਾਲ ਇੱਦਾਂ ਹੋਵੇ? ਕਿਉਂਕਿ ਬਹੁਤ ਸਾਰੇ ਲੋਕ ਹੈ ਜੋ ਹਮੇਸ਼ਾ ਚੁਣੌਤੀ ਵਿੱਚ ਹੀ ਰਹਿੰਦੇ ਆ। ਇੱਕ ਚੁਣੌਤੀ ਵਿੱਚ ਨਿਕਲੇ ਦੂਜੀ ਚੁਣੌਤੀ ਵਿੱਚ, ਉਹਨਾਂ ਨਾਲ ਹਮੇਸ਼ਾ ਕੁਛ ਨਾ ਕੁਛ ਹੁੰਦਾ ਰਹਿੰਦਾ। ਕਦੀ ਉਹਨਾਂ ਨੂੰ ਮਿਲੋ, ਆਹ ਚੱਲ ਰਿਹਾ ਭਾਈ, ਫਿਰ ਪਰਸੋਂ ਮਿਲਿਓ, ਹੁਣ ਆਹ ਪਰੇਸ਼ਾਨੀ ਹੈ। ਉਹਨਾਂ ਦੀ ਪਰੇਸ਼ਾਨੀਆਂ ਖਤਮ ਨਹੀਂ ਹੁੰਦੀਆਂ। ਇਹ ਉਸ ਤਰੀਕੇ ਨਾਲ ਹੈ ਕਿ ਬੱਚੇ ਨੂੰ ਬੁਖਾਰ ਹੋਇਆ, ਫਿਰ ਦੂਜੇ ਵਾਲੇ ਬੱਚੇ ਨੂੰ ਬੁਖਾਰ ਹੋਇਆ, ਫਿਰ ਪਤੀ ਨੂੰ ਬੁਖਾਰ ਹੋਇਆ, ਫਿਰ ਮੈਡਮ ਨੂੰ ਬੁਖਾਰ ਹੋ ਗਿਆ, ਹੁਣ ਫਿਰ ਬੱਚੇ ਨੂੰ ਹੋ ਗਿਆ। ਉਹਨਾਂ ਦੀ ਜ਼ਿੰਦਗੀ ਵਿੱਚ ਇੱਧਰੋਂ ਪਰੇਸ਼ਾਨੀ ਖਤਮ ਹੁੰਦੀ ਹੈ, ਇੱਧਰੋਂ ਸ਼ੁਰੂ ਹੋ ਜਾਂਦੀ, ਇੱਧਰੋਂ ਖਤਮ ਹੋਈ, ਇੱਧਰ ਸ਼ੁਰੂ ਹੋ ਜਾਂਦੀ। ਉਹਨਾਂ ਦੀ ਪੂਰੀ ਜ਼ਿੰਦਗੀ ਵਿੱਚ ਚੁਣੌਤੀਆਂ ਚੱਲਦੀਆਂ ਰਹਿੰਦੀਆਂ। ਜਦੋਂ ਵੀ ਪੁੱਛੋ ਕਿੱਦਾਂ ਹੋ, ਉਹ ਇਹੀ ਦੱਸੂਗਾ ਕੀ ਪਰੇਸ਼ਾਨੀ ਚੱਲ ਰਹੀ ਹੈ, ਔਰ ਮੌਕਾ ਲੱਭ ਰਿਹਾ ਕਦੋਂ ਪਾਸਟਰ ਨਾਲ ਮਿਲੀਏ ਔਰ ਸਾਰੀ ਪਰੇਸ਼ਾਨੀਆਂ ਪਾਸਟਰ ਨੂੰ ਦੱਸੀਏ। ਉਹਨਾਂ ਦੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਖਤਮ ਹੀ ਨਹੀਂ ਹੁੰਦੀਆਂ। ਪ੍ਰੇਜ਼ ਦ ਲਾਰਡ। ਔਰ ਇਸ ਵਾਸਤੇ ਪਰਮੇਸ਼ਰ ਚਾਹੁੰਦਾ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਆ ਜਾਣ ਕਿ ਤੁਸੀਂ ਹਰ ਪਰੇਸ਼ਾਨੀ ਨੂੰ ਖਤਮ ਕਰ ਸਕੋ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਬੋਲੋ ਹਰ ਪਰੇਸ਼ਾਨੀ ਨੂੰ ਖਤਮ ਕਰ ਸਕੀਏ। ਪਰਮੇਸ਼ਰ ਨਹੀਂ ਇਹ ਚਾਹੁੰਦਾ ਕਿ ਤੁਹਾਡਾ ਜੀਵਨ ਪਰੇਸ਼ਾਨੀ ਨਾਲ ਭਰਿਆ ਹੋਵੇ। ਪ੍ਰੇਜ਼ ਦ ਲਾਰਡ। ਪਰ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ? ਇਹਨਾਂ ਚੀਜ਼ਾਂ ਨੂੰ ਜਾਣਨਾ ਪਏਗਾ। ਤਾਂ ਤੁਹਾਡੀਆਂ ਸਮਝ ਦੀਆਂ ਅੱਖਾਂ, ਪੜੋਸੀ ਨੂੰ ਬੋਲੋ ਤੁਹਾਡੀ ਸਮਝ ਦੀਆਂ ਅੱਖਾਂ। ਕਿਹਦੀ ਸਮਝ ਦੀਆਂ ਅੱਖਾਂ?
ਜਾਂ ਪਾਸਟਰ ਦੀ ਸਮਝ ਦੇਖਾਂ? ਇਹ ਨਹੀਂ ਪਤਾ, ਪਾਸਟਰ ਸਾਨੂੰ ਨਹੀਂ ਸਮਝਦੇ। ਭਾਜੀ ਮੈਂ ਨਹੀਂ ਤੁਹਾਨੂੰ ਸਮਝਦਾ, ਮੈਂ ਪ੍ਰਭੂ ਨੂੰ ਸਮਝਦਾ ਵਾ। ਪ੍ਰਭੂ ਕੀ ਆ? ਪ੍ਰੇਜ਼ ਦ ਲਾਰਡ। ਪਾਸਟਰ ਨੂੰ ਸਾਡੀ ਪਰੇਸ਼ਾਨੀ ਸਮਝ ਨਹੀਂ ਆ ਰਹੀ, ਮੈਨੂੰ ਸਮਝ ਨਹੀਂ ਆ ਰਹੀ ਭਾਈ। ਤੁਹਾਨੂੰ ਪਤਾ ਮੇਰੀ ਅੱਖਾਂ ਕਿੱਡੀਆਂ ਵੱਡੀਆਂ, ਮੇਰੀ ਸਮਝ ਦੀ ਅੱਖਾਂ ਬਹੁਤ ਵੱਡੀਆਂ। ਅਗਰ ਤੁਸੀਂ ਹੱਸਦੇ ਵੀ ਨਾ ਤਾਂ ਮੈਂ ਦੱਸ ਸਕਦਾ ਤੁਸੀਂ ਕੀ ਸੋਚਦੇ ਹੋ। ਮੇਰੀ ਸਮਝ ਦੀ ਅੱਖਾਂ ਏਡੀ ਵੱਡੀਆਂ। ਅਗਰ ਤੁਸੀਂ ਐਦਾਂ ਕਰੋ ਤਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਕੀ ਸੋਚਿਆ, ਕਿਉਂਕਿ ਮੈਂ ਕੀ ਕਰ ਸਕਦਾ, ਮਾਈਕਰੋਸਕੋਪ ਨਾਲ ਪੂਰਾ ਸਮਝ ਸਕਦਾ। ਬੋਲੋ ਸਮਝ ਦੀ ਅੱਖਾਂ। ਜੋਤਿਰਮय ਹੋ ਕਿ ਤੁਸੀਂ ਜਾਣ ਲਵੋ ਕਿ ਉਹਦੀ ਬੁਲਾਹਟ ਦੀ ਆਸ਼ਾ ਕੀ ਆ। ਕੌਣ ਜਾਣ ਲਵੇ? ਕੌਣ ਜਾਣ ਲਵੇ? ਅਸੀਂ ਤਾਂ ਜਾਣਨਾ ਕਿਹਨੂੰ ਆ? ਸਾਨੂੰ। ਉਹਦੀ ਬੁਲਾਹਟ ਦੀ ਆਸ਼ਾ ਕੀ ਆ, ਔਰ ਪਵਿੱਤਰ ਲੋਕਾਂ ਵਿੱਚ ਉਹਦੀ ਵਿਰਾਸਤ ਦੀ ਮਹਿਮਾ ਦਾ ਧਨ ਕਿੱਦਾਂ ਦਾ। ਨੈਕਸਟ, ਔਰ ਉਹਦੀ ਸਾਮਰਥ। ਓ ਬੋਏ ਦਿਸ ਇਜ਼ ਹਿਊਜ। ਔਰ ਉਹਦੀ ਸਾਮਰਥ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ। ਗਲੋਰੀ ਗਲੋਰੀ ਗਲੋਰੀ, ਹਾਲੇਲੂਇਆ, ਵਾਓ ਵਾਓ ਵਾਓ। ਸੁਣ ਰਹੇ ਹੋ ਤੁਸੀਂ? ਤਾਂ ਯਿਸੂ ਮਸੀਹ ਇਸੇ ਵਾਸਤੇ ਆਇਆ। ਕਿਉਂ ਆਇਆ? ਤਾਂ ਕਿ ਸਾਨੂੰ ਕੀ ਬਣਾ ਦੇਵੇ? ਚੈਂਪੀਅਨ। ਪ੍ਰੇਜ਼ ਦ ਲਾਰਡ। ਕੀ ਬਣਾ ਦੇਵੇ? ਚੈਂਪੀਅਨ। ਯਿਸੂ ਮਸੀਹ ਇਸ ਵਾਸਤੇ ਨਹੀਂ ਆਇਆ ਕਿ ਸਾਨੂੰ ਇੱਕ ਪਰੇਸ਼ਾਨੀ ਵਿੱਚੋਂ ਕੱਢੇ ਔਰ ਇੰਤਜ਼ਾਰ ਕਰੇ ਦੂਜੀ ਪਰੇਸ਼ਾਨੀ ਕਦੋਂ ਆਏਗੀ। ਔਰ ਬਹੁਤ ਸਾਰੇ ਲੋਕ ਕਹਿੰਦੇ ਆ ਪਾਸਟਰ ਜੀ, ਬਹੁਤ ਸਾਰੇ ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਆ, ਹਾਂ ਪਾਸਟਰ ਜੀ ਹੁਣ ਇੱਕ ਵਾਰੀ ਇੱਕ ਪਰੇਸ਼ਾਨੀ ਖਤਮ ਹੋ ਗਈ ਆ, ਹੁਣ ਜਦੋਂ ਅਗਲੀ ਵਾਰੀ ਆਏਗੀ ਤਾਂ ਫਿਰ ਗੱਲ ਕਰਾਂਗੇ। ਉਹ ਭਾਈ ਅਗਲੀ ਵਾਰੀ ਕਿਉਂ ਆਏਗੀ? ਕਿਉਂ ਤੁਸੀਂ ਆਸ਼ਾ ਕਰ ਰਹੇ ਕਿ ਅਗਲੀ ਪਰੇਸ਼ਾਨੀ ਆਏਗੀ? ਕਿਉਂ ਤੁਸੀਂ ਚੁਣੌਤੀਆਂ ਵਾਸਤੇ ਤਿਆਰ ਹੋ? ਪ੍ਰੇਜ਼ ਦ ਲਾਰਡ, ਹਾਲੇਲੂਇਆ। ਬੋਲੋ ਯਿਸੂ ਮਸੀਹ ਇਸ ਵਾਸਤੇ ਆਇਆ ਕਿ ਸਾਨੂੰ ਚੈਂਪੀਅਨ ਬਣਾ ਦੇਵੇ। ਕੀ ਬਣਾ ਦੇਵੇ? ਚੈਂਪੀਅਨ ਬਣਾ ਦੇਵੇ। ਪ੍ਰੇਜ਼ ਦ ਲਾਰਡ। ਔਰ ਸਾਡੀ ਸਮਝ ਦੀ ਅੱਖਾਂ ਕੀ ਹੋ ਜਾਣ? ਖੁੱਲ ਜਾਣ, ਫੈਲ ਜਾਵੇ, ਵੱਧ ਜਾਵੇ, ਵਿਕਸਿਤ ਹੋ ਜਾਏ। ਯਾਦ ਹੋ ਜਾਏਗਾ ਨਾ ਜੋਤਿਰਮय ਦਾ ਮਤਲਬ ਕੀ ਆ? ਜੋਤਿਰਮय ਦਾ ਮਤਲਬ ਬਹੁਤ ਵੱਡਾ ਵਾ। ਪ੍ਰੇਜ਼ ਦ ਲਾਰਡ। ਉਹ ਕੀ ਦੱਸ ਰਿਹਾ ਕਿ ਉਹਦੀ ਸਾਮਰਥ, ਓ ਬੋਏ, ਉਹਦੀ ਸਾਮਰਥ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ। ਹਾਲੇਲੂਇਆ। ਬੋਲੋ ਉਹਦੀ ਸਾਮਰਥ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ, ਨਾ ਕਿ ਹੋਏਗੀ। ਸੁਣ ਰਹੇ ਹੋ? ਉਹਨੇ ਨਹੀਂ ਕਿਹਾ ਕਿ ਸਾਮਰਥ ਹੈ ਕਿ ਹੋਏਗੀ। ਹੈਲੋ, ਹੈ ਕਿ ਹੋਏਗੀ? ਮੈਂ ਪੁੱਛ ਰਿਹਾ ਮਹਾਨ ਹੈਗੀ ਆ ਕਿ ਹੋਏਗੀ? ਜੇ ਸਵਰਗ ਵਿੱਚ ਜਾਓਗੇ ਮਹਾਨ ਹੋਏਗੀ ਜਾਂ ਹੋਣੀ ਆ? ਕਿੰਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਇਹ ਸਾਮਰਥ ਹੁਣ ਹੈ ਕਿ ਹੋਣ ਵਾਲੀ ਆ? ਆਉਣ ਵਾਲੀ ਆ, ਕੱਲ ਆਏਗੀ। ਕੱਲ ਤੁਸੀਂ ਚੰਗੇ ਕੰਮ ਕਰੋਗੇ ਤਾਂ ਆਊਗੀ, ਬੁਰੇ ਕੰਮ ਕਰੋਗੇ ਤਾਂ ਚਲੇ ਜਾਏਗੀ। ਲਿਖਿਆ ਏਦਾਂ ਕੁਛ? ਉਹ ਕੀ ਕਰ ਰਿਹਾ ਕਿ ਤੁਹਾਡੀ ਸਮਝ ਦੀ ਅੱਖਾਂ ਜੋਤਿਰਮय ਹੋ ਜਾਏ, ਤੁਸੀਂ ਜਾਣ ਲਓ ਕਿ ਉਹਦੀ ਬੁਲਾਹਟ ਦੀ ਆਸ਼ਾ ਕੀ ਆ, ਔਰ ਪਵਿੱਤਰ ਲੋਕਾਂ ਵਿੱਚ ਉਹਦੀ ਵਿਰਾਸਤ ਦਾ ਧਨ ਕਿੱਦਾਂ ਦਾ, ਔਰ ਉਹਦੀ ਸਾਮਰਥ ਸਾਡੇ ਵਿੱਚ। ਬੋਲੋ ਮੇਰੇ ਵਿੱਚ ਜੋ ਵਿਸ਼ਵਾਸ ਕਰਦੇ ਆ। ਕੀ ਤੁਸੀਂ ਯਿਸੂ ਵਿੱਚ ਵਿਸ਼ਵਾਸ ਕਰਦੇ ਹੋ? ਕਿੰਨੇ ਲੋਕ ਵਿਸ਼ਵਾਸ ਕਰਦੇ ਆ? ਤਾਂ ਤੁਹਾਡੇ ਅੰਦਰ ਸਾਮਰਥ ਹੈ ਕਿ ਆਉਣ ਵਾਲੀ ਆ? ਕਿਹਨਾਂ ਨੂੰ ਸਮਝ ਆ ਰਿਹਾ? ਕੀ ਲਿਖਿਆ ਇੱਥੇ? ਉਹਦੀ ਸਾਮਰਥ। ਕਿਹਦੀ ਸਾਮਰਥ? ਕਿਹਦੀ ਸਾਮਰਥ? ਕਿਹਦੇ ਵਿੱਚ? ਸਾਡੇ ਵਿੱਚ ਕੌਣ? ਪ੍ਰਧਾਨ ਮੰਤਰੀ ਵਿੱਚ? ਹਾਂ, ਜੋ ਬਹੁਤ ਪੜ੍ਹਿਆ ਲਿਖਿਆ ਉਹਦੇ ਵਿੱਚ ਹੈ। ਕਿਹਦੇ ਵਿੱਚ ਸਾਮਰਥ ਹੈ? ਜੋ ਵਿਸ਼ਵਾਸ ਕਰਦੇ ਆ। ਤਾਂ ਇਹ ਨਾ ਕਹੋ ਕਿ ਸਾਡਾ ਪੜੋਸੀ ਦਾ ਵਿਸ਼ਵਾਸ ਨਹੀਂ ਕਰਦਾ ਪਰ ਉਹਦੇ ਕੋਲ ਪੈਸਾ ਬਹੁਤ ਹੈ, ਪਰ ਉਹਦੇ ਕੋਲ ਉਹ ਸਾਮਰਥ ਨਹੀਂ ਜੋ ਤੁਹਾਡੇ ਅੰਦਰ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਔਰ ਪਰੇਸ਼ਾਨੀ ਇਹ ਹੈ ਕਿ ਬਹੁਤ ਨੂੰ ਪਤਾ ਨਹੀਂ ਹੈ ਉਹਨਾਂ ਅੰਦਰ ਸਾਮਰਥ ਹੈ। ਉਹਨਾਂ ਨੂੰ ਲੱਗਦਾ ਉਹ ਖਾਲੀ ਹੈ, ਉਹਨਾਂ ਨੂੰ ਲੱਗਦਾ ਨਹੀਂ ਉਹਦੇ ਅੰਦਰ ਕੁਛ ਹੈ। ਔਰ ਉਹਦੀ ਸਾਮਰਥ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ। ਬੋਲੋ ਉਹਦੀ ਸਾਮਰਥ ਮੇਰੇ ਵਿੱਚ ਜੋ ਵਿਸ਼ਵਾਸ ਕਰਦੇ ਆ। ਸਹੀ ਹੈ ਨਾ? ਇਹ ਧਰਮ ਦੇ ਵਿਸ਼ੇ ਵਿੱਚ ਨਹੀਂ ਹੈ ਉਹ ਅਸੀਂ ਚਰਚ ਵਿੱਚ ਜਾਵਾਂਗੇ, ਇੱਕ ਧਰਮ ਦਾ ਨਿਕਲ ਜੇ ਦੂਜੇ ਧਰਮ 'ਚ ਜਾਵਾਂਗੇ। ਇਹ ਨਹੀਂ, ਇਹ ਵੀ ਗੱਲ ਸਾਮਰਥ ਦੇ ਵਿਸ਼ੇ ਵਿੱਚ ਹੈ। ਉਹਦੀ ਸਾਮਰਥ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ। ਉਹਦੀ ਸ਼ਕਤੀ ਦੇ ਪ੍ਰਭਾਵ ਦੇ ਉਸ ਕਾਰਿਆਂ ਦੇ ਅਨੁਸਾਰ ਜੋ ਉਹਨੇ ਮਸੀਹ ਵਿੱਚ ਕੀਤਾ ਕਿ ਉਹਨੂੰ ਮਰਿਆ ਹੋਏ ਵਿੱਚੋਂ ਜਿਉਂਦਾ ਕਰਕੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ। ਮੈਂ ਸੱਜੇ ਪਾਸੇ ਕਿਉਂ ਕਹਤਾ ਕਿ ਸੈਂਟੈਂਸ ਪੂਰਾ ਹੋ ਜਾਏ। ਕਿੰਨੇ ਮੇਰੀ ਗੱਲ ਸਮਝ ਆ ਰਹੀ ਹੈ ਕਿ ਮੈਂ ਬਿਠਾਇਆ ਇੱਥੇ ਕਿਉਂ ਜੋੜਿਆ? ਤਾਂ ਕਿ ਸਾਨੂੰ ਸਮਝ ਆ ਜਾਵੇ ਕਿ ਸੱਜੇ ਪਾਸੇ ਇੱਥੇ ਬਿਠਾਇਆ ਕਰੋ, ਸੱਜੇ ਪਾਸੇ ਪੂਰਾ। ਅਗਲੀ ਵਾਰੀ ਅਸੀਂ ਸਮਝ ਪਾਵਾਂਗੇ ਜੋ ਉਹਨੇ ਮਸੀਹ ਵਿੱਚ ਕੀਤਾ ਕਿ ਉਹਨੂੰ ਮਰਿਆ ਹੋਇਆ ਵਿੱਚੋਂ ਜਿੰਦਾ ਕਰਕੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ। ਚਲੋ ਵਾਪਸ ਚੱਲਦੇ ਹਾਂ। 19 ਕਿੰਨੀ ਮਹਾਨ ਹੈ? ਬੋਲੋ ਕਿੰਨੀ ਮਹਾਨ ਹੈ? ਤਾਂ ਉਹਨੇ ਕੀ ਕਿਹਾ? ਉਹ ਸਾਮਰਥ ਕਿੰਨੀ ਮਹਾਨ ਹੈ? ਔਰ ਸਵਾਲ ਹੈ ਸਾਮਰਥ ਕਿੰਨੀ ਮਹਾਨ ਹੈ?
ਪਹਿਲਾਂ ਉਹਨੇ ਕੀ ਕਿਹਾ, ਕਿੰਨੀ ਮਹਾਨ ਹੈ। ਹੁਣ ਸਵਾਲ ਹੈ ਕਿੰਨੀ ਮਹਾਨ ਹੈ। ਤੁਸੀਂ ਬਹੁਤ ਮਹਾਨ ਹੋ, ਪਰ ਸਵਾਲ ਹੈ ਕਿੰਨੇ ਮਹਾਨ ਹੋ। ਹੁਣ ਸਵਾਲ ਹੈ ਕਿੰਨੀ ਮਹਾਨ ਹੈ। ਉਹ ਦੱਸ ਰਿਹਾ ਕਿ ਸਾਮਰਥ ਕਿੰਨੀ ਮਹਾਨ ਹੈ। ਹੁਣ ਧਿਆਨ ਨਾਲ ਪੜੋ, ਸਵਾਲ ਕੀ ਲੱਭ ਰਿਹਾ ਕਿ ਸਾਮਰਥ ਆਖਿਰ ਮਹਾਨ ਹੈ, ਪਰ ਕਿੰਨੀ ਮਹਾਨ ਹੈ। ਚਲੋ ਦੇਖਾਂਗੇ। ਉਹਦੀ ਸਾਮਰਥ ਸਾਡੇ ਵਿੱਚ ਜੋ ਵਿਸ਼ਵਾਸ ਕਰਦੇ ਆ ਕਿੰਨੀ ਮਹਾਨ ਹੈ। ਉਹਦੀ ਸ਼ਕਤੀ ਦੇ ਪ੍ਰਭਾਵ ਦੇ ਉਸ ਕੰਮ ਦੇ ਅਨੁਸਾਰ ਜੋ ਉਹਨੇ ਮਸੀਹ ਵਿੱਚ ਕੀਤਾ, ਕਿ ਉਹਨੂੰ ਮਰਿਆ ਹੋਏ ਵਿੱਚੋਂ ਜਿਉਂਦਾ ਕਰਕੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ। ਉਹ ਕੀ ਕਹਿ ਰਿਹਾ, ਉਹ ਸਾਮਰਥ ਜਿਹਨੇ ਯੀਸ਼ੂ ਮਸੀਹ ਨੂੰ ਮਰਿਆ ਹੋਇਆ ਵਿੱਚੋਂ ਜਿਉਂਦਾ ਕੀਤਾ, ਇਹ ਉਹੀ ਸਾਮਰਥ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਜੋ ਸਾਮਰਥ ਤੁਹਾਡੇ ਅੰਦਰ ਕੰਮ ਕਰ ਰਹੀ ਆ, ਇਹ ਕਿਹਦੀ ਸਾਮਰਥ ਹੈ? ਉਹ ਸਾਮਰਥ ਹੈ ਜਿਹਨੇ ਯੀਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਕਿੱਦਾਂ ਮੈਂ ਸਾਮਰਥ ਨਾਲ ਬਿਮਾਰ ਹੋ ਸਕਦਾ? ਕਿੱਦਾਂ ਮੇਰੇ ਸਿਰ ਵਿੱਚ ਦਰਦ ਹੋ ਸਕਦਾ, ਮੇਰੇ ਪੈਰ ਵਿੱਚ ਦਰਦ ਹੋ ਸਕਦਾ, ਅੱਖਾਂ ਖਰਾਬ ਹੋ ਸਕਦੀਆਂ? ਮੇਰੇ ਨਾਲ ਨਹੀਂ ਹੋ ਸਕਦਾ, ਕਿਉਂਕਿ ਉਹ ਸਾਮਰਥ ਜਿਹੜੀ ਮੇਰੇ ਅੰਦਰ ਕੰਮ ਕਰ ਰਹੀ ਆ, ਇਹ ਉਹੀ ਸਾਮਰਥ ਹੈ ਜਿਹਨੇ ਯੀਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅਗਰ ਉਹ ਸਾਮਰਥ ਮਰੇ ਹੋਏ ਨੂੰ ਜਿਉਂਦਾ ਕਰ ਸਕਦੀ ਆ, ਤਾਂ ਮੇਰੇ ਕਿਡਨੀ ਤੋਂ ਸਹੀ ਕਰ ਹੀ ਸਕਦੀ ਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਮੇਰੇ ਹਾਰਟ ਨੂੰ ਤਾਂ ਸਹੀ ਕਰ ਹੀ ਸਕਦੀ ਆ। ਹਾਲੇਲੂਇਆ। ਮੇਰੇ ਪੈਰ ਦੀ ਸੂਜਨ ਭਜਾ ਸਕਦੀ ਆ। ਹਾਲੇਲੂਇਆ। ਬੋਲੋ, ਮੈਂ ਸਾਮਰਥ ਨਾਲ ਭਰਿਆ ਹੋਇਆ, ਮੈਂ ਸਾਮਰਥ ਨਾਲ ਭਰਿਆ ਹੋਇਆ, ਮੈਂ ਮਹਾਨ ਸਾਮਰਥ ਨਾਲ ਭਰਿਆ ਹੋਇਆ। ਔਰ ਇਹ ਸਾਮਰਥ ਕਿੰਨੀ ਮਹਾਨ ਹੈ। ਉਹਨੇ ਕੀ ਕੀਤਾ, ਮਰੇ ਹੋਏ ਯੀਸ਼ੂ ਮਸੀਹ ਨੂੰ ਜਿੰਦਾ ਕਰ ਦਿੱਤਾ। ਸੋਚ ਕੇ ਦੇਖੋ, ਇਹੀ ਕਾਰਨ ਹੈ ਕਿ ਉਹ ਕੀ ਚਾਹੁੰਦਾ ਵਾ। ਉਹ ਕਿਉਂ ਇੰਨੀ ਵੱਡੀ ਪ੍ਰਾਰਥਨਾ ਕਰ ਰਿਹਾ? ਉਹ ਚਾਹੁੰਦਾ ਹੈ ਅਸੀਂ ਇਸ ਗੱਲ ਨੂੰ ਜਾਣ ਲਈਏ, ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਸਾਡੇ ਅੰਦਰ ਹੈ ਕੀ ਆ। ਅਸੀਂ ਇੱਕ ਮਸੀਹ ਹੋਣ ਦਾ ਮਤਲਬ ਕੀ ਆ? ਇੱਕ ਮਸੀਹ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਨਹੀਂ ਆ ਕੋਈ ਚਰਚ ਜਾ ਰਿਹਾ, ਬਾਈਬਲ ਪੜ੍ਹ ਰਿਹਾ। ਇੱਕ ਮਸੀਹ ਹੋਣ ਦਾ ਮਤਲਬ ਇਹ ਆ, ਉਹ ਕਿੰਨਾ ਭਰਿਆ ਹੋਇਆ, ਸਾਮਰਥ ਨਾਲ ਭਰਿਆ ਹੋਇਆ। ਔਰ ਇਹ ਸਾਮਰਥ ਛੋਟੀ ਮੋਟੀ ਸਾਮਰਥ ਨਹੀਂ ਆ। ਇਹ ਸਾਮਰਥ ਕੀ ਆ? ਮਹਾਨ ਸਾਮਰਥ। ਇੰਨੀ ਮਹਾਨ ਹੈ ਕਿ ਇਹਨੇ ਕੀ ਕੀਤਾ, ਮਰੇ ਹੋਏ ਯੀਸ਼ੂ ਮਸੀਹ ਨੂੰ ਜਿਉਂਦਾ ਕਰ ਦਿੱਤਾ। ਹਾਲੇਲੂਇਆ, ਹਾਲੇਲੂਇਆ। ਇਸ ਸਾਮਰਥ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਹੜੀ ਸਰਕਾਰ ਆਉਂਦੀ ਕਿਹੜੀ ਜਾਂਦੀ ਆ। ਪ੍ਰੇਜ਼ ਦ ਲਾਰਡ। ਇਸ ਸਾਮਰਥ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਮੇਰੇ ਵਿੱਚ ਬੁਰਾ ਸੋਚ ਰਿਹਾ, ਕੋਈ ਅੱਛਾ ਸੋਚ ਰਿਹਾ। ਪ੍ਰੇਜ਼ ਦ ਲਾਰਡ। ਇਹ ਜੋ ਸਾਮਰਥ ਮੇਰੇ ਕੋਲ ਹੈ, ਇਹ ਬਹੁਤ ਵੱਡੀ ਆ। ਹਾਲੇਲੂਇਆ। ਇਸ ਸਾਮਰਥ ਦੇ ਨਾਲ ਮੈਂ ਕੁਝ ਵੀ ਬਦਲ ਸਕਦਾ। ਇਹ ਸਾਮਰਥ ਮੁਰਦਿਆਂ ਨੂੰ ਜਿੰਦਾ ਕਰਦੀ ਆ। ਗਲੋਰੀ। ਔਰ ਇਹ ਸਾਮਰਥ ਕਿਹਦੇ ਅੰਦਰ ਹੈ? ਕਿਹਦੇ ਅੰਦਰ ਕੰਮ ਕਰ ਰਹੀ ਆ? ਹੁਣ ਮੇਰੇ ਅੰਦਰ ਕੰਮ ਕਰ ਰਹੀ ਆ। ਗਲੋਰੀ। ਜਾਂ ਕਰਨ ਵਾਲੀ ਆ, ਜਾਂ ਕਰ ਰਹੀ ਹੈ ਕਿ ਕਰਨ ਵਾਲੀ ਆ? ਕਰ ਰਹੀ ਹੈ ਕਿ ਕਰਨ ਵਾਲੀ ਆ? ਕਰ ਰਹੀ ਆ ਕਿ ਕਰਨ ਵਾਲੀ ਆ? ਬੋਲੋ, ਮੇਰੇ ਅੰਦਰ ਮਹਾਨ ਸਾਮਰਥ ਕੰਮ ਕਰ ਰਹੀ ਆ। ਮੇਰੇ ਅੰਦਰ ਮਹਾਨ ਸਾਮਰਥ ਕੰਮ ਕਰ ਰਹੀ ਆ। ਮੇਰੇ ਅੰਦਰ ਮਹਾਨ ਸਾਮਰਥ ਕੰਮ ਕਰ ਰਹੀ ਹੈ। ਕਿੰਨੀ ਮਹਾਨ ਕਿ ਉਹਨੇ ਮੁਰਦਿਆਂ ਨੂੰ ਜਿੰਦਾ ਕਰ ਦਿੱਤਾ। ਇਸ ਸਾਮਰਥ ਨਾਲ ਮੈਂ ਪਰੇਸ਼ਾਨ ਹੋ ਜਾਵਾਂ? ਪ੍ਰੇਜ਼ ਦ ਲਾਰਡ, ਹਾਲੇਲੂਇਆ। ਮੇਰੇ ਅੰਦਰ ਕੀ ਕੰਮ ਕਰ ਰਹੀ ਆ? ਮਹਾਨ ਸਾਮਰਥ। ਤੁਸੀਂ ਪ੍ਰਾਰਥਨਾ ਕਰਦੇ ਹੋ, ਓ ਪ੍ਰਭੂ ਕੁਛ ਕਰੋ, ਕੁਛ ਕਰੋ, ਓ ਪ੍ਰਭੂ ਕੁਛ ਕਰੋ। ਕੁਛ ਨਹੀਂ ਹੋਣ ਵਾਲਾ। ਚਲੋ ਹੁਣ ਇਹ ਫੋਨ ਹੈ, ਇੱਧਰ ਆ ਜਾਓ, ਵਾਪਸ ਕਰ ਦੇਣਾ ਹੈ। ਔਰ ਮੈਂ ਇਹ ਫੋਨ ਇਹਨੂੰ ਦੇਤਾ, ਔਰ ਮੈਂ ਇੱਥੇ ਖੜਾ ਹੋ ਕੇ ਪ੍ਰਾਰਥਨਾ ਕਰ ਰਿਹਾ, ਪ੍ਰਭੂ ਫੋਨ ਕਰੋ, ਪ੍ਰਭੂ ਫੋਨ ਕਰੋ। ਕਦੋਂ ਮੇਰੀ ਪ੍ਰਾਰਥਨਾ ਉੱਤਰ ਆਏਗਾ? ਕਦੋਂ ਆਏਗਾ? ਸਿੰਪਲ। ਮੈਂ ਫੋਨ ਕਿਹਨੂੰ ਦਿੱਤਾ? ਔਰ ਮੈਂ ਇੱਥੇ ਖੜਾ ਹੋ ਕੇ ਪ੍ਰਾਰਥਨਾ ਕਰ ਰਿਹਾ, ਪ੍ਰਭੂ ਕੁਛ ਕਰੋ, ਫੋਨ ਕਰੋ। ਕਦੋਂ ਉੱਤਰ ਆਏਗਾ ਇਸ ਪ੍ਰਾਰਥਨਾ ਦਾ? ਜਵਾਬ ਦਿਓ ਨਾ, ਕਦੋਂ ਆਏਗਾ? ਕਦੀ ਆਏਗਾ? ਕਦੀ ਇਸ ਪ੍ਰਾਰਥਨਾ ਉੱਤਰ ਆਏਗਾ? ਮੈਂ ਰੋਜ਼ ਪ੍ਰਾਰਥਨਾ ਕਰ ਰਿਹਾ, ਪ੍ਰਭੂ ਕੁਛ ਕਰੋ, ਪ੍ਰਭੂ ਕੁਛ ਕਰੋ, ਫੋਨ ਕਰੋ, ਪ੍ਰਭੂ ਕੁਛ ਕਰੋ। ਕਦੀ ਇਹ ਪ੍ਰਾਰਥਨਾ ਉੱਤਰ ਆਏਗਾ? ਕਿਉਂ ਨਹੀਂ ਆਏਗਾ? ਕਿਉਂਕਿ ਫੋਨ ਮੇਰੇ ਕੋਲ, ਫੋਨ ਕਿਹਨੂੰ ਦਿੱਤਾ? ਤਾਂ ਉਸੇ ਤਰ੍ਹਾਂ ਜੋ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਕੁਛ ਕਰੋ, ਪ੍ਰਭੂ ਕੁਛ ਕਰੋ, ਪ੍ਰਭੂ ਕੁਛ ਕਰੋ। ਪ੍ਰਭੂ ਕਹਿੰਦਾ ਮੈਂ ਕਰਦਾ, ਮੈਂ ਕਰਾਂ। ਸਾਮਰਥ ਮੈਂ ਤੈਨੂੰ ਦੇਤੀ ਹੈ, ਤਾਂ ਪ੍ਰਭੂ ਕਰਾਂਗੇ, ਤੁਸੀਂ ਕਰੋ। ਕੌਣ ਕਰੇਗਾ? ਪ੍ਰਭੂ ਕਰ। ਕੌਣ? ਤੁਸੀਂ ਕਰੋਗੇ ਕਿ ਪ੍ਰਭੂ? ਇਹੀ ਕਰਨਾ ਹੈ। ਉਹ ਪਾਸਟਰ ਜੀ, ਉਹ ਪ੍ਰਭੂ ਸਾਡੀ ਪ੍ਰਾਰਥਨਾ ਨਹੀਂ ਸੁਣਦਾ। ਮੈਂ ਕਹਿੰਦਾ ਥੈਂਕ ਯੂ। ਮੈਂ ਕਹਿੰਦਾ ਪ੍ਰਭੂ ਪ੍ਰਾਰਥਨਾ ਨਹੀਂ ਸੁਣਦਾ। ਪ੍ਰਭੂ ਪ੍ਰਾਰਥਨਾ ਨਹੀਂ ਸੁਣਦਾ। ਤੁਸੀਂ ਸਮਝੇ ਨਹੀਂ ਹੈ ਕਿ ਤੁਹਾਡੇ ਅੰਦਰ ਹੈ ਕੀ ਆ। ਤੇ ਜਦੋਂ ਤੁਸੀਂ ਕਹਿ ਰਹੇ ਹੋ ਪ੍ਰਭੂ ਕਰੋ, ਪ੍ਰਭੂ ਕਰੋ, ਪ੍ਰਭੂ ਕਹਿੰਦਾ ਭਾਈ ਤੂੰ ਕਰ। ਸਾਮਰਥ ਕਿਹਦੇ ਕੋਲ ਹੈ? ਸਾਮਰਥ ਕਿਹਦੇ ਕੋਲ ਹੈ? ਹੁਣ ਕੁਛ ਲੋਕਾਂ ਨੂੰ ਝਟਕਾ ਲੱਗ ਗਿਆ, ਇੱਦਾਂ ਲੱਗ ਰਿਹਾ ਕਿ ਜਿੱਦਾਂ ਮੈਂ ਤੁਹਾਨੂੰ ਲੁੱਟ ਲਿਆ। ਅਸੀਂ ਕਹਿੰਦੇ ਆ ਪ੍ਰਭੂ ਕੁਛ ਕਰੇ, ਉਹ ਕਹਿੰਦੇ ਤੁਸੀਂ ਕੁਛ ਕਰੋ। ਸਾਮਰਥ ਕਿਹਦੇ ਕੋਲ ਹੈ? ਤਾਂ ਪ੍ਰਭੂ ਕਰੇਗਾ ਕਿ ਤੁਸੀਂ ਕਰੋਗੇ? ਹੈਲੋ, ਹੁਣ ਆਵਾਜ਼ ਹਲਕੀ ਹੋ ਗਈ ਨਾ। ਇਹ ਤਾਂ ਸੋਚਿਆ ਹੀ ਨਹੀਂ ਹੈ। ਇਹ ਕਿੱਦਾਂ ਹੋ ਗਿਆ?
ਅਸੀਂ ਤਾਂ ਬੜੇ ਆਪਣੀ ਜ਼ਿੰਦਗੀ ਤੋਂ ਬੜੀ ਪ੍ਰਾਰਥਨਾ ਕਰ ਰਹੇ ਸੀ, ਪ੍ਰਭੂ ਕਰੋ, ਪ੍ਰਭੂ ਕਰੋ। ਸਾਨੂੰ ਬੇਵਕੂਫ ਬਣਾਤਾ ਹੈ। ਇਸ ਲਈ ਉਹਨੇ ਕਿਹਾ ਕਿ ਤੁਹਾਡੀ ਸਮਝ ਦੀਆਂ ਅੱਖਾਂ ਖੁੱਲ ਜਾਣ ਤਾਂ ਕਿ ਤੁਸੀਂ ਬੇਵਕੂਫੀ ਤੋਂ ਬਾਹਰ ਆ ਸਕੋ। ਪ੍ਰੇਜ਼ ਦ ਲਾਰਡ। ਤਾਂ ਬਹੁਤ ਸਾਰੀ ਪ੍ਰਾਰਥਨਾਵਾਂ ਤੁਸੀਂ ਕਰ ਰਹੇ ਹੋ, ਤਾਂ ਅਸੀਂ ਕੀ ਕਰ ਸੀ ਬੇਵਕੂਫੀ ਦੀ। ਪ੍ਰਭੂ ਕੁਛ ਕਰੋ, ਪ੍ਰਭੂ ਕੁਛ ਕਰੋ। ਪ੍ਰਭੂ ਕਹਿੰਦਾ ਸਾਮਰਥ ਤੈਨੂੰ ਦਿੱਤੀ ਆ, ਹੁਣ ਕਰੂਗਾ ਕੌਣ? ਪ੍ਰਭੂ ਜਾਂ ਤੁਸੀਂ? ਆਵਾਜ਼ ਵੀ ਨਹੀਂ ਆ ਰਹੀ। ਜ਼ੋਰ ਨਾਲ ਬੋਲ ਸਕਦੇ ਆ, ਭਾਈ ਕੌਣ ਕਰੇਗਾ? ਤੁਸੀਂ ਕਿ ਪ੍ਰਭੂ? ਤੇ ਤੁਹਾਡੀ ਉਹ ਸਾਰੀ ਪ੍ਰਾਰਥਨਾ ਪ੍ਰਭੂ ਕੁਛ ਕਰੋ, ਉਹਦਾ ਕੋਈ ਜਵਾਬ ਨਹੀਂ ਆਉਣ ਵਾਲਾ, ਕਿਸੇ ਦਾ ਆਇਆ ਵੀ ਨਹੀਂ ਅਜੇ ਤੱਕ। ਤੁਸੀਂ ਸੋਚਦੇ ਤੁਸੀਂ ਪਾਪੀ ਆ, ਪ੍ਰਭੂ ਤੁਹਾਡੀ ਸੁਣਦਾ ਨਹੀਂ ਆ। ਪ੍ਰਭੂ ਕਹਿੰਦਾ ਭਾਈ ਸੁਣਦਾ ਰਿਹਾ, ਪਰ ਕਰੂੰਗਾ ਤੂੰ ਹੀ। ਸਾਮਰਥ ਕਿਹਦੇ ਅੰਦਰ ਹੈ? ਤੇਰੇ ਅੰਦਰ। ਇਹੀ ਅਸੀਂ ਕਿਹਾ ਕਿ ਪਰਮੇਸ਼ਰ ਕੀ ਚਾਹੁੰਦਾ, ਅਸੀਂ ਪਰਮੇਸ਼ਰ ਦੀਆਂ ਚੀਜ਼ਾਂ ਵਿੱਚ ਵੱਧ ਜਾਈਏ, ਵੱਧ ਜਾਈਏ। ਅਗਰ ਤੁਹਾਨੂੰ ਪਤਾ ਨਹੀਂ ਹੈ ਤੁਹਾਡੇ ਅੰਦਰ ਹੈ ਕੀ ਆ, ਤੇ ਤੁਸੀਂ ਉਹਨੂੰ ਇਸਤੇਮਾਲ ਨਹੀਂ ਕਰ ਸਕਦੇ। ਜਿੱਦਾਂ ਤੁਸੀਂ ਪੈਦਾ ਹੋਏ ਆ, ਤੁਸੀਂ ਹੱਥਾਂ ਨਾਲ ਪੈਦਾ ਹੋਏ ਆ, ਤੁਸੀਂ ਪੈਰਾਂ ਨਾਲ ਪੈਦਾ ਹੋਏ ਆ, ਪਰ ਤੁਹਾਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਪੈਰਾਂ ਤੋਂ ਚਿੜੀ ਚੱਲ ਪਾਵਾਂਗੇ। ਲੇਕਿਨ ਜੇ ਤੁਸੀਂ ਆਪਣੇ ਆਸ-ਪਾਸ ਲੋਕਾਂ ਨੂੰ ਚੱਲਦਾ ਦੇਖਿਆ, ਤੁਸੀਂ ਕਿਹਾ ਵਾਓ ਕਿੱਡਾ ਵੱਡਾ ਚਮਤਕਾਰ ਹੈ। ਤੁਹਾਨੂੰ ਨਹੀਂ ਪਤਾ ਤੁਸੀਂ ਆਪਣੇ ਹੱਥਾਂ ਨਾਲ ਖਾਣਾ ਖਾ ਸਕਦੇ, ਲੇਕਿਨ ਜੋ ਤੁਸੀਂ ਦੂਜਿਆਂ ਨੂੰ ਦੇਖਿਆ, ਅੱਛਾ ਮੈਂ ਵੀ ਕਰ ਸਕਦਾ, ਔਰ ਕਿਸੇ ਨੇ ਤੁਹਾਨੂੰ ਸਿਖਾਇਆ ਕਿ ਤੁਸੀਂ ਆਪਣੇ ਹੱਥਾਂ ਨੂੰ ਇਸਤੇਮਾਲ ਕਿੱਦਾਂ ਕਰੋ। ਨਹੀਂ ਤਾਂ ਤੁਹਾਡਾ ਬਸ ਚੱਲਦਾ ਤਾਂ ਮੰਮੀ ਹੁਣ ਤੁਹਾਨੂੰ ਖਾਣਾ ਖਿਲਾ ਰਹੀ ਹੁੰਦੀ। ਤੁਹਾਡਾ ਬਸ ਚੱਲਦਾ, ਤੁਸੀਂ ਮੰਮੀ ਦੀ ਗੋਦੀ ਵਿੱਚ ਹੁੰਦੇ। ਹਰ ਵਾਰ ਮੰਮੀ ਗੋਦੀ ਲੈ ਲਓ, ਮੰਮੀ ਗੋਦੀ ਲੈ ਲਓ। ਮੰਮੀ ਬੁੱਧੀਮਾਨ ਸੀ, ਮੰਮੀ ਨੇ ਤੁਹਾਨੂੰ ਸਿਖਾਇਆ ਚੱਲ ਪੈਰਾਂ 'ਤੇ ਚੱਲ। ਤਾਂ ਬਹੁਤ ਸਾਰੇ ਲੋਕ ਇੱਦਾਂ ਦੇ ਆ, ਉਹ ਆਪਣੇ ਪੈਰਾਂ 'ਤੇ ਕਦੀ ਖੜੇ ਨਹੀਂ ਹੋਏ। ਰੋਜ਼ ਸਿਰ ਉੱਠ ਕੇ ਪ੍ਰਭੂ ਕੁਛ ਕਰੋ, ਪ੍ਰਭੂ ਕੁਛ ਕਰੋ। ਪ੍ਰਭੂ ਕਹਿ ਰਿਹਾ ਸਾਮਰਥ ਤੇਰੇ ਕੋਲ ਹੈ ਭਾਈ। ਪ੍ਰੇਜ਼ ਦ ਲਾਰਡ। ਬੋਲ ਸਾਮਰਥ ਕਿਹਦੇ ਕੋਲ ਹੈ? ਕਿਹਦੇ ਕੋਲ ਹੈ? ਤਾਂ ਪ੍ਰਭੂ ਕਰੇਗਾ ਕਿ ਤੁਸੀਂ ਕਰੋਗੇ? ਬੋਲੋ ਮੇਰੇ ਅੰਦਰ ਮਹਾਨ ਸਾਮਰਥ ਕੰਮ ਕਰ ਰਹੀ ਹੈ, ਮੇਰੇ ਅੰਦਰ ਮਹਾਨ ਸਾਮਰਥ ਕੰਮ ਕਰ ਰਹੀ ਹੈ। ਪ੍ਰੇਜ਼ ਦ ਲਾਰਡ। ਸਾਮਰਥ ਕਿਹਦੇ ਅੰਦਰ ਹੈ? ਤਾਂ ਕੰਮ ਕੌਣ ਕਰੇਗਾ? ਜਾਂ ਪ੍ਰਭੂ। ਤੇ ਬਹੁਤ ਸਾਰੇ ਲੋਕ ਉਹ ਇਸ ਹੱਦ ਤੱਕ ਉਹਨਾਂ ਨੇ ਪ੍ਰਾਰਥਨਾ ਕੀਤੀ ਹੈ ਕਿ ਨਿਰਾਸ਼ ਹੋ ਗਏ। ਬੋਲੋ ਪ੍ਰਭੂ ਤੁਸੀਂ ਹੈ ਹੀ ਨਹੀਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਪ੍ਰਭੂ ਕੰਮ ਕਿੱਦਾਂ ਕਰਦਾ। ਪ੍ਰੇਜ਼ ਦ ਲਾਰਡ। ਹਾ। ਤਾਂ ਇਹਦਾ ਤੁਹਾਡੀ ਯੋਗਤਾ ਨਾਲ ਕੋਈ ਫਰਕ ਨਹੀਂ ਆ। ਕਿਹਦਾ ਨਾਲ ਮਤਲਬ ਹੈ? ਉਸ ਸਾਮਰਥ ਨਾਲ ਜੋ ਤੁਹਾਡੇ ਅੰਦਰ ਕੰਮ ਕਰ ਰਹੀ ਹੈ। ਬਿਠਾਇਆ ਉਹਨੇ ਕੀ ਕੀਤਾ? ਆਪਣੇ ਸੱਜੇ ਪਾਸੇ ਬਿਠਾਇਆ। ਯਿਸੂ ਮਸੀਹ ਕਿੱਥੇ ਬੈਠਾ? ਦਾਨੀ ਔਰ ਦਾ ਮਤਲਬ ਕੀ ਆ? ਸਾਮਰਥੀ ਔਰ। ਇਹਦਾ ਮਤਲਬ ਇਹ ਨਹੀਂ ਕਿ ਸੱਜੇ ਪਾਸੇ ਤਾਂ ਬੋਲੋ ਸੱਜੇ ਪਾਸੇ। ਬੋਲੋ ਨਹੀਂ ਇਹ ਮੇਰਾ ਸੱਜਾ ਹੱਥ ਹੈ। ਸੱਜੇ ਦਾ ਮਤਲਬ ਕੀ ਆ? ਬੋਲੋ ਇਹ ਮੇਰਾ ਸੱਜਾ ਹੱਥ ਵਾ। ਸੱਜੇ ਹੱਥ ਦਾ ਮਤਲਬ ਕੀ ਆ? ਇਹ ਮੇਰਾ ਇੰਪੋਰਟੈਂਟ ਆਦਮੀ ਆ। ਹੈਲੋ, ਸੱਜੇ ਹੱਥ ਦਾ ਮਤਲਬ ਕੀ ਆ? ਕਿ ਇੰਪੋਰਟੈਂਟ ਆਦਮੀ। ਕਿ ਸੱਜਾ ਹੱਥ ਜਦੋਂ ਉਹਨੇ ਕਿਹਾ ਆਪਣੇ ਸੱਜੇ ਪਾਸੇ ਬਿਠਾਇਆ, ਤਾਂ ਯਿਸੂ ਮਸੀਹ ਨੂੰ ਕਿੱਥੇ ਬਿਠਾਇਆ? ਇੰਪੋਰਟੈਂਟ ਜਗ੍ਹਾ, ਇੰਪੋਰਟੈਂਟ ਜਗ੍ਹਾ। ਤਾਂ ਇਹਨਾਂ ਦੇਖੋ ਕਿ ਯਿਸੂ ਪਰਮੇਸ਼ਰ ਸਿੰਘਾਸਨ ਤੇ ਬੈਠੇ ਆ, ਔਰ ਯਿਸੂ ਮਸੀਹ ਦੀ ਛੋਟੀ ਚੇਅਰ ਲੱਗੀ ਹੈ ਸੱਜੇ ਹੱਥ। ਕੁਛ ਲੋਕਾਂ ਨੂੰ ਇਹ ਦਰਸ਼ਨ ਵੀ ਆਉਂਦੇ ਆ, ਪਾਸਟਰ ਜੀ ਮੈਂ ਰਾਤੀ ਦਰਸ਼ਨ ਦੇਖਿਆ, ਪ੍ਰਭੂ ਬੈਠਾ ਔਰ ਸੱਜੇ ਪਾਸੇ ਯਿਸੂ ਮਸੀਹ ਬੈਠਾ। ਮੈਂ ਕਹਿੰਦਾ ਤੁਹਾਡਾ ਦਰਸ਼ਨ ਬਿਲਕੁਲ ਬਕਵਾਸ ਹੈ। ਇਹ ਤੁਸੀਂ ਬੰਦ ਦੂਰਬੀਨ ਤੋਂ ਦੇਖਿਆ। ਕਿੱਥੋਂ ਦੇਖਿਆ? ਮੈਂ ਦੇਖਿਆ ਬੰਦ ਦੂਰਬੀਨ ਤੋਂ। ਅਸੀਂ ਚੰਦਰਮਾ ਦੇਖਿਆ, ਦੂਰਬੀਨ ਤਾਂ ਬੰਦ ਸੀ ਭਾਈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਹੁੰਦੇ ਨਾ, ਤੁਸੀਂ ਫੋਨ ਚਾਰਜਿੰਗ 'ਤੇ ਲਗਾਇਆ ਔਰ 2 ਘੰਟੇ ਬਾਅਦ ਦੇਖਿਆ ਹੈ ਫੋਨ ਤਾਂ ਚਾਰਜ ਨਹੀਂ ਹੋ ਰਿਹਾ। ਉਹ ਭਾਈ ਸਾਹਿਬ ਤੁਸੀਂ ਬਟਨ ਹੀ ਨਹੀਂ ਔਨ ਕੀਤਾ। ਕੁਛ ਲੋਕ ਇੱਦਾਂ ਦੇ ਹੈ। ਅਸੀਂ ਦੇਖਿਆ ਸਰਵੇ 'ਚ ਦੇਖਿਆ ਉਹ ਮਰੀਅਮ ਜੀ ਉੱਥੇ ਸੀਗੀ ਔਰ ਬੈਠੀ ਹੋਈ ਸੀ। ਮੈਂ ਕਿਹਾ ਭਾਈ ਤੁਹਾਡੀ ਦੂਰਬੀਨ ਬੰਦ ਸੀ। ਇਹ ਬੰਦ ਦੂਰਬੀਨ ਦੇ ਸੁਪਨੇ ਆ, ਇਹ ਬੰਦ ਦੂਰਬੀਨ ਦਾ ਦਰਸ਼ਨ ਹੈ। ਪ੍ਰੇਜ਼ ਦ ਲਾਰਡ। ਖੁੱਲੀ ਦੂਰਬੀਨ ਨਾਲ ਦੇਖਦਾ ਤਾਂ ਇੱਦਾਂ ਦਾ ਕੁਛ ਵੀ ਦਿਖਾਈ ਨਹੀਂ ਦਿੰਦਾ। ਔਰ ਇਹ ਚਰਚ ਵਿੱਚ ਆਉਂਦੇ ਆ ਔਰ ਅਸੀਂ ਵੀ ਪੈਰ ਜਾਂਦੇ ਹਾਂ। ਉਹ ਭੈਣ ਜੀ ਨੇ ਗਵਾਹੀ ਦਿੱਤੀ, ਉਹਨੇ ਦਰਸ਼ਨ ਦੇਖਿਆ ਔਰ ਯਿਸੂ ਮਸੀਹ ਉੱਥੇ ਰੋ ਰਿਹਾ ਸੀ। ਉਹ ਗੋਡਿਆਂ ਭਰ ਬੈਠਿਆ ਰੋ ਰਿਹਾ ਪਰਮੇਸ਼ਰ ਦੇ ਸਾਹਮਣੇ। ਮੈਂ ਕਿਹਾ ਤੁਹਾਡੀ ਦੂਰਬੀਨ ਬੰਦ ਸੀ, ਉਹ ਤੁਹਾਡੀ ਦੂਰਬੀਨ ਖਰਾਬ ਹੈ, ਜਿੱਥੇ ਪਤਾ ਨਹੀਂ ਕਿਹੜੀ ਪਿਕਚਰ ਚੱਲ ਰਹੀ ਸੀ। ਪ੍ਰੇਜ਼ ਦ ਲਾਰਡ। ਇਹ ਸਵਰਗ ਵਾਲੀ ਨਹੀਂ ਹੋ ਸਕਦੀ। ਇਹ ਦਰਸ਼ਨ ਸਵਰਗ ਦਾ ਨਹੀਂ ਹੈ। ਤਾਂ ਨਾ ਹੋ ਜਾਓ ਹਰ ਵਿਅਕਤੀ ਨਾਲ ਉਹ ਮੈਂ ਦਰਸ਼ਨ ਦੇਖਿਆ। ਕੀ ਦਰਸ਼ਨ ਦੇਖਿਆ? ਕਿਹੜਾ ਦਰਸ਼ਨ ਦੇਖਿਆ ਤੁਸੀਂ? ਮੈਨੂੰ ਪਤਾ ਕਿਹੜਾ ਦਰਸ਼ਨ ਪ੍ਰਭੂ ਤੋਂ ਆਇਆ, ਕਿਹੜਾ ਦਰਸ਼ਨ ਪ੍ਰਭੂ ਤੋਂ ਨਹੀਂ ਹੈ। ਤੇ ਤੁਸੀਂ ਪ੍ਰਭੂ ਦੇ ਨਾਮ ਦੇ ਵਿੱਚ ਮੈਨੂੰ ਧੋਖਾ ਨਹੀਂ ਦੇ ਸਕਦੇ। ਕੁਛ ਵੀ ਆ ਕੇ ਤੁਸੀਂ ਮੈਨੂੰ ਚਿਪਕਾ ਕੇ ਨਹੀਂ ਦੇ ਸਕਦੇ। ਮੈਨੂੰ ਪਤਾ ਮੇਰੀ ਦੂਰਬੀਨ ਖੁੱਲੀ ਹੋਈ ਆ। ਪ੍ਰੇਜ਼ ਦ ਲਾਰਡ। ਮੈਨੂੰ ਬਾਈਬਲ ਦੇ ਵਿੱਚ ਪਤਾ ਸਵਰਗ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ। ਔਰ ਪਰਮੇਸ਼ਰ ਨੂੰ ਸੱਜੇ ਪਾਸੇ ਬਿਠਾਇਆ। ਦਾਨੀਓ ਦਾ ਮਤਲਬ ਕੀ ਆ? ਸੱਜੇ ਪਾਸੇ ਦਾ ਮਤਲਬ ਕੀ ਹੈ? ਸਿੰਘਾਸਨ ਦੇ ਸੱਜੇ ਪਾਸੇ ਜਾਂ ਸਿੰਘਾਸਨ ਤੇ ਬਿਠਾਇਆ। ਸਹੀ ਆ। ਤਾਂ ਇਹਨਾਂ ਦੇਖੋ ਯਿਸੂ ਮਸੀਹ ਦੇ ਬਾਜੂ ਵਿੱਚ ਕੁਰਸੀ ਲੱਗੀ ਆ।
सज्जे पासे का मतलब की आ सिंघासन ते बिठाया। प्रेज द लॉर्ड, हालेलुया हालेलुया। और सारियां ओ बॉय सारियां सारियां प्रधानतावां और अधिकार और सामर्थ और प्रभुता दे और हर एक नाम दे ऊपर जो ना सिर्फ इस लोक ते पर आने वाले लोग तो भी लिया जाएगा। प्रेज द लॉर्ड। उन्हें की किया, ਉਹਨੂੰ एक नाम दिता ਜਿਹੜਾ नाम सब तो उत्तम है। वो नाम ਜਿਹੜਾ ਹੁਣੇ ਹੀ बल्कि भविष्य ਵਿੱਚ भी काम करेगा। हालेलुया हालेलुया। बोलो यीशु मसीह का नाम सामर्थी आ, यीशु मसीह का नाम शक्तिशाली आ, यीशु मसीह का नाम शक्तिशाली आ। बाइबल कहती आ कि यीशु मसीह नाम ਵਿੱਚ हर घुटना झुकेगा और हर जीवी अंगीकार करेगी। बाइबल कहती आ, फिलिप्पी ਵਿੱਚ जाके पढ़ो। बाइबल कहती आ स्वर्ग ਦੀਆਂ ਚੀਜ਼ਾਂ, ਧਰਤੀ ਦੀਆਂ ਚੀਜ਼ਾਂ और धरती ਦੇ ਨੀਚੇ ਚੀਜ਼ਾਂ ਕਿਹਦੇ ਨਾਮ ਤੇ ਝੁਕਦੀਆਂ? ਯੀਸ਼ੂ ਮਸੀਹ ਨਾਮ ਵਿੱਚ ਝੁਕਦੀਆਂ। प्रेज द लॉर्ड, हालेलुया। और ਉਹਨੇ ਕੀ ਕੀਤਾ? ਇਹ ਨਾਮ ਕਿਹਨੂੰ ਦਿੱਤਾ? ਮੈਨੂੰ ਔਰ ਤੁਹਾਨੂੰ। ਹਾਲੇਲੂਇਆ। ਕਿਹਨੂੰ ਦਿੱਤਾ? ਮੈਨੂੰ ਔਰ ਤੁਹਾਨੂੰ। ਮੇਰਾ ਔਰ ਤੁਹਾਡਾ ਕੰਮ ਕੀ ਆ? ਉਸ ਨਾਮ ਨੂੰ ਇਸਤੇਮਾਲ ਕਰਨਾ। ਉਸ ਨਾਮ ਨੂੰ ਇਸਤੇਮਾਲ ਕਰਨਾ ਮੇਰਾ ਔਰ ਤੁਹਾਡਾ ਕੰਮ ਹੈ, ਕਿਉਂਕਿ ਨਾਮ ਕੀ ਆ? ਸਾਮਰਥਸ਼ਾਲੀ ਆ। ਤੁਹਾਨੂੰ ਉਸ ਨਾਮ ਦੀ ਸਾਮਰਥ ਨੂੰ ਇਸਤੇਮਾਲ ਕਰਨਾ। ਉਹਦੇ ਨਾਮ ਦੇ ਵਿੱਚ ਕੀ ਹੁੰਦੀ ਆ? ਸਾਰੀਆਂ ਵਸਤੂਆਂ ਝੁਕਦੀਆਂ, ਹਰ ਇੱਕ ਚੀਜ਼ ਝੁਕਦੀ ਆ। ਜੋ ਤੁਹਾਨੂੰ ਪਸੰਦ ਨਹੀਂ ਆ, ਜੋ ਪਰਮੇਸ਼ਰ ਨਾਲ ਮੇਲ ਨਹੀਂ ਖਾਂਦੀ, ਤੁਸੀਂ ਇਹਨੂੰ ਬਦਲ ਸਕਦੇ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਸ ਬਿਮਾਰੀ ਨੂੰ ਤੁਸੀਂ ਭਜਾ ਸਕਦੇ ਆ, ਉਸ ਸ਼ੈਤਾਨ ਨੂੰ ਤੁਸੀਂ ਭਜਾ ਸਕਦੇ ਹੋ, ਉਸ ਗਰੀਬੀ ਨੂੰ ਤੁਸੀਂ ਭਜਾ ਸਕਦੇ ਹੋ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਪ੍ਰੇਜ਼ ਦ ਲਾਰਡ। ਕਿਉਂਕਿ ਯੀਸ਼ੂ ਮਸੀਹ ਦਾ ਨਾਮ ਕੀ ਆ? ਸਭ ਤੋਂ ਉੱਚਾ, ਸਭ ਤੋਂ ਉੱਚਾ। ਇਹਦਾ ਤੁਹਾਡੇ ਨਾਲ ਕੋਈ ਲੈਣਾ ਦੇਣੀ ਹੈ ਤੁਸੀਂ ਕੌਣ ਆ। ਤੁਸੀਂ ਅਨਪੜ੍ਹ ਹੋ, ਪੜ੍ਹੇ ਲਿਖੇ ਹੋ, ਛੋਟੇ ਹੋ, ਨਾਟੇ ਹੋ, ਇਹ ਤੋਂ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਹਿੰਦੀ ਆਉਂਦੀ, ਇੰਗਲਿਸ਼ ਆਉਂਦੀ ਹੈ, ਕੋਈ ਫਰਕ ਨਹੀਂ ਪੈਂਦਾ। ਗੱਲ ਕਿਹਦੀ ਆ? ਯੀਸ਼ੂ ਮਸੀਹ ਦੇ ਨਾਮ ਦੀ। ਉਹ ਅਧਿਕਾਰ ਕਿਹਦੇ ਨਾਲ ਹੈ? ਜਿਹੜਾ ਯੀਸ਼ੂ ਮਸੀਹ ਦੇ ਨਾਲ ਹੈ। ਇਹ ਉਸ ਤਰੀਕੇ ਨਾਲ ਹੈ ਕਿ ਅਗਰ ਤੁਹਾਡੇ ਕੋਲ ਚਾਕੂ ਹੈ ਔਰ ਚਾਕੂ ਨਾਲ ਤੁਸੀਂ ਪੇਟ ਵੀ ਕੱਟ ਸਕਦੇ, ਟਮਾਟਰ ਵੀ ਕੱਟ ਸਕਦੇ ਆ। ਡਿਪੈਂਡ ਕਰਦਾ ਚਾਕੂ ਨੂੰ ਚਲਾ ਕੌਣ ਰਿਹਾ। ਔਰ ਦੂਸਰਾ ਇਹ ਨਹੀਂ ਆ ਕਿ ਇੱਕ ਇਨਸਾਨ ਬੁਰਾ ਇੱਕ ਚੰਗਾ, ਔਰ ਬੁਰਾ ਆਦਮੀ ਗਿਆ ਚਾਕੂ ਨਾਲ ਟਮਾਟਰ ਕੱਟਣ ਔਰ ਟਮਾਟਰ ਕਹੇਗਾ ਤੁਸੀਂ ਬੁਰੇ ਆਦਮੀ ਹੋ, ਮੈਂ ਨਹੀਂ ਕੱਟੂੰਗਾ। ਐਦਾਂ ਨਹੀਂ ਹੈ ਭਾਈ। ਉਹ ਕੱਟੇਗਾ, ਕੱਟੇਗਾ, ਕਿਉਂਕਿ ਗੱਲ ਮੇਰੀ ਨਹੀਂ ਹੈ, ਗੱਲ ਚਾਕੂ ਦੀ ਆ। ਤਾਂ ਗੱਲ ਕਿਹਦੀ ਆ? ਯੀਸ਼ੂ ਮਸੀਹ ਦੇ ਨਾਮ ਦੀ। ਪ੍ਰੇਜ਼ ਦ ਲਾਰਡ। ਗੱਲ ਕਿਹਦੀ ਆ? ਯੀਸ਼ੂ ਮਸੀਹ ਦੇ ਨਾਮ ਦੀ। ਤਾਂ ਜਦੋਂ ਯੀਸ਼ੂ ਮਸੀਹ ਨਾਮ ਨੂੰ ਇਸਤੇਮਾਲ ਕਰਨ ਦੀ ਗੱਲ ਹੁੰਦੀ ਹੈ ਤਾਂ ਗੱਲ ਵਿਸ਼ਵਾਸ ਦੀ ਨਹੀਂ ਆ। ਗੱਲ ਕੀ ਆ? ਯੀਸ਼ੂ ਮਸੀਹ ਦੇ ਨਾਮ ਦੀ, ਜੋ ਅਧਿਕਾਰ ਹੈ ਉਹਦੀ। ਤਾਂ ਬਹੁਤਾਂ ਨੂੰ ਲੱਗਦਾ ਵਾ ਮੇਰੇ ਕੋਲ ਵਿਸ਼ਵਾਸ ਨਹੀਂ ਆ, ਇਸ ਕਰਕੇ ਯੀਸ਼ੂ ਮਸੀਹ ਨਾਮ ਕੰਮ ਨਹੀਂ ਕਰੇ। ਨਹੀਂ, ਇਹ ਅਗਿਆਨਤਾ। ਇੱਥੇ ਵਿਸ਼ਵਾਸ ਦੀ ਗੱਲ ਹੀ ਹੋ ਰਹੀ, ਇੱਥੇ ਗਿਆਨ ਦੀ ਗੱਲ ਹੋ ਰਹੀ ਆ ਕਿ ਤੁਸੀਂ ਕੀ ਜਾਣਦੇ ਹੋ। ਇਹੀ ਕਾਰਨ ਹੈ ਕਿ ਤੁਸੀਂ, ਉਹਨੇ ਕੀ ਕਿਹਾ? ਤੁਸੀਂ ਜਾਣ ਲਓ, ਤੁਸੀਂ ਸਮਝ ਲਓ ਕਿ ਇਹਦਾ ਤੁਹਾਡੇ ਵਿਸ਼ਵਾਸ ਨਾਲ ਕੋਈ ਲੈਣਾ ਦੇਣਾ ਨਹੀਂ ਆ। ਇਹਦਾ ਲੈਣਾ ਦੇਣਾ ਕਿਹਨਾਂ ਵਾ? ਅਧਿਕਾਰ ਦੇ ਨਾਲ, ਜੋ ਕਿਹਦੇ ਨਾਮ ਦੇ ਵਿੱਚ ਹੈ? ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਯੀਸ਼ੂ ਮਸੀਹ ਨਾਮ ਦੇ ਵਿੱਚ ਕੀ ਆ? ਅਧਿਕਾਰ। ਬੋਲੋ ਯੀਸ਼ੂ ਮਸੀਹ ਨਾਮ ਦੇ ਵਿੱਚ ਅਧਿਕਾਰ ਹੈ। ਇਹਦਾ ਮੇਰੇ ਨਾਲ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਅਨਪੜ੍ਹ ਹੋ, ਤੁਸੀਂ ਗਰੀਬ ਪਰਿਵਾਰ ਤੋਂ ਆ, ਇਹ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਇਹਦਾ ਲੈਣਾ ਕਿਹਦੇ ਨਾਲ? ਯੀਸ਼ੂ ਮਸੀਹ ਨਾਮ ਦੇ ਵਿੱਚ ਜੋ ਅਧਿਕਾਰ ਹੈ। ਇਹ ਉਸ ਤਰੀਕੇ ਨਾਲ ਆ। ਉਹ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਸਵੇਰੇ ਕੀ ਕਰਦਾ ਵਾ? ਆਪਣੇ ਟ੍ਰੈਫਿਕ ਪੁਲਿਸ ਦੀ ਯੂਨੀਫਾਰਮ ਪਾਉਂਦਾ ਵਾ ਔਰ ਹਾਈਵੇ ਤੇ ਜਾ ਕੇ ਸਾਰੇ ਟਰੱਕਾਂ ਦੇ ਵਿੱਚ ਜਾ ਕੇ ਖੜਾ ਹੋ ਜਾਂਦਾ। ਉਹ ਖੜਾ, ਉੱਥੇ ਟਰੱਕ ਆ ਰਿਹਾ, ਉਹ ਇਸ਼ਾਰਾ ਕਰਦਾ। ਟਰੱਕ ਰੁਕੇਗਾ ਕਿ ਨਹੀਂ ਰੁਕੇਗਾ? ਰੁਕੇਗਾ, ਕਿਉਂਕਿ ਗੱਲ ਹੱਥ ਦੀ ਨਹੀਂ ਆ। ਗੱਲ ਹੱਥ ਦੇ ਪਿੱਛੇ ਅਧਿਕਾਰ ਕਿਹੜਾ ਵਾ ਉਹਦੀ ਗੱਲ ਹੈ। ਅਗਰ ਇਸ ਹੱਥ 'ਤੇ ਨਹੀਂ ਰੁਕੇ ਤਾਂ ਭਾਈ ਸੁਪਰੀਮ ਕੋਰਟ ਤੱਕ ਵੀ ਚਲੇ ਜਾਏ ਤਾਂ ਬਚਾ ਨਹੀਂ ਕੋਈ ਸਕੇਗਾ। ਇਸ ਹੱਥ ਨਾਲ ਪੰਗਾ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਹੱਥ ਦੇ ਪਿੱਛੇ ਕੀ ਆ? ਅਧਿਕਾਰ। ਤਾਂ ਉਸੇ ਤਰ੍ਹਾਂ ਦੱਸ ਰਿਹਾ ਕਿ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਕੀ ਆ? ਅਧਿਕਾਰ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਸਵਰਗ ਦੀ ਵਸਤੂਆਂ, ਧਰਤੀ ਦੇ ਵਸਤੂਆਂ ਔਰ ਧਰਤੀ ਦੇ ਨੀਚੇ ਵਸਤੀਆਂ ਕਿਹਦੇ ਨਾਮ 'ਚ ਝੁਕਦੀਆਂ? ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਝੁਕਦੀਆਂ ਲਿਖਿਆ। ਔਰ ਇਹ ਨਾਮ ਹਮੇਸ਼ਾ ਕੰਮ ਕਰਦਾ। ਸਵਰਗ ਵਿੱਚ ਵੀ ਇਹ ਨਾਮ ਕੰਮ ਕਰਦਾ। ਇਹ ਨਾਮ ਹਮੇਸ਼ਾ ਕੰਮ ਕਰਦਾ ਔਰ ਇਸ ਲਈ ਉਹ ਚਾਹੁੰਦਾ ਕਿ ਤੁਸੀਂ ਇਹਨਾਂ ਗੱਲਾਂ ਨੂੰ ਜਾਣ ਲਓ, ਇਹਨਾਂ ਗੱਲਾਂ ਨੂੰ ਸਮਝ ਲਓ। ਯੀਸ਼ੂ ਦੇ ਨਾਮ ਨੂੰ ਇਸਤੇਮਾਲ ਕਰਨਾ ਸਿੱਖੋ। ਚੀਜ਼ਾਂ ਦੇ ਸ਼ਿਕਾਰ ਨਾ ਬਣੋ। ਮੈਂ ਵੀ ਇੱਦਾਂ ਸੀ। ਮੈਂ ਸੋਚਣਾ ਸੀ ਜੋ ਮੈਂ ਨਵਾਂ ਮਸੀਹ ਸੀ, ਕੋਈ ਦੂਜੀ ਸਰਕਾਰ ਆ ਗਈ, ਮੈਂ ਪਰੇਸ਼ਾਨ ਹੋ ਗਿਆ। ਮੈਂ ਕਿਹਾ ਯਾਰ ਇਹ ਸਰਕਾਰ ਆ ਗਈ, ਅਰੇ ਯਾਰ ਇਹ ਸਰਕਾਰ ਆ ਗਈ, ਹੁਣ ਕਿੱਦਾਂ ਹੋਏਗਾ? ਤਾਂ ਪਰਮੇਸ਼ਰ ਨੇ ਅੱਖਾਂ ਖੋਲੀਆਂ। ਬੋਲੇ ਕੀ ਫ਼ਰਕ ਪੈਂਦਾ?
ਚਾਹੇ ਕੋਈ ਵੀ ਸਰਕਾਰ ਆਵੇ, ਤੂੰ ਬੈਠ ਕੇ ਯੀਸ਼ੂ ਮਸੀਹ ਨਾਮ ਦੇ ਵਿੱਚ ਚਲਾ ਸਕਦਾ। ਪ੍ਰੇਜ਼ ਦ ਲਾਰਡ। ਉਸ ਦਿਨ ਤੋਂ ਮੈਨੂੰ ਸਮਝ ਆ ਗਿਆ, ਮੈਂ ਪ੍ਰਾਰਥਨਾ ਕਰ ਰਿਹਾ ਸਹੀ ਸਰਕਾਰ ਆਵੇ, ਪਰ ਜੋ ਵੀ ਆਵੇ ਮੇਰੇ ਹਿਸਾਬ ਨਾਲ ਸਹੀ ਆ। ਪ੍ਰੇਜ਼ ਦ ਲਾਰਡ। ਹੈਲੋ, ਬਿਜ਼ਨਸਮੈਨ ਨੂੰ ਫਰਕ ਪੈਂਦਾ ਵਾ ਕਿਹੜੀ ਸਰਕਾਰ ਹੈ? ਜੋ ਵੀ ਆਉਂਦਾ ਉਹਨੂੰ ਚਲਾਉਂਦੇ, ਉਹ ਆਪਣੇ ਪੈਸੇ ਦੀ ਤਾਕਤ ਨਾਲ, ਉਹਦਾ ਕੋਈ ਵੀ ਸਰਕਾਰ ਆਵੇ ਤੁਸੀਂ ਚਲਾ ਸਕਦੇ ਹੋ ਯੀਸ਼ੂ ਮਸੀਹ ਨਾਮ ਦੀ ਤਾਕਤ ਨਾਲ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇਹਦੇ ਨਾਲ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਮੈਂ ਪੜ੍ਹਾ ਲਿਖਿਆ, ਬੁੱਧੀਮਾਨ ਹਾਂ, ਸੁਣਦੇ ਨਾਲ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹਦਾ ਲੈਣਾ ਦੇਣਾ ਕਿਹਦੇ ਨਾਲ ਹੈ? ਯੀਸ਼ੂ ਮਸੀਹ ਦੇ ਨਾਮ ਦੀ ਸਾਮਰਥ ਨਾਲ। ਯੀਸ਼ੂ ਮਸੀਹ ਦੇ ਨਾਮ ਦੀ ਸਾਮਰਥ। ਤੇ ਤੁਸੀਂ ਕੀ ਕਰ ਸਕਦੇ ਆ? ਚੀਜ਼ਾਂ ਨੂੰ ਬਦਲ ਸਕਦੇ ਹੋ, ਚੀਜ਼ਾਂ ਨੂੰ ਬਦਲ ਸਕਦੇ ਹੋ। ਤੁਹਾਨੂੰ ਸ਼ਿਕਾਰ ਰਹਿਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਪਰੇਸ਼ਾਨ ਰਹਿਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਚੀਜ਼ਾਂ ਨੂੰ ਬਦਲ ਸਕਦੇ ਹੋ। ਉਹਨੇ ਕੀ ਕਿਹਾ ਕਿ ਇਹਨੂੰ ਜਾਣ ਲਓ, ਯੀਸ਼ੂ ਨੂੰ, ਕਿ ਯੀਸ਼ੂ ਮਸੀਹ ਨੇ ਕੀ ਕੀਤਾ, ਯੀਸ਼ੂ ਮਸੀਹ ਕਿੱਥੇ ਬੈਠਾ, ਉਹ ਕੀ ਕਰ ਰਿਹਾ। ਇਹਨਾਂ ਗੱਲਾਂ ਨੂੰ ਜਾਣ ਲਓ, ਕਿਉਂਕਿ ਜਿੰਨਾ ਤੁਸੀਂ ਯੀਸ਼ੂ ਮਸੀਹ ਨੂੰ ਜਾਣੋਗੇ ਤੁਸੀਂ ਆਪਣੇ ਆਪ ਨੂੰ ਜਾਣ ਰਹੇ ਹੋ। ਕਿਉਂਕਿ ਬਾਈਬਲ ਕਹਿੰਦੀ ਆ ਜਿੱਦਾਂ ਯੀਸ਼ੂ ਮਸੀਹ ਆ ਉੱਦਾਂ ਅਸੀਂ ਆ। ਪ੍ਰੇਜ਼ ਦ ਲਾਰਡ। ਜੋ ਤੁਸੀਂ ਆਪਣੇ ਆਪ ਨੂੰ ਜਾਣ ਰਹੇ ਹੋ, ਤੁਸੀਂ ਜਾਣਦੇ ਹੋ ਯੀਸ਼ੂ ਮਸੀਹ ਕਿੱਥੇ ਬੈਠ ਰਿਹਾ, ਔਰ ਸੱਚਾਈ ਹੈ ਕਿ ਤੁਸੀਂ ਵੀ ਉੱਥੇ ਬੈਠੇ ਹੋ। ਜੋ ਤੁਹਾਨੂੰ ਪਤਾ ਲੱਗ ਰਿਹਾ ਕਿ ਯੀਸ਼ੂ ਮਸੀਹ ਨੇ ਕੀ ਕੀਤਾ, ਕਿ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਕੀ ਕੀਤਾ, ਕਿਉਂਕਿ ਜਿਸ ਤਰ੍ਹਾਂ ਯੀਸ਼ੂ ਹੈ ਉੱਦਾਂ ਤੁਸੀਂ ਹੋ। ਗਲੋਰੀ। ਸੁਣ ਰਹੇ ਹੋ ਤੁਸੀਂ? ਇਹੀ ਕਾਰਨ ਹੈ ਕਿ ਤੁਸੀਂ ਜਾਣ ਲਓ। ਕਿਹਨੂੰ ਜਾਣ ਲਓ? ਯੀਸ਼ੂ ਮਸੀਹ ਨੂੰ ਜਾਣ ਲਓ ਕਿ ਯੀਸ਼ੂ ਮਸੀਹ ਨੇ ਤੁਹਾਡੇ ਵਾਸਤੇ ਕੀ ਕੀਤਾ, ਯੀਸ਼ੂ ਮਸੀਹ ਕਿੱਥੇ ਬੈਠਾ। ਪਰਮੇਸ਼ਰ ਨੇ ਯੀਸ਼ੂ ਮਸੀਹ ਨੂੰ ਕੀ ਅਧਿਕਾਰ ਦਿੱਤਾ, ਕਿਉਂਕਿ ਜੋ ਅਧਿਕਾਰ ਪਰਮੇਸ਼ਰ ਨੇ ਯੀਸ਼ੂ ਮਸੀਹ ਨੂੰ ਦਿੱਤਾ ਉਹ ਤੁਹਾਨੂੰ ਵੀ ਦਿੱਤਾ। ਜਿੱਥੇ ਯੀਸ਼ੂ ਨੂੰ ਬਿਠਾਇਆ ਉੱਥੇ ਤੁਹਾਨੂੰ ਵੀ ਬਿਠਾਇਆ। ਜੋ ਯੀਸ਼ੂ ਨੇ ਵਿਜੇ ਪਾਈ ਆ ਤੇ ਕਿਹਨੇ ਵਿਜੇ ਪਾਈ ਆ? ਤੁਸੀਂ ਵਿਜੇ ਪਾਈ ਆ। ਹਾਲੇਲੂਇਆ। ਉਹ ਕੀ ਕਹਿ ਰਿਹਾ? ਤੁਸੀਂ ਇਹਨਾਂ ਗੱਲਾਂ ਨੂੰ ਜਾਣ ਲਓ, ਤੁਸੀਂ ਇਹਨਾਂ ਗੱਲਾਂ ਨੂੰ ਸਮਝ ਲਓ। ਪ੍ਰੇਜ਼ ਦ ਲਾਰਡ। ਅਗਿਆਨੀ ਨਾ ਰਹੋ, ਪਰੇਸ਼ਾਨ ਨਾ ਰਹੋ। ਉਹ ਪ੍ਰਭੂ ਆਏਗਾ ਔਰ ਤੁਹਾਡੀ ਜ਼ਿੰਦਗੀ ਨੂੰ ਬਦਲੇਗਾ। ਨਹੀਂ, ਤੁਹਾਡੀ ਜ਼ਿੰਦਗੀ ਬਦਲ ਚੁੱਕੀ ਆ। ਜਿਸ ਦਿਨ ਤੁਸੀਂ ਕਿਹਾ ਯੀਸ਼ੂ ਮਸੀਹ ਮੇਰਾ ਪ੍ਰਭੂ ਮੇਰਾ ਸੁਆਮੀ ਆ, ਉਸ ਦਿਨ ਉਹ ਸਾਮਰਥ ਤੁਹਾਡੇ ਅੰਦਰ ਆ ਗਈ। ਗਲੋਰੀ। ਕਦੋਂ ਆਈ ਸਾਮਰਥ? ਜਿਸ ਮਿੰਟ ਤੁਸੀਂ ਕਿਹਾ ਕਿ ਪ੍ਰਭੂ ਮੇਰਾ ਸੁਆਮੀ ਆ, ਉਸੇ ਸੈਕਿੰਡ ਉਹ ਸਾਮਰਥ ਤੁਹਾਡੇ ਅੰਦਰ ਆ ਗਈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਜੋ ਚਾਹੋ ਬਦਲ ਸਕਦੇ ਹੋ। ਹਾਲੇਲੂਇਆ। ਯੀਸ਼ੂ ਦੇ ਵਿਸ਼ੇ ਵਿੱਚ ਉਹਨੇ ਕੀ ਕਿਹਾ? ਉਹ ਇਹ ਮੇਰਾ ਪ੍ਰਿਯ ਪੁੱਤਰ ਹੈ, ਇਹਦੀ ਸੁਣੋ। ਜਦੋਂ ਉਹਦਾ ਬਪਤਿਸਮਾ ਹੋਇਆ ਉਹਨੇ ਕਿਹਾ, ਆਕਾਸ਼ਵਾਣੀ ਹੋਈ ਆ ਕਿ ਇਹ ਮੇਰਾ ਪ੍ਰਿਯ ਪੁੱਤਰ ਹੈ, ਇਹਦੀ ਸੁਣੋ। ਔਰ ਜਦੋਂ ਉਹਨੇ ਕਿਹਾ ਉਹਦੀ ਸੁਣੋ, ਤਾਂ ਹਰ ਸ਼ੈਤਾਨ ਨੂੰ ਸੁਣਨਾ ਸੀ, ਹਰ ਚੀਜ਼ ਨੂੰ ਸੁਣਨਾ ਸੀ। ਜੀਵਿਤ ਔਰ ਹਰ ਵਸਤੂ ਜਿਹਦੇ ਵਿੱਚ ਬੁੱਧੀ ਸੀ ਉਹਨੂੰ ਬੋਲਿਆ ਗਿਆ ਸੀ ਯੀਸ਼ੂ ਮਸੀਹ ਦੀ ਸੁਣੋ। ਔਰ ਇਹੀ ਤੁਹਾਡੇ ਕੋਲ ਹੈ ਜੋ ਤੁਸੀਂ ਨਵੇਂ ਜਨਮੇ ਆ। ਹੁਣ ਸਾਰੀ ਦੁਨੀਆ ਨੂੰ ਤੁਹਾਡੀ ਸੁਣਨੀ ਪਵੇਗੀ। ਪ੍ਰੇਜ਼ ਦ ਲਾਰਡ। ਬੋਲੋ, ਪਰਮੇਸ਼ਰ ਨੇ ਬੋਲਿਆ ਤੁਹਾਡੀ ਸੁਣੋ। ਪਰਮੇਸ਼ਰ ਨੇ ਕਿਹਾ ਤੁਹਾਡੀ ਸੁਣੋ। ਕਿਹਦੀ ਸੁਣੋ? ਕਿਹਦੇ ਨਾਮ ਦੇ ਵਿੱਚ? ਕਿਹਦੇ ਨਾਮ ਦੇ ਵਿੱਚ? ਕੀ ਕਿਹਾ ਪਰਮੇਸ਼ਰ ਨੇ? ਤੁਹਾਡੀ ਸੁਣੋ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਆਪਣੇ ਹੱਥਾਂ ਉਠਾਵਾਂਗੇ ਔਰ ਗੈਰ ਭਾਸ਼ਾ ਪ੍ਰਾਰਥਨਾ ਕਰਾਂਗੇ। ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਤੁਹਾਡੇ ਵਿਸ਼ੇ ਵਿੱਚ ਕਿਹਾ ਜਾ ਚੁੱਕਾ ਕਿ ਤੁਹਾਡੀ ਸੁਣੋ। ਤੁਹਾਡੇ ਵਿਸ਼ੇ ਵਿੱਚ ਕਿਹਾ ਜਾ ਚੁੱਕਾ ਤੁਹਾਡੀ ਸੁਣੋ। ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਧੰਨਵਾਦ ਕਰਾਂਗੇ ਪਰਮੇਸ਼ਰ ਦਾ ਉਹ ਸਾਮਰਥ ਵਾਸਤੇ ਜੋ ਤੁਹਾਡੇ ਕੋਲ ਹੈ। ਉਹ ਸਾਮਰਥ ਜੋ ਤੁਹਾਡੇ ਅੰਦਰ ਕੰਮ ਕਰ ਰਹੀ ਆ। ਇਹ ਮਹਾਨ ਸਾਮਰਥ ਤੁਹਾਡੇ ਅੰਦਰ ਕੰਮ ਕਰ ਰਹੀ ਆ। ਔਰ ਇਸ ਸਾਮਰਥ ਦੇ ਦੁਆਰਾ ਤੁਸੀਂ ਕੁਝ ਵੀ ਬਦਲ ਸਕਦੇ ਹੋ, ਸਭ ਕੁਝ ਬਦਲ ਸਕਦੇ ਹੋ। ਤੁਸੀਂ ਦੁਨੀਆ ਵਿੱਚ ਸ਼ਿਕਾਰ ਨਹੀਂ ਹੋ। ਪ੍ਰੇਜ਼ ਦ ਲਾਰਡ। ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਪ੍ਰੇਜ਼ ਦ ਲਾਰਡ। ਤਾਂ ਅਗਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਅਸੀਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ। ਖੜੇ ਹੋ ਸਕਦੇ ਹੋ। ਤੁਸੀਂ ਪਹਿਲੀ ਵਾਰ ਆਏ ਹੋ, ਜੋ ਖੜੇ ਹੋ ਸਕਦੇ ਹੋ, ਪਹਿਲੀ ਵਾਰ ਆਏ ਹੋ, ਜ਼ੋਰ ਨਾਲ ਤਾਲੀ ਵਜਾ ਸਕਦੇ ਨਾ ਵਾਸਤੇ। ਮੈਂ ਚਾਹੁੰਦਾ ਤੁਸੀਂ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਕਰੋ। ਆਪਣੀ ਅੱਖਾਂ ਨੂੰ ਬੰਦ ਕਰੋ। ਬੋਲੋ ਆਪਣੇ ਮੂੰਹ ਨਾਲ ਮੇਰੇ ਪਿੱਛੇ ਬੋਲੋ, ਹੇ ਪਿਆਰੇ ਪਿਤਾ ਪਰਮੇਸ਼ਵਰ, ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਵਿੱਚ, ਜਿਉਂਦੇ ਪਰਮੇਸ਼ਵਰ ਦੇ ਪੁੱਤਰ ਵਿੱਚ। ਮੈਂ ਵਿਸ਼ਵਾਸ ਕਰਦਾ ਕਿ ਯੀਸ਼ੂ ਮਸੀਹ ਮੈਨੂੰ ਬਚਾਉਣ ਵਾਸਤੇ ਕਰੂਸ ਤੇ ਮਰਿਆ ਔਰ ਪਰਮੇਸ਼ਰ ਨੇ ਉਹਨੂੰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਔਰ ਅੱਜ ਜੀਵਿਤ ਹੈ। ਅੱਜ ਮੈਂ ਆਪਣੇ ਮੂੰਹ ਤੋਂ ਘੋਸ਼ਣਾ ਕਰਦਾ ਕਿ ਯੀਸ਼ੂ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੁਣ ਤੋਂ ਮੇਰਾ ਪ੍ਰਭੂ ਹੈ, ਮੇਰਾ ਪਰਮੇਸ਼ਰ ਹੈ, ਮੇਰਾ ਸਵਾਮੀ ਹੈ। ਮੈਂ ਬਚ ਗਿਆ, ਮੇਰਾ ਉद्धार ਹੋ ਗਿਆ, ਮੈਂ ਨया ਜਨਮਿਆ। ਹੁਣ ਮੈਂ
ਪਰਮੇਸ਼ਰ ਦੀ ਸਾਮਰਥ ਨਾਲ ਭਰਿਆ ਹੋਇਆ। ਧੰਨਵਾਦ ਪ੍ਰਭੂ, ਮੈਨੂੰ ਬਚਾਉਣ ਵਾਸਤੇ ਔਰ ਸਾਮਰਥ ਨਾਲ ਭਰਨ ਵਾਸਤੇ। ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ। ਜ਼ੋਰ ਨਾਲ ਤਾਲੀ ਵਜਾ ਸਕਦੇ ਹੋ ਇਹਨਾਂ ਵਾਸਤੇ। ਅੱਜ ਤੋਂ ਤੁਸੀਂ ਯਿਸੂ ਮਸੀਹ ਨਾਮ ਇਸਤੇਮਾਲ ਕਰ ਸਕਦੇ ਹੋ, ਉਹਨਾਂ ਚੀਜ਼ਾਂ ਨੂੰ ਬਦਲ ਸਕਦੇ ਹੋ। ਆਪਣਾ ਬਿਜ਼ਨਸ ਹੈ, ਤੁਸੀਂ ਉਹਨੂੰ ਬੋਲੋ ਮੇਰਾ ਬਿਜ਼ਨਸ ਵੱਧ ਰਿਹਾ ਯਿਸੂ ਮਸੀਹ ਨਾਮ ਦੇ ਵਿੱਚ। ਘਰ ਵਾਲੇ ਆ, ਕੋਈ ਬਿਮਾਰ ਹੈ, ਉਸ ਬਿਮਾਰੀ ਨੂੰ ਭਜਾ ਸਕਦੇ ਆ। ਤੁਹਾਡੇ ਕੋਲ ਕੀ ਹੈ? ਸਾਮਰਥ ਹੈ, ਤੁਹਾਡੇ ਕੋਲ ਅਧਿਕਾਰ ਹੈ ਯਿਸੂ ਮਸੀਹ ਨਾਮ ਦਾ ਇਸਤੇਮਾਲ ਕਰਨ ਦਾ। ਪ੍ਰੇਜ਼ ਦ ਲਾਰਡ। ਸਹੀ ਹੈ, ਤਾਂ ਪਰੇਸ਼ਾਨ ਨਾ ਹੋਵੋ। ਅਸੀਂ ਯਿਸੂ ਮਸੀਹ ਨਾਲ ਕਿੱਦਾਂ ਇਸਤੇਮਾਲ ਕਰੀਏ, ਤੁਸੀਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨਾ ਚਾਹੂੰਗਾ। ਪਿਤਾ ਪਰਮੇਸ਼ਰ, ਮੈਂ ਪ੍ਰਾਰਥਨਾ ਕਰਨਾ ਚਾਹੂੰਗਾ ਤੁਹਾਡੇ ਬੱਚਿਆਂ ਵਾਸਤੇ ਜਿਨ੍ਹਾਂ ਨੇ ਹੁਣ ਯਿਸੂ ਮਸੀਹ ਆਪਣੇ ਪ੍ਰਭੂ ਦੇ ਰੂਪ ਵਿੱਚ ਗ੍ਰਹਿਣ ਕੀਤਾ। ਮੈਂ ਪ੍ਰਾਰਥਨਾ ਕਰਦਾ ਯਿਸੂ ਮਸੀਹ ਨਾਮ ਇਹਨਾਂ ਵਿੱਚ, ਇਹਨਾਂ ਜੀਵਨ 'ਚ ਹਮੇਸ਼ਾ ਵਾਸਤੇ ਬਣਿਆ ਰਹੇਗਾ ਯਿਸੂ ਮਸੀਹ ਨਾਮ ਦੇ ਵਿੱਚ। ਹਾਂ ਪ੍ਰਭੂ ਧੰਨਵਾਦ। ਸ਼ੈਤਾਨ ਦੇ ਉੱਪਰ ਕੋਈ ਕਬਜ਼ਾ ਨਹੀਂ ਹੈ ਯਿਸੂ ਮਸੀਹ ਨਾਮ ਦੇ ਵਿੱਚ। ਮੈਂ ਇਹਨੂੰ ਆਸ਼ੀਸ਼ ਦਿੰਦਾ ਤੁਹਾਡੀ ਬੁੱਧੀ ਦੇ ਦੁਆਰਾ, ਤੁਹਾਡੀ ਸਮਝ ਦੇ ਦੁਆਰਾ, ਤੁਹਾਡੀ ਵਚਨ ਦੇ ਦੁਆਰਾ, ਤੁਹਾਡੇ ਪ੍ਰੇਮ ਦੇ ਦੁਆਰਾ ਔਰ ਤੁਹਾਡੀ ਆਤਮਾ ਦੇ ਦੁਆਰਾ। ਇਹ ਆਸ਼ੀਸ਼ਿਤ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਬੋਲੋ ਆਮੇਨ। ਇਸ ਸਮੇਂ ਆਪਣੀ ਭੇਂਟ, ਆਪਣਾ ਦਸਵੰਧ, ਆਪਣੀ ਪਾਰਟਨਰਸ਼ਿਪ ਦੇ ਸਕਦੇ ਹੋ, ਆਪਣੇ ਧੰਨਵਾਦ ਦੇ ਸਕਦੇ ਹੋ ਪਰਮੇਸ਼ਰ ਦਾ। ਅਸੀਂ ਪ੍ਰੇਡੀਅਮ ਦਾ ਸਵਾਗਤ ਕਰਾਂਗੇ, ਉਹ ਸਾਡੀ ਹੈਲਪ ਕਰੇਗੀ ਆਰਾਧਨਾ ਕਰਨ ਵਾਸਤੇ। ਥੈਂਕ ਯੂ ਵੈਰੀ ਮਚ। ਗॉड ब्लेस यू। पिता धन्यवाद, धन्यवाद सारी आशीषों के लिए। तो कितना दयालु है। हे पिता तेरा धन्यवाद सारी आशीषों के लिए। प्रभु तेरा धन्यवाद विनती सुनने के लिए। पिता तेरा धन्यवाद सारी आशीषों के लिए। प्रभु तेरा धन्यवाद विनती सुनने के लिए। न मांगा आपने दिया, प्यार इतना मुझे किया। उत्तम आशीषों से मुझको तृप्त किया। ओ न मांगा आपने दिया, प्यार इतना मुझे किया। उत्तम आशीषों से मुझको तृप्त किया। न मांगा फिर भी दिया, जितना मुझे किया। उत्तम आशीष से मुझको तृप्त किया। पिता तेरा धन्यवाद हे सारी आशीषों के लिए। प्रभु तेरा धन्यवाद विनती सुनने के लिए। ओ पिता तेरा धन्यवाद सारी आशीषों के लिए। प्रभु तेरा धन्यवाद विनती सुनने के लिए। तू कितना दयालु है, कितना दयालु तू है मेरे पिता। मांगने से पहले तूने मुझको दिया। कितना दयालु है वो मेरे पिता। मांगने से पहले तूने मुझे सब कुछ दिया। तूने मुझको दिया। कितना दयालु तू मेरे पिता। मांगने से पहले तूने मुझको दिया। पिता तेरा धन्यवाद सारी आशीषों के लिए। प्रभु तेरा धन्यवाद विनती सुनने के लिए। पिता तेरा धन्यवाद सारी आशीषों के लिए। प्रभु तेरा धन्यवाद विनती सुनने के लिए। पिता तेरा धन्यवाद। Hallelujah! Praise the Lord! Hallelujah!
ਚਲੋ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੀ ਭੇਟਾਂ ਵਾਸਤੇ ਆਪਣੇ ਹੱਥਾਂ ਨੂੰ ਉਠਾਵਾਂਗੇ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਜੋ ਇਹ ਅਵਸਰ ਤੁਸੀਂ ਦਿੱਤਾ ਕਿ ਅਸੀਂ ਆਪਣੀ ਭੇਟਾਂ ਲਿਆ ਸਕੀਏ, ਦਸਵੰਧ ਲਿਆ ਸਕੀਏ, ਪਾਰਟਨਰਸ਼ਿਪ ਲਿਆ ਸਕੀਏ। ਇਹ ਸਾਰੇ ਤੁਹਾਡੇ ਆਤਮਾ ਦੁਆਰਾ ਪਵਿੱਤਰ ਹੈ। ਜਿਸ ਤਰ੍ਹਾਂ ਅਸੀਂ ਤੁਹਾਡੇ ਵਚਨ ਦੇ ਅਨੁਸਾਰ ਦਿੱਤਾ ਪ੍ਰਭੂ, ਤੁਹਾਡੇ ਵਚਨਾਂ ਦੇ ਅਨੁਸਾਰ ਵਧੀ ਹੀ ਫਸਲ ਸਾਡੇ ਕੋਲ ਆ ਰਹੀ ਹੈ ਯਿਸੂ ਮਸੀਹ ਨਾਮ ਦੇ ਵਿੱਚ। ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਇਹਨਾਂ ਭੇਟਾਂ ਦੇ ਉੱਪਰ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ, ਬੜੋਤਰੀ ਦਾ ਨਿਯਮ ਬੋਲਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਰਾਜ ਦੇ ਵਿਸਤਾਰ ਵਾਸਤੇ। ਔਰ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੇਨ। ਪ੍ਰੇਜ਼ ਦ ਲਾਰਡ। ਜ਼ੋਰ ਨਾਲ ਤਾਲੀ ਵਜਾ ਸਕਦੇ ਹੋ ਇੱਕ ਵਾਰ ਫਿਰ ਤੋਂ। ਕੁਛ ਅਨਾਉਂਸਮੈਂਟਸ ਹੈ, ਧਿਆਨ ਨਾਲ ਸੁਣੀਓ। ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਸਾਡੇ ਨਏ ਚਰਚ ਸ਼ੁਰੂ ਹੋ ਸਕਦੀ ਹੈ, ਜ਼ੋਰ ਨਾਲ ਤਾਲੀ ਵਜਾ ਸਕਦੇ ਹਾਂ। ਔਰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਆ, ਕੈਨ ਵੀ ਸ਼ੋਰ www.christmercy.org ਵੈਬਸਾਈਟ ਦਿਖਾ ਦੇਂਗੇ ਅਸੀਂ ਤੁਹਾਨੂੰ। ਉੱਥੇ ਤੁਸੀਂ ਜਾਓਗੇ, ਲੈਫਟ ਹੈਂਡ ਸਾਈਡ 'ਤੇ ਜਦੋਂ ਤੁਸੀਂ ਖੋਲੋਗੇ ਲੈਫਟ ਹੈਂਡ ਸਾਈਡ 'ਤੇ ਤੁਹਾਨੂੰ 3 ਡਾਟ ਮਿਲੂਗੇ। ਉੱਥੇ ਤੁਸੀਂ ਕਲਿੱਕ ਕਰੋਗੇ ਕੰਟੈਕਟ ਅਸ, ਜਿਹਦੇ ਵਿੱਚ ਸਾਡੇ ਤੁਹਾਨੂੰ ਸਾਰੇ ਚਰਚਾਂ ਦੇ ਐਡਰੈਸ ਮਿਲਣਗੇ। ਕੰਟੈਕਟ ਅਸ, ਇਹ ਸਾਡੀ ਵੈਬਸਾਈਟ ਹੈ। ਸਾਰੇ ਐਡਰੈਸ ਤੁਹਾਨੂੰ ਮਿਲ ਜਾਣਗੇ, ਕਿੱਥੇ ਚਰਚ ਹੈ, ਕੌਣ ਇੰਚਾਰਜ ਹੈ, ਕਿੰਨੇ ਵਜੇ, ਸਾਰੀ ਇਨਫੋਰਮੇਸ਼ਨ ਇੱਥੇ ਆ। ਸਹੀ ਹੈ। ਔਰ ਇੱਥੇ ਕਿਸ ਤਰ੍ਹਾਂ ਪਹੁੰਚਣਾ, ਜੋ ਨੰਬਰ ਹੈ ਤੁਸੀਂ ਉਹਨਾਂ ਤੋਂ ਫੋਨ ਕਰ ਸਕਦੇ ਹੋ, ਕੋਈ ਤੁਹਾਨੂੰ ਦੱਸਦਾ। ਹਰ ਇੱਕ ਦੇ ਨੰਬਰ ਅਲੱਗ-ਅਲੱਗ ਹੈ। ਪ੍ਰੇਜ਼ ਦ ਲਾਰਡ। ਸਾਡੇ ਆਨਲਾਈਨ ਚਰਚਿਸ ਹੈ, ਸਾਡੇ 36 ਆਨਲਾਈਨ ਚਰਚ ਹੈ। ਤਾਲੀ ਵਜਾ ਸਕਦੇ ਇਹਨਾਂ ਵਾਸਤੇ। ਗਲੋਰੀ ਟੂ ਜੀਸਸ। ਸੋ ਆਨਲਾਈਨ ਚਰਚਿਸ ਵਾਸਤੇ ਸਾਡੇ ਕੀ ਸਹਿਭਾਗਿਤਾ ਕਰੋ, ਦੂਜੇ ਨੂੰ ਲੈ ਕੇ ਜਾਓ। ਇਹ ਤੁਹਾਡੀ ਸੇਵਕਾਈ ਹੈ। ਇਹ ਪੂਰੇ ਭਾਰਤ ਵਿੱਚ ਕਿਸੇ ਨੂੰ ਤੁਸੀਂ ਦੱਸ ਸਕਦੇ ਹੋ। ਕੋਈ ਵੀ ਭਾਸ਼ਾ ਵਾ ਤੁਸੀਂ ਨੂੰ ਦੱਸ ਸਕਦੇ ਹੋ, ਇਸ ਭਾਸ਼ਾ ਵਿੱਚ ਹੈ, ਇਸ ਭਾਸ਼ਾ ਵਿੱਚ ਹੈ। ਅਗਰ ਉਹ ਨਹੀਂ ਆ ਪਾਰੇ ਤਾਂ ਉਹਨਾਂ ਵਾਸਤੇ ਬੈਠ ਕੇ ਇੱਕ ਸੈਂਟਰ ਬਣਾਓ, ਘਰ ਜਾ ਕੇ ਉਹਨਾਂ ਸੈਂਟਰ ਬਣਾਓ। ਲਾਈਵ ਮੀਡੀਆ ਖਤਮ ਹੋ ਗਈ ਪਰ ਚਰਚ ਚੱਲ ਰਿਹਾ। ਸਾਡਾ ਐਪ ਹੈ ਕ੍ਰਾਈਸਟ ਮੈਸੀ ਇੰਡੀਆ ਫਸਟ ਫਲਾਈਟ। ਤੁਹਾਨੂੰ ਕਿਸੇ YouTube 'ਤੇ ਜਾਣ ਦੀ ਲੋੜ ਨਹੀਂ ਆ। ਮੈਂ ਕਿੱਦਾਂ ਖੋਜ ਜਾਂ ਪਾਸਟਰ। ਸਾਡਾ ਚਰਚ ਐਪ ਡਾਊਨਲੋਡ ਕਰੋ, ਕ੍ਰਾਈਸਟ ਮੈਸੀ ਇੰਡੀਆ ਫਸਟ ਫਲਾਈਟ ਐਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਸਾਰੀ ਸੁਵਿਧਾ ਅਸੀਂ ਕਰਕੇ ਰੱਖੀਆਂ। ਕਿਉਂ ਕਰਕੇ ਰੱਖੀਆਂ? ਕਿ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਹੌਲੀ ਹੌਲੀ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਇਹ ਕਿਉਂ ਕਰਦੇ ਹਾਂ। ਅਸੀਂ ਬੇਕਾਰ 'ਚ ਨਹੀਂ ਕਰਦੇ। ਪ੍ਰੇਜ਼ ਦ ਲਾਰਡ। ਉਸ ਤੋਂ ਬਾਅਦ ਚੈਲੰਜ ਹੈ। ਇਹ ਚੈਲੰਜ ਹੈ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਹਰ ਦਿਨ ਇੱਕ ਆਤਮਾ ਜਿੱਤੋ ਔਰ ਬਚਾਓ। ਕਿੰਨੇ ਲੋਕ ਕਰ ਸਕਦੇ ਆ? ਪੱਕਾ। ਉਹਨੂੰ ਬਣਾ ਕੇ ਰੱਖੋ, ਉਹਨੂੰ ਕਿੱਥੇ ਲੈ ਕੇ ਆਓ? ਚਰਚ ਵਿੱਚ ਲੈ ਕੇ ਆਓ। ਔਰ ਕਿਤੇ ਵੀ ਤੁਸੀਂ ਆਤਮਾ ਜਿੱਤ ਸਕਦੇ ਹੋ। ਪ੍ਰੇਜ਼ ਦ ਲਾਰਡ। ਉਸ ਤੋਂ ਬਾਅਦ ਹੈ ਅਸੀਂ 3 ਵਾਰ ਪ੍ਰਾਰਥਨਾ ਕਰਦੇ ਹਾਂ। ਪਲੀਜ਼ ਸਾਡੇ ਨਾਲ ਪ੍ਰਾਰਥਨਾ ਕਰੋ। ਬੁੱਧਵਾਰ ਸ਼ੁੱਕਰਵਾਰ ਦੀ ਸਭਾ ਬਹੁਤ ਜ਼ਰੂਰੀ ਹੈ। ਬੁੱਧਵਾਰ ਦੀ ਸਭਾ ਸ਼ਾਮ ਨੂੰ 6 ਵਜੇ। ਔਰ ਅਗਰ ਤੁਸੀਂ ਘਰ ਵਿੱਚ ਦੇਖੋ ਤਾਂ ਇੱਦਾਂ ਦੇਖੋ ਜਿੱਦਾਂ ਚਰਚ ਵਿੱਚ ਦੇਖ ਰਹੇ ਹੋ। ਧਿਆਨ ਰੱਖੋ, ਅਗਰ ਤੁਸੀਂ ਚਰਚ ਦੇਖਿਆ ਤਾਂ ਤੁਸੀਂ ਭੇਂਟ ਨਹੀਂ ਦਿੱਤਾ, ਤੁਸੀਂ ਚਰਚ ਨਹੀਂ ਕੀਤਾ। ਉਹ TV ਦਾ ਇੱਕ ਸੀਰੀਅਲ ਸੀਗਾ ਜਿਹਦੀ ਕੋਈ ਆਸ਼ੀਸ਼ ਤੁਹਾਨੂੰ ਨਹੀਂ ਮਿਲੇਗੀ। ਤਾਂ ਹਰ ਵਾਰ ਜਦੋਂ ਤੁਸੀਂ ਚਰਚ ਦੇਖੋ ਭੇਂਟ ਦੇਵੋ। ਪਾਸਟਰ ਦੇ ਨਾਲ ਤੁਸੀਂ ਜੋ ਲਬੜ ਦੇਖਦੇ ਹੋ ਆਪਣੀ ਭੇਂਟ ਦਿਸੋ। ਇਹ ਨਾ ਪੁੱਛੋ ਮੈਨੂੰ ਦੇਣ ਵਾਸਤੇ ਕੁਛ ਨਹੀਂ ਆ, ਤੁਸੀਂ ਸੋਚਿਆ ਨਹੀਂ ਦੇਣ ਵਾਸਤੇ। ਅਗਰ ਤੁਸੀਂ ਹਰ ਦਿਨ ਖਾ ਸਕਦੇ ਆ ਤਾਂ ਹਰ ਦਿਨ ਦੇ ਵੀ ਸਕਦੇ ਹੋ। ਖੜੇ ਹੋ ਸਕਦੇ ਆ। ਪਰਮੇਸ਼ਰ ਦਾ ਧੰਨਵਾਦ ਕਰਾਂਗੇ, ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ, ਧੰਨਵਾਦ ਕਰਾਂਗੇ, ਧੰਨਵਾਦ ਕਰਾਂਗੇ। ਪਿਤਾ ਪਰਮੇਸ਼ਰ, ਮੈਂ ਪ੍ਰਾਰਥਨਾ ਕਰਦਾ ਤੁਹਾਡੇ ਬੱਚਿਆਂ ਵਾਸਤੇ ਸੇਵਕਾਈ ਇਹਨਾਂ ਦੇ ਹੱਥਾਂ ਵਿੱਚ ਸਫਲ ਹੋ ਰਹੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਸ ਮੇਲੇ ਮਿਲਾਪ ਦੀ ਸੇਵਕਾਈ ਜੀ ਸੱਚੀ ਦਿਲ ਨਾਲ ਕਰ ਰਹੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਜਿਸ ਤਰ੍ਹਾਂ ਕਰ ਰਹੇ ਆ ਸਹੀ ਬਲਾਂ ਨੂੰ ਲਗਾ ਰਹੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਉਹ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ, ਤੇਰਾ ਧੰਨਵਾਦ ਕਰਦੇ, ਤੇਰਾ ਧੰਨਵਾਦ ਕਰਦੇ। ਔਰ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਨਾਮ 'ਚ ਮੰਗਦੇ ਹਾਂ, ਆਮੇਨ। परम पिता का प्रेम, यीशु मसीह का अनुग्रह और पवित्र आत्मा की सहभागिता साडे नाल हमेशा वास्ते बनी रहेगी यीशु मसीह के नाम विच, आमेन। निश्चय भलाई और करुणा सदा मेरे जीवन च निवास करेगी और मैं हमेशा वास्ते परमेश्वर के घर विच निवास करता रहूँगा यीशु मसीह के नाम विच, आमेन। आनंद मनाओ, वचन काम करदा। Subscribe to our channel, hit the bell icon, like, comment and share. Thank you and God bless you.